Um, last week we actually last week was the eighth session, and hopefully in the next मेरा उम्मीद है कि 2 या 3 session तक this chapter of that we started on मूल मंत्र ਦਾ ਜਿਹੜਾ chapter ਜਿਹੜਾ ਹੈ will come to a sort of a end, you know. But मैं एक second रुकना चाहना ਇੱਥੇ ਤੇ just want to ask everybody कि ਹੁਣ तक जो सुनिया है, even पिछले जो classes सुनिया है जो ਉੱਥੇ ਕੋਈ ਦਿੱਕਤ ਆ ਰਹੀ ਹੋਵੇ ਜਾਂ ਕੋਈ ਨਾ ਚੀਜ਼ ਸਮਝ ਆਈ ਹੋਵੇ ਤੇ you can unmute yourself and ask me. I'll try to patiently listen and मैं ਉਹਦਾ ਜਵਾਬ ਵੀ ਦੇਣਾ ਚਾਹੁੰਦਾ, you know. So if anybody has any questions, now is the time. ਹਾਂਜੀ. If not, then I'll continue with what I was saying. So the last week, unfortunately, when time ਦਾ ਧਿਆਨ ਨਹੀਂ ਰਿਹਾ, at this time I'll be more careful though. Ending the class at 9:30, which is exactly 1 hour. ਤੇ ਮੈਂ I started the topic of Nirbhav. ਤੇ we're going to start Nirbhav one more time and go through it again and try to understand it. Nirbhav ਦਾ concept ਥੋੜਾ ਜਿਹਾ ਇੱਕ ਤੇ ਬੜਾ simplistic level ਤੇ ਹੈ. ਭਾਵ ਦਾ ਮਤਲਬ ਡਰ ਹੈ, ਨਿਰ ਦਾ ਮਤਲਬ without, तो without fear, one without fear, you know. ਤੇ ਪ੍ਰਮਾਤਮਾ ਨੂੰ ਐਡਰੈਸ ਜਦੋਂ ਬੜੀ ਵਾਰੀ ਨਿਰਭਉ ਕਰਦੇ ਨੇ ਕਿ ਕਿਸੇ ਕੋਲ ਡਰ ਨਹੀਂ ਹੁੰਦਾ ਹੈ ਜੀ। ਸੋ ਭਾਵ ਡਰ ਜਿਹੜਾ ਹੈ ਉਹ ਪ੍ਰਮਾਤਮਾ ਨੂੰ ਡਰ ਨਹੀਂ ਹੈ ਕਿਸੇ ਦਾ, ਬਿਕੋਜ਼ ਡਰ ਪੈਦਾ ਹੁੰਦਾ ਹੈ ਜਨਰਲੀ ਸਪੀਕਿੰਗ, ਫੀਅਰ ਦਾ ਕਨਸੈਪਟ ਆਉਂਦਾ ਹੈ ਉਹਨਾਂ ਕੋਲੋਂ ਜਿਨ੍ਹਾਂ ਕੋਲੋਂ ਜਿਹੜੇ ਜਾਂ ਤੁਹਾਡੇ ਸਿਮਿਲਰ ਹੋਵਣ ਜਾਂ ਤੁਹਾਡੇ ਤੋਂ ਜ਼ਿਆਦਾ ਤਾਕਤਵਰ ਹੋਵਣ, ਜਾਂ ਤੁਹਾਡੇ ਤੋਂ ਜ਼ਿਆਦਾ ਸਟਰੈਂਥ ਜਿਨ੍ਹਾਂ ਦੀ ਜ਼ਿਆਦਾ, ਜਾਂ ਲੱਗੇ ਕਿ this person or this plant can harm me. Sometimes an insect can be, we have a fear of insect, you know, because we feel कि ये insect somehow ਸਾਡੇ mind ਵਿੱਚ ਹੈ ਕਿ ਇਹ harm ਕਰ ਸਕਦਾ ਸਾਨੂੰ, you know. Sometimes when we see if everybody can mute themselves, I'll really appreciate that. If somebody can if somebody sometimes sees like a wild animal or something, you know, ਕੋਈ ਨੇੜੇ ਆ ਜਾਵੇ ਤਾਂ ਉਹਨੂੰ ਖਤਰਾ ਹੁੰਦਾ ਕਿ ਯਾਰ ਇਹ ਕਿਤੇ ਨੁਕਸਾਨ ਨਾ ਪਹੁੰਚਾਏ ਮੈਨੂੰ ਕਿਧਰੇ. But generally speaking, we are not fearful from people या things that we feel कि ये ਸਾਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ. And as a general rule ਉਹ ਨਹੀਂ ਹੁੰਦਾ. For example, if you see an ant, you know, we don't not fearful. You know, if we see, we are not fearful of dogs that much. Pets ਹੁੰਦੇ ਨੇ dogs ਲੋਕਾਂ ਦੇ. So fear ਦਾ concept ਜਿਹੜਾ ਹੈ generally speaking ਉਹਨਾਂ ਤੋਂ ਹੀ ਆਉਂਦਾ ਹੈ ਜਿਹੜਾ ਤੁਹਾਡੇ ਤੋਂ ਵੱਡਾ ਹੋਵੇ ਜਾਂ ਤੁਹਾਡੇ ਤੋਂ ਜ਼ਿਆਦਾ ਤਾਕਤਵਰ ਹੋਵੇ ਜਾਂ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਹਿੰਮਤ ਹੋਵੇ ਉਹਦੇ ਵਿੱਚ, ਤਾਂ ਉਹ ਬੰਦੇ ਤੋਂ ਡਰ ਲੱਗਦਾ ਉਸ ਬੰਦੇ ਕੋਲੋਂ. ਤੇ ਪ੍ਰਮਾਤਮਾ ਜਿਹਨੇ ਜਿਹੜਾ ਕ੍ਰੀਏਟਰ ਹੈ ਸਾਰਾ, ਜਿਹਨੇ ਸਭ ਕੁਝ ਕ੍ਰੀਏਟ ਕੀਤਾ ਹੈ, ਉਹ ਕਿਉਂ ਡਰੇ ਕਿਸੇ ਤੋਂ, you know. ਜੇ ਤੁਸੀਂ ਕਿਸੇ ਚੀਜ਼ ਨੂੰ ਕ੍ਰੀਏਟ ਕੀਤਾ, ਤੁਹਾਡੀ ਕ੍ਰੀਏਟਡ ਚੀਜ਼ ਹੈ, ਤੁਸੀਂ ਸਭ ਤੋਂ ਵੱਡੇ ਹੋ, there is no reason to fear. And the same reason ਅੱਗੇ ਜਾ ਕੇ ਨਿਰਵੈਰ ਜਦੋਂ ਵਰਡ ਆਏਗਾ ਉੱਥੇ ਵੀ ਸੇਮ ਹੈ. ਵੈਰ ਵਰਡ ਜਿਹੜਾ ਹੈ, ਜੈਲਸੀ ਜਿਹੜੀ ਹੈ, ਉਹ ਜੈਲਸੀ ਪੈਦਾ ਹੀ ਹੁੰਦੀ ਹੈ when you feel somebody has more stuff than you, or somebody is more talented than you, or somebody has something more to offer than you are, and therefore ਉਹ ਅੰਦਰੋਂ ਇਨਸਿਕਿਉਰਿਟੀ ਜਦੋਂ ਪੈਦਾ ਹੁੰਦੀ ਹੈ ਉਸ ਚੀਜ਼ ਦੀ, ਤੇ that then results in ਵੈਰ ਵਿਰੋਧ ਦੀ ਭਾਵਨਾ, you know. ਵੈਰ ਵਿਰੋਧ ਦੀ ਭਾਵਨਾ ਤੁਹਾਡੇ ਤੋਂ ਜਿਹੜੇ ਘੱਟ ਪਾਵਰਫੁਲ ਉਹਨਾਂ ਤੋਂ ਪੈਦਾ ਨਹੀਂ ਹੁੰਦੀ. ਸਿਮਿਲਰਲੀ ਭਾਵ ਦੀ ਵੀ ਫੀਲਿੰਗ ਸੇਮ ਹੈ, ਭਾਵ ਦੀ ਵੀ ਫੀਲਿੰਗ ਸੇਮ ਹੈ. ਸੋ ਪ੍ਰਮਾਤਮਾ ਨਿਰਭਉ ਹੈ ਜ਼ਰੂਰ, ਉਹ ਕਿਸੇ ਕੋਲ ਡਰ ਨਹੀਂ ਹੈ. ਡਰੇ ਕਿਉਂ, you know. ਤਿਸ ਦੇ ਉੱਪਰ ਨਾ ਹੀ ਕੋਏ, ਕੌਣ ਡਰੇ ਡਰ ਕਿਸ ਕਾ ਹੋਏ, ਬਿਲਾਵਲ ਦਾ ਸ਼ਬਦ ਹੈ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਦਾ. ਸੋ ਉਹ ਕਿਉਂ ਡਰੇ ਕਿਸੇ ਤੋਂ? ਡਰਨ ਦਾ ਮਤਲਬ ਹੀ ਨਹੀਂ ਕੋਈ ਉੱਥੇ, ਕਿਉਂਕਿ ਡਰਨਾ ਉਹਦੇ ਤੋਂ ਹੈ ਜਿਹਦੇ ਤੋਂ ਡਰ ਲੱਗੇ, ਤਾਂ ਜੇ ਉਹ ਹੋਵੇ ਜ਼ਿਆਦਾ ਪਾਵਰਫੁਲ ਤਾਂ ਫਿਰ ਡਰ ਲੱਗੇ ਉਸ ਤੋਂ, ਹਾਂਜੀ. ਸੋ ਇਹ ਤੇ ਹੋਇਆ ਇੱਕ ਬੜਾ ਸਿੰਪਲਿਸਟਿਕ ਲੈਵਲ ਡਰ ਦਾ ਕਨਸੈਪਟ, ਹਾਂਜੀ, ਕਿ ਪ੍ਰਮਾਤਮਾ ਨਿਰਭਉ ਹੈ, ਉਹ ਡਰਦਾ ਨਹੀਂ ਕਿਸੇ ਕੋਲੋਂ. ਕਿਉਂ ਨਹੀਂ ਡਰਦਾ? ਬਿਕੋਜ਼ ਉਹਨੇ ਸਭ ਨੂੰ ਬਣਾਇਆ ਹੈ, ਇਸ ਵਾਸਤੇ ਡਰ ਨਹੀਂ ਕਿਸੇ ਦਾ. ਲੇਕਿਨ ਕਨਸੈਪਟ ਇੱਥੋਂ ਜ਼ਿਆਦਾ ਗਹਿਰਾ ਹੈ, ਬਹੁਤ ਜ਼ਿਆਦਾ ਨਿਰਭਉ ਦਾ, ਇਹ ਡੀਪਰ ਹੈ, ਬਹੁਤ ਜ਼ਿਆਦਾ ਥਾਟ ਪ੍ਰੋਸੈਸ ਜਿਹੜੀ ਹੈ. ਸੋ ਅਗਲੀ ਜਿਹੜੀ ਥਾਟ ਪ੍ਰੋਸੈਸ ਜਿਹੜੀ ਹੈ ਉਸ ਨੂੰ ਸਮਝਣਾ, ਉਹਦੇ ਵਿੱਚ ਸਮਝਣਾ ਜਾਂ ਉਹਨੂੰ ਗ੍ਰਾਸਪ ਕਰਨਾ, ਉਹ ਥੋੜਾ ਔਖਾ ਹੈ. ਉਹ ਹੈ ਕਿ ਭਉ ਵਰਡ ਗੁਰਬਾਣੀ ਵਿੱਚ ਬੜੀ ਜਗ੍ਹਾ ਵਰਤਿਆ ਗਿਆ ਹੈ. ਭਉ ਵਰਡ ਭਉ
ਨੂੰ ਕਈ ਵਾਰੀ ਦੋ ਤਰੀਕੇ ਦੇ ਡਰ ਦੱਸੇ ਗਏ ਹਨ। there are two kind of fears that the ਗੁਰਬਾਣੀ ਜਿਹਨੇ ਐਕਸਪਾਂਡ ਕੀਤੇ ਹਨ। ਇੱਕ ਫੀਅਰ ਨੂੰ ਕਹਿੰਦੇ ਹਨ ਕਿ ਇੱਕ ਫੀਅਰ ਜਿਹੜਾ ਹੈ, ਤੇ ਮੈਂ I'm going to share my screen and try to write something that might make it even more clearer though. So I'm going to start sharing my screen and ਤੇ ਮੈਂ ਭਾਵ ਇੱਥੇ ਲਿਖਾਂਗਾ। ਫੁਲਾਵਰ ਜੀ, ਤਾਂ ਨਜ਼ਰ ਆ ਰਹੀ ਹੈ ਮੇਰੀ ਸਕਰੀਨ? ਮੈਨੂੰ ਖਾਲੀ ਦੱਸ ਦਿਓ ਯੈਸ অর ਨੋ। ਮੈਂ ਜੋ ਲਿਖਿਆ ਨਜ਼ਰ ਆ ਰਿਹਾ ਨਾ? ਹਾਂਜੀ ਵੀਰ ਜੀ। ਅੱਛਾ, ਠੀਕ ਹੈ, ਠੀਕ ਹੈ। ਸੋ ਭਾਵ, ਇੱਕ ਭਾਵ ਹੈ ਜਿਹਨੂੰ ਅਸੀਂ ਖੋਟਾ ਕਹਿੰਦੇ ਆ, ਜਾਂ ਕਹਿ ਲਓ ਜਿਹੜਾ ਜਿਹਦੀ ਜਿਹੜੀ ਬੁਨਿਆਦ ਜਿਹੜੀ ਹੈ ਵਹਿਮ ਦੇ ਉੱਤੇ ਹੈ, ਜਾਂ ਭਰਮ ਕਹਿ ਲਓ। ਤੇ ਇਹ ਜਿਹੜੇ ਖੋਟੇ ਭਾਵ ਜਿਹੜੇ ਹਨ, ਜਿਹੜੇ ਮਤਲਬ ਕਿ ਕਿਧਰੇ ਮੈਂ ਬਿਮਾਰ ਨਾ ਹੋ ਜਾ ਕੱਲ, ਮੇਰੇ ਹਸਬੈਂਡ ਨੂੰ ਕੁਝ ਹੋ ਨਾ ਜਾਏ, ਮੇਰੀ ਵਾਈਫ ਨੂੰ ਨਾ ਕੁਝ ਹੋ ਜਾਏ, ਮੇਰੇ ਬੱਚੇ ਨਾ ਪੜਨ, ਮੇਰੇ ਬੱਚਿਆਂ ਨੂੰ ਕੱਲ ਖਾਣਾ ਨਾ ਮਿਲੇ, ਮੈਨੂੰ ਕੱਲ ਰੋਟੀ ਮਿਲੇ ਹੀ ਨਾ, ਮੈਂ ਬਿਮਾਰ ਹੋ ਜਾ, ਮੈਂ ਮਰ ਜਾ, ਮੈਨੂੰ ਕੁਝ ਹੋ ਜਾਏ, ਮੈਨੂੰ ਦੇਖਣ ਵਾਲਾ ਕੋਈ ਨਾ ਰਹੇ, ਬਣੇ ਕਿ ਇਨਸਿਕਿਉਰਿਟੀਜ਼ ਜਿਹੜੀਆਂ ਜਿਹਦੇ ਪਿੱਛੇ ਕੋਈ ਖਾਸ ਕੋਈ ਮਤਲਬ ਇਹੋ ਜਿਹੀ ਕੋਈ ਗੱਲ ਨਹੀਂ ਹੈ, ਕੋਈ ਖਾਸ ਸਬੂਤ ਹੋਵੇ ਕਿਸ ਦਾ ਬੋਲਣ ਦਾ, ਬਟ ਉਹ ਇੱਕ ਹੈ ਡਰ ਅੰਦਰੋਂ, ਜਿਹੜਾ ਅਸੀਂ ਸਾਰੇ ਰੋਜ਼ ਜਿੰਦੇ ਹਾਂ ਇਸ ਡਰ ਵਿੱਚ। ਸਵੇਰੇ ਉੱਠਦੇ ਹਾਂ ਡਰ ਵਿੱਚ ਹੁੰਦੇ ਹਾਂ, ਰੋਂਦੇ ਹਾਂ, ਸੌਂਦੇ ਹਾਂ ਰਾਤੀ ਤੇ ਡਰ ਵਿੱਚ ਹੁੰਦੇ ਹਾਂ। ਉਸ ਡਰ ਦਾ ਉਹ ਜਿਹੜਾ ਭਾਵ ਜਿਹੜਾ ਹੈ ਖੋਟਾ, ਉਹਦੇ ਕੋਈ ਬੁਨਿਆਦ ਨਹੀਂ, ਉਹਦੀ ਕੋਈ ਫਾਊਂਡੇਸ਼ਨਲ ਸਟੋਨ ਨਹੀਂ ਹੈ ਉਹਦਾ। ਉਹ ਬੇਸਡ ਹੈ ਇੱਕ ਇਨਸਿਕਿਉਰਿਟੀ ਦੇ ਉੱਤੇ, ਇੱਕ ਵਹਿਮ ਦੇ ਉੱਤੇ ਜਾਂ ਭਰਮ ਦੇ ਉੱਤੇ। ਇਹ ਭਰਮ ਜਿਹੜੇ ਹਨ, ਜਿਹੜੇ ਵਹਿਮ ਜਿਹੜੇ ਹਨ, ਜਿਹੜੇ ਇਹ ਸਾਡੇ ਅੰਦਰ ਪਾਏ ਗਏ ਹਨ ਸ਼ੁਰੂ ਤੋਂ, ਤੇ ਇਹਨਾਂ ਦੀਆਂ ਜਿਹੜੀਆਂ ਇਹ ਗੁਰਬਾਣੀ ਤੋਂ ਜਿਹੜੇ ਅਲੱਗ ਹੋਏ ਬੰਦੇ ਜਿਹੜੇ ਹਨ ਨਾ, ਜਿਹੜੇ ਮੈਂ ਆਪਣਾ ਕਲਰ ਇੱਥੇ ਬਦਲਾਂਗਾ ਤਾਂ ਕਿ ਤੁਹਾਨੂੰ ਅੰਦਾਜ਼ਾ ਲੱਗ ਜਾਏ। ਇਹ ਗੁਰਬਾਣੀ ਜਦੋਂ ਦੂਰ ਹੋ ਜਾਏ ਇਨਸਾਨ ਤੋਂ ਨਾ, ਗੁਰਬਾਣੀ ਤੋਂ ਜਦੋਂ ਹਟ ਜਾਣ ਪਰੇ, ਤੇ ਫਿਰ ਗੁਰਬਾਣੀ ਦਾ ਅਸਰ ਜਦੋਂ ਨਾ ਪਵੇ, ਤੇ ਜੇ ਗੁਰਬਾਣੀ ਦਾ ਅਸਰ ਪੈਦਾ ਹੋਣਾ ਸ਼ੁਰੂ ਹੋ ਜਾਏ ਇਹਨਾਂ ਬੰਦਿਆਂ ਤੇ ਇਹ ਵਹਿਮ ਜਿਹੜੇ ਹਨ ਇਹ ਘਟਣੇ ਸ਼ੁਰੂ ਹੋ ਜਾਂਦੇ ਨੇ। ਵਹਿਮ ਭਰਮ ਜਿਹੜੇ ਹਨ, ਸਡਨਲੀ ਉਹਨੂੰ ਰਿਅਲਾਈਜ਼ ਹੋ ਜਾਂਦਾ ਕਿ ਜਨਮ ਮਰਨ ਮੇਰੇ ਹੱਥ ਨਹੀਂ ਹੈ, ਆਣਾ ਜਾਣਾ ਮੇਰੇ ਹੱਥ ਨਹੀਂ ਹੈ, ਕਦਨ ਉਹਨੇ ਭੇਜਣਾ ਤੁਹਾਨੂੰ ਵਾਪਸ ਉਹ ਉਹਦੇ ਹੱਥ ਹੈ। ਯੰਗ ਦੀ ਉਮਰ 'ਚ ਭੇਜਣਾ ਹੈ, ਬੁੱਢੇ ਦੀ ਉਮਰ 'ਚ ਭੇਜਣਾ ਹੈ, 70 ਸਾਲ ਦੀ ਉਮਰ 'ਚ ਭੇਜਣਾ ਹੈ, 30 ਸਾਲ ਦੀ ਉਮਰ 'ਚ ਭੇਜਣਾ ਹੈ, 40 ਸਾਲ ਦੀ, ਕੀ ਹੋਣਾ ਹੈ ਤੁਹਾਡੇ ਵੱਸ 'ਚ ਨਹੀਂ। ਤੁਹਾਨੂੰ ਕਿਹੜੇ ਰੋਗ ਲੱਗਣੇ ਹਨ ਕਿਸੇ ਹੱਦ ਤੱਕ ਤੁਹਾਡੇ ਕੰਟਰੋਲ 'ਚ ਹੈ, ਕਿਸੇ ਹੱਦ ਤੱਕ ਤੁਹਾਡੇ ਕੰਟਰੋਲ 'ਚ ਨਹੀਂ ਹੈ। ਹਾਂਜੀ, ਉਹ ਹੋਣਾ 'ਚ ਹੋ ਕੇ ਰਹਿਣਾ। ਸੋ ਕਈਆਂ ਨੇ ਉਹਨਾਂ ਵਹਿਮਾਂ ਭਰਮਾਂ ਨੂੰ ਇਤਨਾ ਜ਼ੋਰ ਦਿੱਤਾ ਹੋਇਆ ਹੈ, ਇਹ ਗੁਰਬਾਣੀ ਤੋਂ ਟੁੱਟਣ ਨਾਲ ਇਹ ਵਹਿਮ ਤੇ ਭਰਮ ਜ਼ਿਆਦਾ ਹੋ ਜਾਂਦੇ ਹਨ, ਤੇ ਇਹ ਖੋਟਾ ਜਿਹੜਾ ਭਰਮ, ਜਿਹੜੇ ਡਰ ਜਿਹੜੇ ਹਨ, ਜਿਹੜੇ ਇਹ ਸਟਰੋਂਗ ਹੋਣੇ ਸ਼ੁਰੂ ਹੋ ਜਾਂਦੇ ਜ਼ਿਆਦਾ। ਹਾਂਜੀ, it has nothing to do, by the way, how rich you are, how poor you are. I've seen very rich people are fearful of everything, fearful of flying, fearful of doing small things, and I've seen regular people are not being fearful at all. Hanji. But one constant thing I have seen though is that the more you are away from Gurbani ਤੋਂ ਤੁਸੀਂ ਜਿੰਨਾ ਦੂਰ ਹੁੰਦੇ ਹੋ, ਸਪਿਰਿਚੁਅਲਿਟੀ ਤੋਂ ਜਿੰਨਾ ਦੂਰ ਹੁੰਦੇ ਹੋ, ਇਹਨਾਂ ਚੀਜ਼ਾਂ ਤੋਂ, ਸਤਸੰਗਤ ਤੋਂ ਜਿੰਨਾ ਦੂਰ ਹੁੰਦੇ ਹੋ, ਤੁਹਾਡੀ ਪ੍ਰੋਬੇਬਿਲਿਟੀ ਇਸ ਭਰਮ ਦੀ ਤੇ ਵਹਿਮ ਦੀ ਵੱਧ ਜਾਂਦੀ ਹੈ ਬਹੁਤ ਜ਼ਿਆਦਾ। ਗਾਰੰਟੀ ਤੇ ਕਿਸੇ ਚੀਜ਼ ਦੀ ਨਹੀਂ ਹੈ, ਪਰ ਜਿਹੜਾ ਖੋਟਾ ਜਿਹੜਾ ਹੈ, ਤੇ ਇਹ ਵੀ ਲਿਖਿਆ ਬਾਣੀ 'ਚ ਬੜੀ ਵਾਰੀ ਆਇਆ, ਤੇ ਕਿ ਜਿਤਨਾ ਬਾਣੀ ਤੋਂ ਨੇੜੇ ਆਓਗੇ ਉਤਨੇ ਵਹਿਮ ਵਗੈਰਾ ਭਰਮ ਘਟਣਗੇ ਤੁਹਾਡੇ, ਤੇ ਖੋਟੇ ਭਾਵ ਜਿਹੜੇ ਥੱਲੇ ਆ ਜਾਂਦੇ ਨੇ। ਜਿਤਨਾ ਦੂਰ ਜਾਓਗੇ ਉਤਨੇ ਜਿਹੜੇ ਹਨ ਇਹ ਵਧਣੇ ਸ਼ੁਰੂ ਹੋ ਜਾਂਦੇ ਨੇ ਜ਼ਿਆਦਾ। ਬਹੁਤ ਦੂਰ ਚਲੇ ਜਾਓ ਤੇ ਬਹੁਤ ਜ਼ਿਆਦਾ ਵੱਧ ਜਾਣਗੇ ਖੋਟੇ ਭਾਵ ਜਿਹੜੇ ਹਨ। ਫਿਰ ਤੁਸੀਂ ਬੰਦਾ ਫਿਰ ਕਈ ਜ਼ਿੰਦਗੀ ਦਾ ਔਨ ਅ ਸਕੇਲ ਆਫ 1 to 10, 10 being the worst, ਕਈਆਂ ਦੀ ਜ਼ਿੰਦਗੀ 7 ਔਰ 10 ਦੇ ਵਿਚਕਾਰ ਬੀਤਦੀ ਹੈ, ਪੂਰੀ ਜ਼ਿੰਦਗੀ 7 ਔਰ 10 ਚ ਹੁੰਦੀ ਹੈ ਉਹਨਾਂ ਦੀ। ਉਹਨੂੰ ਹਮੇਸ਼ਾ ਕਿਸੇ ਨਾ ਕਿਸੇ ਚੀਜ਼ ਦਾ ਡਰ ਹੁੰਦਾ ਹੈ, ਇਹ ਨਾ ਹੋ ਜਾਏ, ਉਹ ਨਾ ਹੋ ਜਾਏ, ਛੋਟੀ ਛੋਟੀ ਚੀਜ਼ ਤੇ ਡਰਨਾ, ਛੋਟੀ ਛੋਟੀ ਚੀਜ਼ ਤੇ ਵਹਿਮ ਕਰਨਾ, ਛੋਟੀ ਛੋਟੀ ਚੀਜ਼ ਤੇ ਭਰਮ ਕਰਨਾ। ਗੁਰਬਾਣੀ ਨਹੀਂ ਸਿਖਾਉਂਦੀ। ਜਦੋਂ ਬਾਣੀ ਨਾਲ ਲੱਗਦਾ ਬੰਦਾ ਤੇ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਕਿ ਜਿਹੜੀਆਂ ਇੰਪੋਰਟੈਂਟ ਥਿੰਗਸ ਜਿਹੜੀਆਂ ਹਨ ਲਾਈਫ ਦੀਆਂ, ਉਹ ਤੁਹਾਡੇ ਬਹੁਤੇ ਕੰਟਰੋਲ 'ਚ ਨਹੀਂ ਹਨ। ਤੁਸੀਂ ਬਹੁਤਾ ਕੰਟਰੋਲ ਨਹੀਂ ਹੋਣਾ ਚੀਜ਼ਾਂ ਦੇ ਉੱਤੇ, ਐਂਡ ਵੀ ਵਿਲ ਟਾਕ ਅਬਾਊਟ ਦੈਟ ਲਿਟਲ ਲੇਟਰ ਟੁਡੇ।
ਤੇ ਦੂਸਰਾ ਜਿਹੜਾ ਭਾਵ ਜਿਹੜਾ ਹੈ that I want to really talk about today though and spend most of my time, ਜਿਹਨੂੰ ਬਾਣੀ ਵਿੱਚ ਨਿਰਮਲ ਕਿਹਾ ਗਿਆ ਹੈ। ਨਿਰਮਲ ਭਾਵ, ਨਿਰਮਲ ਜਿਹੜਾ ਵਰਡ ਜਿਹੜਾ ਹੈ ਮਤਲਬ ਪਵਿੱਤਰ ਹੈ। ਨਿਰਮਲ ਮਤਲਬ ਜਿਹਦੇ ਚ ਕੀ ਜਿਹੜਾ ਮੈਲ ਤੋਂ ਰਹਿਤ ਹੋਵੇ, ਜਿਹੜਾ ਪਵਿੱਤਰ ਹੋਵੇ ਜਿਹੜਾ ਵਰਡ। ਤੇ ਨਿਰਮਲ ਭਾਵ ਜਿਹੜਾ ਹੈ ਉਹ ਭਾਵ ਹੈ, ਉਹ ਡਰ ਹੈ, ਜਾਂ ਮੈਂ ਡਰ ਨਾ ਕਹਿ ਕੇ ਮੈਂ ਕਹਾਂ ਉਹ ਮਰਿਆਦਾ ਹੈ, ਜਾਂ ਮਰਿਆਦਾ ਵੀ ਮੈਂ ਨਾ ਕਹਾਂ ਤੇ ਕਹਾਂ ਮੈਂ ਉਹ ਡਿਸਪਲਿਨ ਹੈ। ਉਹ ਡਿਸਪਲਿਨ ਕਿਹੜਾ ਹੈ? ਉਹ ਡਿਸਪਲਿਨ ਹੈ ਪਰਮਾਤਮਾ ਦੇ ਨਿਯਮ ਅਨੁਸਾਰ ਚੱਲਣ ਦਾ ਡਿਸਪਲਿਨ। ਹਾਂਜੀ, ਤੇ ਮੈਂ ਇੱਥੇ ਬਣਾਵਾਂ ਕਿਸ ਚੀਜ਼ ਦਾ ਡਿਸਪਲਿਨ ਹੈ, ਤੇ ਡਿਸਪਲਿਨ ਹੈ ਨਾਮ ਦਾ। ਜਿਨ੍ਹਾਂ ਵਿੱਚ ਨਾਮ ਦਾ ਡਿਸਪਲਿਨ ਹੈ। ਤੇ ਕੋਈ ਕਹੇਗਾ ਸਿਆਣਾ ਕਿ ਨਾਮ ਦਾ ਡਿਸਪਲਿਨ ਕੀ ਹੈ? ਨਾਮ ਦਾ ਡਿਸਪਲਿਨ ਇਹ ਹੈ ਕਿ ਉਹਨਾਂ ਚੀਜ਼ਾਂ ਦੇ ਹਿਸਾਬ ਦੇ ਨਾਲ ਆਪਣੀ ਲਾਈਫ ਨੂੰ ਢਾਲਣਾ ਜਿਹੜੀਆਂ ਚੀਜ਼ਾਂ ਨਾਮ ਨੂੰ ਪਸੰਦ ਹਨ। ਫਿਰ ਸਿਆਣਾ ਕਹੇਗਾ ਕਿ ਨਾਮ ਨੂੰ ਕਿਹੜੀ ਚੀਜ਼ ਪਸੰਦ ਹੈ, ਤੇ ਮੈਂ ਨਾਮ ਦੀ ਡਿਸਕਸ਼ਨ ਬੜੀ ਵਾਰੀ ਪਹਿਲੇ ਵੀ ਕਰ ਆਇਆ। ਸੋ ਫॉर एग्जांपल ਨਾਮ ਨੂੰ ਟਰੂਥਫੁਲ ਲਿਵਿੰਗ ਬੜੀ ਪਸੰਦ ਹੈ, ਤੇ ਉਸ ਡਿਸਪਲਿਨ ਚ ਆ ਜਾਏ। ਹੁਣ ਪ੍ਰੋਬਲਮ ਇਹ ਹੈ ਕਿ ਟਰੂਥਫੁਲ ਲਿਵਿੰਗ ਨਾਮ ਨੂੰ ਤੇ ਪਸੰਦ ਹੈ, ਪਰ ਨਾਮ ਜਦੋਂ ਤੁਸੀਂ ਟਰੂਥਫੁਲ ਲਿਵਿੰਗ ਆਪਣੀ ਨਾ ਰੱਖੋ, let's say you cheat somebody or you say do something that's not allowed, ਨਾਮ ਤੁਹਾਨੂੰ ਅੰਦਰੋਂ ਇੱਕ ਵਾਰੀ ਆਵਾਜ਼ ਦੇਗਾ, ਤੁਹਾਨੂੰ ਅੰਦਰੋਂ ਇੱਕ ਆਵਾਜ਼ ਆਏਗੀ, ਇਹ ਨਾ ਕਰ ਪੁਰਖਾ, ਇਹ ਠੀਕ ਨਹੀਂ ਹੈ ਕੰਮ ਕਰਨ ਵਾਲਾ। ਹਾਂਜੀ, ਪਰ ਬੰਦਾ ਕਈ ਵਾਰੀ ਉਸ ਆਵਾਜ਼ ਨੂੰ ਦਬਾ ਕੇ ਕਰ ਲੈਂਦਾ ਚੀਜ਼। I'm going to cheat anyway. It doesn't matter whether that's a right thing or wrong thing to do though. So ਇਹ ਜਿਹੜਾ ਡਿਸਪਲਿਨ ਹੈ ਨਾ ਪ੍ਰਮਾਤਮਾ ਦਾ, ਜਾਂ ਭਾਵ ਕਹਿ ਲੋ, ਮਰਿਆਦਾ ਕਹਿ ਲੋ, ਡਿਸਪਲਿਨ ਕਹਿ ਲੋ, ਇੱਕ ਨਿਯਮ ਕਹਿ ਲੋ, ਇੱਕ ਉਹਦਾ ਸਿਸਟਮ ਕਹਿ ਲੋ, ਉਸ ਸਿਸਟਮ ਦੇ ਵਿੱਚ ਜੇ ਚੱਲੋਗੇ, ਨਾਮ ਦੇ ਸਿਸਟਮ ਵਿੱਚ, ਜਿਹੜਾ ਭਾਵ ਜਿਹੜਾ ਨਿਰਮਲ ਭਾਵ ਹੈ, ਤੇ ਬਾਣੀ ਕਹਿੰਦੀ ਹੈ ਕਿ ਬਾਰ-ਬਾਰ ਜਿਹੜਾ ਉਸ ਨਿਰਮਲ ਭਾਵ ਵਿੱਚ ਰਹਿੰਦਾ ਹੈ, ਜਿਹੜਾ ਬਹੁਤ ਜ਼ਿਆਦਾ, ਉਸ ਨੂੰ ਪ੍ਰਮਾਤਮਾ ਮਿਲਣ ਦੀ ਆਸ ਵੱਧ ਜਾਂਦੀ ਹੈ, ਉਹਦੀ ਪ੍ਰੋਬੇਬਿਲਿਟੀ ਪ੍ਰਮਾਤਮਾ ਮਿਲਣ ਦੀ ਵੱਧ ਜਾਂਦੀ ਹੈ। ਇੱਕ ਤੇ ਪ੍ਰਮਾਤਮਾ ਮਿਲਣ ਦੀ ਆਸ ਵੱਧ ਜਾਂਦੀ ਹੈ, ਤੇ ਦੂਸਰੀ ਉਹਦਾ ਜਿਹੜਾ ਚੇਂਜਸ ਇਹ ਆਉਂਦੀਆਂ ਹਨ ਕਿ ਉਹਦੇ ਵਿੱਚ ਬਹੁਤ ਜ਼ਿਆਦਾ ਇੱਕ ਅੰਦਰਲਾ ਡਿਸਪਲਿਨ ਹੋਣ ਦੇ ਕਾਰਨ ਬਾਣੀ ਨਾਲ, ਕੀਰਤਨ ਨਾਲ ਰਿਲੇਸ਼ਨਸ਼ਿਪ ਬੈਟਰ ਹੋ ਜਾਂਦੀ ਹੈ ਬਹੁਤ ਜ਼ਿਆਦਾ। ਤੇ ਹੁਣ ਬੰਦਾ ਕਹੇਗਾ ਵੀ ਇਹ ਕਿਸ ਤਰ੍ਹਾਂ ਹੋ ਸਕਦਾ, ਕੋਈ ਦੇਖਤੇ ਰਿਹਾ ਨਹੀਂ ਮੈਨੂੰ। ਇਹ ਉਸੇ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਮੈਂ ਬੜੀਆਂ ਦੋ ਐਗਜ਼ਾਮਪਲ ਭਾਈ ਸਾਹਿਬ ਭਾਈ ਵੀਰ ਸਿੰਘ ਹੋਰੀ ਵੀ ਦਿੰਦੇ ਹੁੰਦੇ ਨੇ, ਬੜੇ ਆਥਰ ਦੂਸਰੇ ਵੀ ਦਿੰਦੇ ਨੇ। ਉਹ ਹਨ ਫॉर एग्जांपल ਤੁਸੀਂ ਜਦੋਂ ਕਲਾਸਰੂਮ ਚੱਲ ਰਹੀ ਹੈ, ਤੇ ਹੁਣ ਕੋਈ ਟੀਚਰ ਪੜ੍ਹਾ ਰਿਹਾ ਹੋਵੇ ਕਲਾਸਰੂਮ ਵਿੱਚ, ਤੇ ਬੱਚੇ ਸ਼ਰਾਰਤੀ ਬੱਚਾ ਕੋਈ ਹੋਵੇ, ਤੇ ਬੰਦਾ ਸ਼ਰਾਰਤ ਨਹੀਂ ਕਰਦਾ, ਅੰਦਰ ਬੋਲਦੇ ਨਹੀਂ ਇੱਕ ਦੂਸਰੇ ਨਾਲ ਜ਼ਿਆਦਾ, ਬਿਕਾਜ਼ ਕਿਉਂ? ਡਰ ਹੁੰਦਾ ਟੀਚਰ ਸਾਹਮਣੇ ਹੈ। ਤੇ ਜੇ ਟੀਚਰ ਚਲੀ ਜਾਏ 2 ਮਿੰਟ ਬਾਅਦ, ਮੇਲ ਹੋਏ ਜਾਂ ਫੀਮੇਲ ਹੋਏ, ਡਜ਼ਨਟ ਮੈਟਰ, ਇਫ ਦ ਟੀਚਰ ਵਾਕਸ ਆਊਟ ਫॉर ਅ ਮਿੰਟ অর 2, ਤੇ ਅੰਦਰ ਕਲਾਸਰੂਮ ਵਿੱਚ ਫਿਰ ਉਹ ਇਟ ਬਿਕਮਸ ਲਾਈਕ ਅ market, I mean, the people just go haywire. Similarly, boss ਨਾ ਹੋਵੇ ਆਫਿਸ, ਹਫਤੇ ਦੀ ਛੁੱਟੀ ਗਿਆ ਹੋਵੇ ਕਿਧਰੇ, ਤੇ ਫਿਰ ਬੰਦੇ ਛੁੱਟੀ ਕੋਈ ਦੇਖਣ ਵਾਲਾ ਨਹੀਂ, ਕੋਈ ਮੈਨੂੰ ਜੋ ਮਰਜ਼ੀ ਕਰਾਂ, ਫਿਰ ਮੈਂ 8 ਦੀ ਜਗ੍ਹਾ 9 ਵਜੇ ਆਵਾਂ, ਸ਼ਾਮੀ 6 ਵਜੇ ਦੀ ਜਗ੍ਹਾ ਮੈਂ 4 ਵਜੇ ਚਲਾ ਜਾ ਘਰ ਵਾਪਸ, ਕੋਈ ਕਿਸ ਨੂੰ ਕੀ ਪਤਾ ਕੀ ਕਰ ਰਿਹਾ। ਇੱਥੇ ਇੰਪੋਰਟੈਂਟ ਚੀਜ਼ ਦੇਖਣ ਵਾਲੀ ਇਹ ਹੈ ਕਿ ਪਰਮਾਤਮਾ ਦਾ ਜਿਹੜਾ ਨਿਰਮਲ ਭਾਵ ਜਿਹੜਾ ਹੈ, ਇਹ ਸੈਲਫ ਡਿਸਪਲਿਨ ਹੈ ਜੀ, ਇਨਫੋਰਸਡ ਨਹੀਂ ਹੈ। ਇਨਫੋਰਸਡ ਡਿਸਪਲਿਨ ਵੀ ਹੈ, ਉਹ ਵਾਲਾ ਗੱਲ ਕਰਾਂਗਾ ਮੈਂ। ਇਹ ਸੈਲਫ ਕੰਟਰੋਲ ਤੇ ਸੈਲਫ ਡਿਸਪਲਿਨ ਹੈ ਜੀ। ਮੈਂ ਗ੍ਰੀਡੀ ਹਾਂ ਨਹੀਂ ਆ, ਜਾਂ ਹਾਂ ਕਿਸੇ ਦੂਸਰੇ ਦਾ ਮਾਲ ਚੁਰਾ ਰਿਹਾ ਹਾਂ, ਚੀਟਿੰਗ ਕਰ ਰਿਹਾ ਹਾਂ, ਕਿਸੇ ਦੂਸਰੇ ਦਾ ਦਿਲ ਦੁਖਾ ਰਿਹਾ ਹਾਂ, ਸੇਵਾ ਨਹੀਂ ਕਰ ਰਿਹਾ ਹਾਂ, ਮੇਰੇ ਕੋਲ ਪੈਸੇ ਬਹੁਤੇ ਹਨ ਫਿਰ ਵੀ ਮੈਂ ਦਿੰਦਾ ਨਹੀਂ ਕਿਸੇ ਭੁੱਖੇ ਨੂੰ ਰੋਟੀ ਖਵਾਉਣ ਵਾਸਤੇ। ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹਨ, ਇਹ ਸਾਰੀਆਂ ਦੇ ਸਾਰੀਆਂ ਮੈਂ I'm going to stop sharing my screen for 1 second now. ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ, ਇਹ this is considered to be like a self, like a, ਹੁਣ for example ਇੱਕ ਬੰਦਾ ਆਫਿਸ ਜਾਏ ਤੇ ਉਹਦਾ ਬਾਸ ਨਾ ਹੋਵੇ, ਤੇ ਤਾਂ ਵੀ ਉਹ ਉਂਝੇ ਹੀ ਬਿਹੇਵ ਕਰੇ as if the boss is there. ਹਾਂਜੀ, ਟੀਚਰ ਹੋਏ ਨਾ ਹੋਏ ਕਲਾਸ ਵਿੱਚ, ਇੰਝੇ ਹੀ ਬਿਹੇਵ ਕਰੇ ਕਿ ਟੀਚਰ ਹੈ। ਹਾਂਜੀ, ਪਰਮਾਤਮਾ ਦੇਖ ਰਿਹਾ ਹੋਏ ਜਾਂ ਨਾ ਦੇਖ ਰਿਹਾ ਹੋਏ, ਉਹਦਾ ਬਿਹੇਵੀਅਰ ਇੰਝ ਹੀ ਹੋਏ ਕਿ ਗੁਰੂ ਨਾਨਕ ਮੇਰੇ ਨਾਲ ਬੈਠੇ। ਭਾਵ ਜੀਵਨ ਹਜ਼ੂਰੀ ਵਾਲਾ ਹੋਵੇ, ਜਿਹਦਾ ਹਜ਼ੂਰੀ ਵਾਲੇ ਜੀਵਨ ਵਾਲੇ ਵਿੱਚ ਇਹ ਭਾਵ ਜਿਹੜਾ ਹੈ, ਨਿਰਮਲ ਭਾਵ ਜਿਹੜਾ ਹੈ, ਇਹ ਬਦੋ ਬਦ ਉਹਦੇ ਜੀਵਨ ਵਿੱਚ ਗ੍ਰੈਜੂਅਲੀ ਪੈਦਾ ਹੁੰਦਾ ਉਹਦੇ ਅੰਦਰ।
ਦੂਜੀ ਲਾਮ ਵਿੱਚ ਲਾਵਾਂ 4 ਲਾਵਾਂ ਹਨ ਟੋਟਲ, 4 ਸਟੇजेस ਹਨ, ਡਿਸਟਿੰਕਟ ਸਟੇजेस ਡਿਫਾਈਨ ਕੀਤੀਆਂ ਹਨ ਗੁਰਬਾਣੀ ਵਿੱਚ। ਜਦੋਂ ਬੰਦੇ ਦਾ ਵਿਆਹ ਹੁੰਦਾ ਹੈ ਤੇ ਉੱਤੇ ਵਿਆਹ ਦੇ ਉੱਤੇ ਪਹਿਲੀਆਂ 2 ਲਾਵਾਂ ਜਿਹੜੀਆਂ ਹਨ ਇੱਕ ਸਕਸੈਸਫੁਲ ਮੈਰਿਜ, ਸਕਸੈਸਫੁਲ ਲਾਈਫ ਤੇ ਹਨ। ਦੂਸਰੀਆਂ ਜਿਹੜੀਆਂ 2 ਲਾਵਾਂ, ਥਰਡ ਤੇ ਫੋਰਥ, ਆਰ ਮੋਰ ਫੋਕਸਡ ਔਨ ਤੁਹਾਡੀ ਐਜ਼ ਅ ਹਿਊਮਨ ਬੀਇੰਗ ਸਕਸੈਸਫੁਲ ਲਾਈਫ ਦੇ ਕੀ ਰੈਸਿਪੀਜ਼ ਹਨ ਜਿਹੜੀਆਂ ਵੈਰਾਗ ਦੇ ਉੱਤੇ ਤੇ ਸਹਿਜ ਦੇ ਉੱਤੇ ਫੋਕਸਡ ਹੈ, ਨੰਬਰ 3 ਤੇ ਨੰਬਰ 4। ਤੇ ਦੂਸਰੀ ਲਾਮ ਦੇ ਉੱਤੇ ਤੁਸੀਂ ਦੇਖੋਗੇ ਫੋਕਸ ਜਿਹੜਾ ਸਾਰਾ ਨਿਰਮਲ ਭਾਵ ਦੇ ਉੱਤੇ ਹੈ। ਹਾਂਜੀ, ਤੁਸੀਂ ਕਿਹਦੇ ਨਾਲ ਕੰਪਨੀ ਰੱਖਦੇ ਹੋ ਆਪਣੀ। ਦੰਪਤੀ ਨੂੰ ਐਡਵਾਈਸ ਹੈ ਉੱਥੇ ਕਿ ਅਗਰ ਹਸਬੈਂਡ ਵਾਈਫ ਹੋਵਣ ਤੇ ਇਸ ਤਰ੍ਹਾਂ ਬਿਹੇਵੀਅਰ ਹੋਵੇ, ਇਤਨੀ ਟਰਸਟ ਹੋਵੇ ਆਪਸ ਵਿੱਚ ਕਿ ਹਸਬੈਂਡ ਹੋਵੇ ਸਾਹਮਣੇ ਨਾ ਹੋਵੇ ਤੇ ਲੱਗੇ ਕਿ ਵਾਈਫ ਨੂੰ ਲੱਗੇ ਕਿ ਹਸਬੈਂਡ ਮੇਰੇ ਨਾਲ ਹੈ ਹਮੇਸ਼ਾ, ਤੇ ਹਸਬੈਂਡ ਨੂੰ ਮਹਿਸੂਸ ਹੋਵੇ ਚਾਹੇ ਉਹ ਬਾਹਰ ਜਾਏ ਕਿਧਰੇ ਗਿਆ ਹੋਵੇ, ਕਿਧਰੇ ਨਾ ਹੋਵੇ, ਵਾਈਫ ਕਿਧਰੇ ਕੋਲ, ਸਪਾਊਸ ਨਾ ਹੋਵੇ ਕੋਲ, ਤੇ ਉਹਨੂੰ ਮਹਿਸੂਸ ਹੋਵੇ ਕਿ ਨਹੀਂ ਮੈਨੂੰ ਸਪਾਊਸ ਹਮੇਸ਼ਾ ਮੈਨੂੰ ਦੇਖਦੀ ਪਈ ਹੈ। ਉਹ ਨਿਰਮਲ ਭਾਵ ਵਾਲਾ ਕਨਸੈਪਟ ਹੈ। ਉਸੇ ਤਰ੍ਹਾਂ ਜੇ ਕੋਈ ਭਗਤ ਹੋਵੇ, ਕੋਈ ਹੈ ਜੀ, ਕੋਈ ਉਹ ਜਿਹਾ ਕੋਈ ਬੰਦਾ ਹੋਵੇ ਜਿਹਨੂੰ ਹਮੇਸ਼ਾ ਇਸ ਗੱਲ ਦਾ ਮਹਿਸੂਸ ਹੋਵੇ ਕਿ ਮੇਰੇ ਨਾਲ ਹਨ ਗੁਰੂ ਨਾਨਕ ਹਮੇਸ਼ਾ, ਜਾਂ ਮੇਰੇ ਨਾਲ ਹਨ ਗੁਰੂ ਮੇਰੇ ਨਾਲ, ਤੇ ਉਹ ਫਿਰ ਉਸ ਬੰਦੇ ਨੂੰ ਫਿਰ ਬਹੁਤ ਮੁਸ਼ਕਿਲ ਹੈ ਚੀਟਿੰਗ ਕਰਨੀ, ਉਸ ਬੰਦੇ ਨੂੰ ਬੜਾ ਮੁਸ਼ਕਿਲ ਹੈ ਕਿਸੇ ਨਾਲ ਰੂਡਲੀ ਬੋਲਣਾ, ਉਸ ਬੰਦੇ ਨੂੰ ਬੜਾ ਮੁਸ਼ਕਿਲ ਹੈ ਕਿਸੇ ਨਾਲ ਬੁਰੀ ਤਰ੍ਹਾਂ ਪੇਸ਼ ਆਣਾ, ਉਸ ਬੰਦੇ ਨੂੰ ਫਿਰ ਬੜਾ ਉਹ ਖਾਏਗਾ ਟੂ ਡੂ, ਹੀ ਵਿਲ ਫੀਲ ਵੈਰੀ ਅਨਕੰਫਰਟੇਬਲ। ਉਹਦੇ ਕੋਈ ਸਾਹਮਣੇ ਦੇਖ ਰਿਹਾ ਹੋਏ ਤੁਹਾਨੂੰ, ਕੋਈ ਬੈਠਾ ਹੋਇਆ ਤੁਹਾਡੇ ਨਾਲ, ਹੈ ਨਾ, ਫਿਰ ਉਹ ਜਿਹਾ ਬਿਹੇਵੀਅਰ ਜਿਹੜਾ ਹੈ ਉਹ ਐਕਸੈਪਟੇਬਲ ਹੋਵੇਗਾ। ਯਾਰ ਇਹ ਜਾਏ ਇੱਥੋਂ ਤੇ ਫਿਰ ਮੈਂ ਜਦੋਂ ਮਹਿਸੂਸ ਕਰਾਂ ਕਿ ਮੈਂ ਇਕੱਲਾ ਹਾਂ, ਇਕੱਲਿਆਂ ਬੰਦਾ ਕਰ ਸਕਦਾ ਉਹ ਸਭ, ਫਿਰ ਮਹਿਸੂਸ ਕਰਦਾ ਬੰਦਾ ਕਿ ਦੇਖਣ ਵਾਲਾ ਕੋਈ ਨਹੀਂ ਹੈ, ਕੋਈ ਦੇਖ ਨਹੀਂ ਰਿਹਾ, ਕੋਈ ਕਰ ਨਹੀਂ ਰਿਹਾ। ਲੇਕਿਨ ਸਪਿਰਿਚੁਅਲ ਲਾਈਫ ਵਿੱਚ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਫਿਲਾਸਫੀ ਦੇ ਅੰਦਰ ਹਜ਼ੂਰੀ ਵਾਲਾ ਜੀਵਨ ਬੜਾ ਇੰਪੋਰਟੈਂਟ ਹੈ। ਇਸ ਵਾਸਤੇ ਜਿਹੜਾ ਖੋਟਾ ਜਿਹੜਾ ਭੈ ਹੈ ਉਹ ਅਲੱਗ ਹੈ, ਤੇ ਸੁੱਚਾ ਜਿਹੜਾ ਭੈ ਹੈ ਜਿਹੜਾ ਉਹਨੂੰ ਨਿਰਮਲ ਭਾਵ ਕਿਹਾ ਗਿਆ। ਤੇ ਬਾਣੀ ਚੋਂ ਮੈਂ 1-2 ਐਗਜ਼ਾਮਪਲ ਹੁਣ ਮੈਂ ਦਿਆਂਗਾ ਟੂ ਮੇਕ ਇਟ ਮੋਰ ਕਲੀਅਰ ਦੋ ਗੁਰਬਾਣੀ ਦੇ ਵਿੱਚੋਂ। ਅਨਫੋਰਚੂਨੇਟਲੀ ਦੋਨੋਂ ਐਗਜ਼ਾਮਪਲ ਸੁਖਮਨੀ ਤੇ ਆਸਾ ਦੀ ਵਾਰ ਵਿੱਚੋਂ ਨਹੀਂ ਹਨ, ਕਈ ਵਾਰੀ ਨਹੀਂ ਮਿਲਦੇ ਤੁਹਾਨੂੰ ਉਹ ਜੇ ਐਗਜ਼ਾਮਪਲ ਜਿਹੜੇ ਤੁਹਾਨੂੰ ਚਾਹੀਦੇ ਹਨ, ਸੋ ਇਹ ਬਾਹਰੋਂ ਲਿੱਤੇ ਗਏ ਨੇ ਐਗਜ਼ਾਮਪਲ। ਆਮ ਗੋਇੰ ਟੂ ਸ਼ੇਅਰ ਦ ਸਕਰੀਨ, ਬਟ ਆਮ ਗੋਇੰ ਟੂ ਸਟਾਪ ਹੇਅਰ ਫॉर ਅ ਸੈਕੰਡ ਦੋ and make sure that everybody understands this concept of nirmal bhav, ਜਿਹੜਾ ਬਾਣੀ ਵਿੱਚ ਇਹ ਵਰਡ ਬੜੀ ਕਾਮਨਲੀ ਯੂਜ਼ ਕੀਤਾ ਗਿਆ ਗੁਰਬਾਣੀ ਵਿੱਚ, ਬਹੁਤ ਜਗ੍ਹਾ ਬੜੇ ਸ਼ਬਦਾਂ ਦੇ ਵਿੱਚ ਇਹ ਵਰਡ ਆਇਆ ਹੈ। ਭਾਵ ਵੀ ਆਇਆ ਹੈ, ਭਾਵ ਵੀ ਆਇਆ ਹੈ, ਭਾਵ ਦਾ ਮਤਲਬ ਡਰ ਵੀ ਹੈ, ਕਿਧਰੇ ਭਾਵ ਵੀ ਆਇਆ ਹੈ ਜਿਹਦਾ ਮਤਲਬ ਪਿਆਰ ਵੀ ਹੈ। ਤੇ ਆਸਾ ਦੀ ਵਾਰ 'ਚ ਫੇਮਸ ਲਾਈਨ ਹੈ ਕਿ ਨਾਨਕ ਜਿਨ ਮਨ ਭਾਉ ਤੇ ਨਾ ਮਨ ਭਾਓ, ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਡਰ ਹੈ, ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਡਿਸਪਲਿਨ ਹੈ, ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੇ ਅੰਦਰ ਮਰਿਆਦਾ ਹੈ, ਉਹਨਾਂ ਦੇ ਅੰਦਰ ਹੀ ਪਿਆਰ ਪ੍ਰਮਾਤਮਾ ਦਾ ਉਪਜ ਸਕਦਾ ਹੈ। ਲੇਕਿਨ ਇੱਕ ਗੱਲ ਯਾਦ ਰਹੇ, as opposed to when you go to an office, ਜਦੋਂ ਉਹ ਜਿਹੜਾ ਡਿਸਪਲਿਨ ਇਨ ਫਰੰਟ ਆਫ ਯੋਰ ਬਾਸ ਜਾਂ ਇਨ ਫਰੰਟ ਆਫ ਯੋਰ ਟੀਚਰ ਹੁੰਦਾ ਹੈ, ਜਾਂ ਇਨ ਫਰੰਟ ਆਫ ਯੋਰ ਪੇਰੈਂਟਸ ਹੁੰਦਾ ਹੈ। ਕਈ ਵਾਰੀ ਪੇਰੈਂਟਸ ਬੱਚੇ ਜਿਹੜੇ ਹਨ ਆਪਣੀ ਮਦਰ ਤੇ ਫਾਦਰ ਦੇ ਸਾਹਮਣੇ ਉਹ ਚੀਜ਼ਾਂ ਨਹੀਂ ਕਰ ਸਕਦੇ ਜੋ ਨਾ ਦੇਖ ਰਿਹਾ ਹੋਵੇ, then they do whatever they think they can get away with. ਲੇਕਿਨ ਕਈ ਵਾਰੀ ਬੱਚਾ ਜਾਂ ਅਸੀਂ ਐਜ਼ ਅ ਵਰਕਰ ਇਨ ਦੀ ਆਫਿਸ, we do certain things because we might not necessarily like that, we do it because of we don't have a choice. ਇੱਥੇ ਫਰਕ ਹੈ ਨਿਰਮਲ ਭਾਵ ਵਿੱਚ। ਇੱਥੇ ਭਗਤ ਜਿਹੜਾ ਵੈ ਉਹ ਇਸ ਵਾਸਤੇ ਨਹੀਂ ਹਜ਼ੂਰੀ ਵਿੱਚ ਚੱਲਦਾ ਕਿ ਉਹਨੂੰ ਉਹ ਡਰਦਾ ਹੈ ਗੁਰੂ ਨਾਨਕ ਦੇਵ ਜੀ ਕੋਲੋਂ, ਜਾਂ ਡਰਦਾ ਹੈ ਗੁਰੂਆਂ ਕੋਲੋਂ, ਜਾਂ ਡਰਦਾ ਹੈ ਉਸ ਵੱਡੀ ਪਾਵਰ ਕੋਲੋਂ, ਤਾਂ ਉਸ ਡਰ ਮਾਰੇ ਕਰਦਾ ਪਿਆ ਕੰਮ। ਉਹ ਜੇ ਨਾ ਕੀਤਾ ਤੇ ਉਹ ਨਾਰਾਜ਼ ਹੋ ਜਾਣਗੇ। ਉਹ ਅੰਦਰੋਂ ਪਿਆਰ ਉਹਦਾ ਇਤਨਾ ਹੈ, ਉਹਦਾ ਅੰਦਰੋਂ ਇਤਨਾ ਸਨੇਹ ਹੈ ਉਹਦਾ ਅੰਦਰੋਂ ਕੀ ਇਤਨੀ ਇੱਜ਼ਤ ਮਾਣ ਹੈ ਉਹਨਾਂ ਗੁਰੂ ਜਨਾਂ ਬਾਰੇ ਕਿ ਉਹ ਮਾਣ ਮਹਿਸੂਸ ਕਰਦਾ ਹੈ ਉਹਨਾਂ ਦੇ ਰਸਤੇ ਤੇ ਚੱਲਣ ਦੇ ਉੱਤੇ। ਉਹ ਫਖਰ ਮਹਿਸੂਸ ਕਰਦਾ ਹੈ ਕਿ ਹਾਂ ਮੈਂ ਗੁਰੂ ਨਾਨਕ ਦੇ ਰਸਤੇ ਤੇ ਚੱਲਦਾ ਹਾਂ। ਉਹਨਾਂ ਨੇ ਸਿਖਾਈ ਹੈ ਭੁੱਖਿਆਂ ਦੀ ਸੇਵਾ ਕਰਨੀ, ਦੇਖੋ ਇਹ ਮੇਰੇ ਭਾਗਾਂ 'ਚ ਮੈਨੂੰ ਮਹਿਸੂਸ ਹੋਈ ਹੈ। ਉਹਨਾਂ ਨੇ ਸਿਖਾਇਆ ਹੈ ਕਿ ਕਿਸੇ ਨੂੰ ਠੱਗਣਾ ਨਹੀਂ, ਕਿਸੇ ਨਾਲ ਚੀਟਿੰਗ ਨਹੀਂ ਕਰਨੀ। ਸੱਚ ਉੱਪਰ ਹੈ, ਲੇਕਿਨ ਸਭ ਤੋਂ ਉੱਚਾ ਸੱਚ ਜਿਹੜਾ ਹੈ ਉਹ ਸੱਚ ਵਿਚਾਰ ਹੈ, ਸੱਚ ਜਿਹੜਾ ਤੁਹਾਡਾ ਵਿਵਹਾਰ ਹੈ ਸੱਚ ਵਾਲਾ। ਹਾਂਜੀ, ਉਹ ਇਹ ਗੁਰੂਆਂ ਨੇ ਇਹ ਸਿਖਾਇਆ। ਇਸ ਵਾਸਤੇ ਇਹ ਨਹੀਂ ਕਿ ਮੈਂ ਉਹਨਾਂ ਦੇ ਡਰ ਮਾਰੇ ਨਹੀਂ ਕਰਦਾ ਪਿਆ, ਉਹਨਾਂ ਦਾ ਫੀਅਰ ਨਹੀਂ ਹੈ ਮੇਰੇ ਅੰਦਰ ਕਿ ਮੈਨੂੰ ਸਜ਼ਾ ਮਿਲੇਗੀ ਇਸ ਬਾਰੇ। ਹਾਂਜੀ, ਉਹ ਗੱਲ ਹੋਰ, ਉਹ ਵੱਖਰਾ ਟੌਪਿਕ ਹੈ। ਇਹ ਨਿਰਮਲ ਭਾਵ ਬੰਦਾ ਇਹ ਪਤੀਜਦਾ ਹੈ ਪਿਆਰ ਵਿੱਚ ਪ੍ਰਮਾਤਮਾ ਦੇ, ਤੇ ਗੁਰੂ ਜਨਾਂ ਦੇ ਪਿਆਰ ਵਿੱਚ ਪਤੀਜ ਕੇ ਉਹ ਅੱਗੇ ਆਪਣਾ ਕੰਮ ਵਧਾਉਂਦਾ ਹੈ। ਹਾਂਜੀ, ਉਹ ਇੱਜ਼ਤ ਮਾਨ ਨਾਲ ਕਰਦਾ ਹੈ ਕੰਮ ਸਾਰਾ। So I'm going to stop here for a second, see if anybody has any questions on Nirmal Bhav. I'm going to give some examples from Gurbani. पहले एग्जाम्पल थोड़ी डिफिकल्ट है समझना, शब्द भी थोड़ा औखा है, but we still have to go through that शब्द though.
and try to understand the concept of Nirmal Bhav in little bit more depth, as how we know it. And if anybody has questions, you please unmute yourself and ask your question. Okay, there's no questions, looks like. Okay, that's good. ਸੋ ਹੁਣ ਹੈ ਕਿ ਇਹ ਨਿਰਮਲ ਭਾਵ ਬਾਣੀ ਵਿੱਚ ਬੜੀ ਵਾਰੀ ਯੂਜ਼ ਕੀਤਾ ਵਰਡ ਗੁਰੂਆਂ ਨੇ, ਤੇ ਇੱਕ ਜਗ੍ਹਾ ਗੁਰੂ ਨਾਨਕ ਦੇਵ ਦੀ ਬਾਣੀ ਵਿੱਚ ਮਲਹਾਰ ਦੀ ਵਾਰ ਵਿੱਚ ਹੈ ਮੇਰੇ ਖਿਆਲ ਸ਼ਬਦ ਬਹੁਤ ਆਫਨਲੀ ਕੋਟਡ ਹੈ। ਗੁਰੂ ਨਾਨਕ ਚਮਤਕਾਰ ਵਿੱਚ ਪਹਿਲੀ ਵੋਲੀਅਮ ਗੁਰੂ ਨਾਨਕ ਚਮਤਕਾਰ ਦੀ, ਮਹਾਰਾਜ ਜਦੋਂ ਜਾਂਦੇ ਹਨ ਦੂਸਰੀ ਉਦਾਸੀ ਤੇ ਜਗਨਨਾਥਪੁਰੀ, ਤੇ ਜਗਨਨਾਥਪੁਰੀ ਜਦੋਂ ਉਦਾਸੀ ਤੇ ਜਾਂਦੇ ਹਨ ਤੇ ਉੱਥੇ ਇੱਕ ਨਕਲੀ ਸਾਧੂ ਮਿਲਦਾ ਉਹਨਾਂ ਨੂੰ, ਉਹਦੇ ਵਿਚਾਰੇ ਦਾ ਪਰਦਾਫਾਸ਼ ਕਰ ਦਿੰਦੇ ਹਨ ਉਹਦਾ। ਤੇ ਜਿਨ੍ਹਾਂ ਨੇ ਜਨਮ ਸਾਖੀਆਂ ਪੜ੍ਹੀਆਂ ਹਨ ਜਾਂ ਜਿਨ੍ਹਾਂ ਨੇ ਗੁਰੂ ਨਾਨਕ ਚਮਤਕਾਰ ਪੜ੍ਹੀ ਹੈ ਉਹ ਜਾਣੂ ਹਨ ਉਸ ਸਾਖੀ ਤੋਂ। ਉਹ ਲੋਕਾਂ ਨੂੰ ਬੇਵਕੂਫ ਬਣਾਉਂਦਾ ਸੀ, ਲੋਕਾਂ ਨੂੰ ਠੱਗਦਾ ਸੀ ਬੜਾ। ਸਮੁੰਦਰ ਦੇ ਕੰਢੇ ਬੈਠਣਾ, ਉੱਤੇ ਮੂੰਹ ਕਰ ਲੈਣਾ ਤੇ ਉੱਤੇ ਦੀ ਮੂੰਹ ਕਰਕੇ ਦੱਸ ਦੇਣਾ ਵੀ ਉੱਤੇ ਕੀ ਕਰ ਰਹੇ ਨੇ, ਸ਼ਿਵ ਜੀ ਕੀ ਕਰ ਰਹੇ ਨੇ, ਤੇ ਵਿਸ਼ਨੂੰ ਕੀ ਕਰ ਰਹੇ ਹਨ, ਤੇ ਫਲਾਣਾ ਕੀ ਕਰ ਰਿਹਾ ਹੈ। ਤੇ ਉਹ ਗੱਲਾਂ ਦੱਸਣੀਆਂ ਉੱਪਰ ਦੀਆਂ ਕਿ ਮੈਨੂੰ ਸਭ ਕੁਝ ਨਜ਼ਰ ਆ ਰਿਹਾ ਹੈ। ਲੋਕ ਭੋਲੇ ਸਨ, ਹੁਣ ਵੀ ਭੋਲੇ ਨੇ ਲੋਕ, ਕਈ ਵਿਸ਼ਵਾਸ ਕਰ ਲੈਂਦੇ ਨੇ ਹਾਂ ਇਹ ਹੋਣਾ ਸੱਚਾ। ਤੇ ਮਹਾਰਾਜ ਨੇ ਉਸ ਵੇਲੇ ਜਨਮ ਸਾਖੀਆਂ 'ਚ ਲਿਖਿਆ ਹੋਇਆ ਹੈ ਕਿ ਗੁਰੂ ਨਾਨਕ ਚਮਤਕਾਰ 'ਚ ਲਿਖਿਆ ਹੋਇਆ ਕਿ ਉਹਨਾਂ ਨੇ ਮਹਾਰਾਜ ਨੇ ਇਸ਼ਾਰਾ ਕੀਤਾ ਮਰਦਾਨੇ ਨੂੰ ਕਿ ਇਹਦੀ ਜਿਹੜੀ ਪੈਸੇ ਦੀ ਜਿਹੜੀ ਪੰਡ ਜਿਹੜੀ ਹੈ, ਜਿਹੜੀ ਲੋਕ ਦਿੰਦੇ ਹਨ, ਇਹ ਪੰਡ ਚੁੱਕ ਕੇ ਇਹਦੇ ਮੂੰਹ ਦੇ ਪਿੱਛੇ ਰੱਖ ਦੇ ਤਾਂ ਕਿ ਨਜ਼ਰ ਨਾ ਆਵੇ ਇਸ ਨੂੰ। ਤੇ ਉਹ ਮਰਦਾਨੇ ਨੇ ਚੁੱਕੇ ਉਹੀ ਕੀਤਾ, ਫਿਰ ਉਹ ਪੰਡ ਚੁੱਕ ਕੇ ਪੈਸਿਆਂ ਦੀ, ਉਹ ਉੱਥੇ ਹੀ ਲੇਟਿਆ ਰਿਹਾ ਬੰਦਾ, ਉਹਨੇ ਕੁਝ ਕੀਤਾ ਨਹੀਂ, ਉਹ ਪੰਡ ਚੁੱਕ ਕੇ ਉੱਥੇ ਪਿੱਛੇ ਰੱਖ ਦਿੱਤੀ। ਜਾਗ ਜਦੋਂ ਅੱਖਾਂ ਜਦੋਂ ਖੋਲੀਆਂ ਉਸਨੇ, ਕਿਉਂਕਿ ਉਹ ਅੰਤਰ ਧਿਆਨ ਹੋ ਕੇ ਕਹਿੰਦਾ ਮੈਂ ਦੇਖਦਾ ਉੱਤੇ ਸਾਰਾ ਕੁਝ, ਤੇ ਉੱਤੇ ਦਾ ਧਿਆਨ ਦੱਸਦਾ ਸੀ ਸਾਰਾ, ਹੈ ਨਾ। ਝੂਠ ਸਾਰਾ, ਪੈਸੇ ਦੀ ਲੋਕਾਂ ਦੀਆਂ ਦੁਕਾਨਾਂ ਬਣੀਆਂ ਹੋਈਆਂ ਝੂਠ ਦੀਆਂ, ਹੁਣ ਵੀ ਹਨ ਬੜੀਆਂ, ਅਣਗਿਣਤ ਝੂਠ ਦੀਆਂ ਦੁਕਾਨਾਂ ਹਨ ਹੁਣ ਵੀ। ਤੇ ਉਹ ਝੂਠ ਦੀ ਦੁਕਾਨ ਖੋਲੀ, ਵਿਕ ਜਾਂਦੀ ਸੀ ਉਹਦੀ। ਤੇ ਉਹ ਜਦੋਂ ਅੱਖਾਂ ਖੋਲੀਆਂ ਤੇ ਉਹ ਪੈਸੇ ਦੀ ਪੰਡ ਤੇ ਗਾਇਬ ਹੈ ਹੁਣ, ਤੇ ਉਹ ਵਿਚਾਰਾ ਬਿਲਖਲਾਇਆ ਬੜਾ ਉੱਥੇ ਕਿ ਮੇਰੇ ਪੈਸੇ ਕੌਣ ਚੁੱਕੇ ਲੈ ਗਿਆ ਸਾਰੇ। ਤੇ ਮਹਾਰਾਜ ਨੇ ਜਵਾਬ ਦਿੱਤਾ ਕਿ ਤੂੰ ਤੇ ਅੰਦਰ ਧਿਆਨ ਹੋ ਕੇ ਤੈਨੂੰ ਉੱਤੇ ਦਾ ਪਤਾ, ਸਾਰੇ ਲੋਕਾਂ ਦਾ ਤੈਨੂੰ ਪਤਾ ਹੈ, ਤੇ ਤੇਰੇ ਪੈਸੇ ਇੱਥੇ ਕਿਤੇ ਗਏ ਤੈਨੂੰ ਪਤਾ ਨਹੀਂ ਲੱਗਿਆ, ਤੈਨੂੰ ਕਿੱਥੇ ਗਏ ਤੇਰੇ ਪੈਸੇ। ਖੈਰ ਉਹ ਗੱਲ ਫਿਰ ਵੱਧ ਗਈ ਬੜੀ, ਉਹਨੂੰ ਬੜਾ ਲੱਗਿਆ ਕਿ ਮੇਰੀ ਰੋਜ਼ੀ ਰੋਟੀ ਬੰਦ ਕਰ ਦਿੱਤੀ। ਤੇ ਉਸਨੇ ਫਿਰ ਬੜੇ ਗੁੰਡੇ ਜੇ ਭੇਜੇ, ਬੜੇ ਡਰਾਇਆ ਉਹਨਾਂ ਨੂੰ ਬੜਾ। ਤੇ ਸਾਖੀਆਂ ਚ ਆਉਂਦਾ ਲਿਖਿਆ ਹੋਇਆ ਕਿ ਉਹ ਫਿਰ ਉਹ ਡੰਡੇ ਲੈ ਕੇ ਭੇਜਿਆ। ਗੁਰੂ ਨਾਨਕ ਚਮਤਕਾਰ ਬੜਾ ਡਿਟੇਲ ਆਈ ਹੈ ਇਹਦੇ ਬਾਰੇ, ਅਗਰ ਕਿਸ ਨੇ ਪੜ੍ਹਨੀ ਹੋਵੇ ਤੇ ਜ਼ਰੂਰ ਪੜ੍ਹਿਓ ਸਾਖੀ। ਤੇ ਅਸੀਂ ਬਿਲੀਵ ਕਰਦੇ ਹਾਂ, ਜਨਮ ਸਾਖੀ ਚ ਲਿਖਿਆ ਹੋਇਆ ਕਿ ਉੱਥੇ ਮਹਾਰਾਜ ਨੇ ਇੱਕ ਸ਼ਬਦ ਉੱਥੇ ਉਚਾਰਨ ਕੀਤਾ ਉੱਥੇ, ਤੇ ਗਾਵਿਆ ਵੀ ਮਲਹਾਰ ਵਿੱਚ। ਤੇ ਉੱਥੇ ਵਰਡ ਇਹ ਆਏ ਹਨ, ਮਰਦਾਨੀਆਂ ਰਬਾਬ ਚੁੱਕ ਬਾਣੀ ਆਈ ਹੈ। ਤੇ ਉੱਥੇ ਡਾਂਗਾ ਸੋਟੀਆਂ ਲੈ ਕੇ ਮਾਰਨ ਆਉਂਦੇ ਹਨ। ਤੇ ਮਹਾਰਾਜ ਇਹ ਸ਼ਬਦ ਜਿਹੜਾ ਹੈ ਇਹ ਪਾਵਨ, I think page number 151 ਤੇ ਹੈ ਸ਼ਬਦ। I could be wrong on the page number, let me double check it though, but let me share the ਸ਼ਬਦ with you। difficult ਸ਼ਬਦ ਹੈ ਔਰ ਥਾਟ ਪ੍ਰੋਸੈਸ ਵੀ ਥੋੜੀ ਔਖੀ ਹੈ। ਲਾਸਟ ਵਿੱਚ ਮਹਾਰਾਜ ਆਪ ਹੀ ਕਹਿੰਦੇ ਹਨ ਕਿ ਬਿਖਮ ਵਿਚਾਰ ਹੈ ਇਸ ਡਰ ਦਾ, but we should try to understand ਵੀ ਕੀ ਕਹਿ ਰਹੇ ਮਹਾਰਾਜ ਇੱਥੇ। So let me share the screen. I hope I'm successful in doing that, and if not then we'll have to do something else. We'll see what we can do. I think can everybody see this ਸ਼ਬਦ? ਤੁਸੀਂ ਦੇਖ ਸਕਦੇ ਹੋ ਗੌੜੀ ਮਹੱਲਾ ਪਹਿਲਾ, ਗੌੜੀ ਦਾ ਸ਼ਬਦ ਹੈ। ਯੈਸ ਵੀਰ ਜੀ। ਮਹੱਲਾ ਪਹਿਲੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, ਗੌੜੀ ਮਹੱਲਾ। I think page number ਅੰਗ 151 ਤੇ ਹੈ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਦਰਜ ਹੈ ਬਾਣੀ ਵਿੱਚ। ਤੇ ਤੁਸੀਂ ਨੋਟਿਸ ਕਰੋਗੇ ਇੱਥੇ ਡਰ ਬੜੀ ਵਾਰੀ ਵਰਡ ਆਏਗਾ ਇਸ ਸ਼ਬਦ ਤੇ ਡਰ ਬੜੀ ਵਾਰੀ ਵਰਡ ਯੂਜ਼ ਕੀਤਾ ਨੇ। ਡਰ ਇਜ਼ ਅ ਮੇਨ ਫੋਕਸ ਹੈ, ਫੀਅਰ ਇਜ਼ ਅ ਮੇਨ ਫੋਕਸ ਆਫ ਦਿਸ ਸ਼ਬਦ ਹੈ। ਤੇ ਇਹਨਾਂ ਨੂੰ ਡਰ ਬਹੁਤਾ ਲੱਗਦਾ ਜ਼ਿੰਦਗੀ ਵਿੱਚ, ਤੇ ਇਹ ਸ਼ਬਦ ਦਾ ਫਿਰ ਜਾਪ ਕਰਿਆ ਕਰਨ ਬਾਰ-ਬਾਰ। I think it will make a difference, ਤੇ ਨੋਟਿਸ ਕਰੋਗੇ ਪਹਿਲੀ ਸੁੜੀ ਜਦੋਂ ਮੈਂ ਹਿਲਾਉਂਦਾ ਹੈ ਤੇ ਮੇਰਾ ਤੁਸੀਂ ਇਹ ਦੇਖ ਸਕਦੇ ਹੋ। ਹਾਂ, ਇਹ ਨੋਟਿਸ ਕਰੋਗੇ ਕਿ ਇੱਕ ਡਰ, ਇਹ ਡਰ ਆਇਆ ਵਰਡ, ਹਾਂਜੀ। ਤੇ ਕਈ ਵਾਰੀ ਰਾਰੇ ਨੂੰ ਸਿਹਾਰੀ ਵਾਲਾ ਵੀ ਡਰ ਆਇਆ, ਤੇ ਕਈ ਵਾਰੀ ਔਂਕੜ ਵਾਲਾ ਵੀ ਆਇਆ ਹੈ। ਫਿਰ ਦੇਖੋਗੇ ਘਰ ਦੇ ਵੀ ਦੋ ਸਪੈਲਿੰਗ ਆਏ ਹਨ, ਇੱਕ ਔਂਕੜ ਵਾਲਾ ਆਇਆ ਹੈ, ਇੱਕ ਸਿਹਾਰੀ ਵਾਲਾ ਆਇਆ ਹੈ ਵਰਡ, ਹਾਂਜੀ। If somebody can, I think somebody is watching TV or something, while I'm speaking about Gurbani. That's the reason I always say कि जिन्हां दे कैमरे और
ਮਿਊਟਡ ਹੁੰਦੇ ਨੇ ਦੋਨੋਂ, ਵੀ ਡੋਂਟ ਨੋ ਵਾਟ ਦੇ ਆਰ ਡੂਇੰਗ। ਕਲਾਸਰੂਮ ਤੇ ਕੋਈ ਨਹੀਂ ਕਰ ਸਕਦਾ, ਕਿਸੇ ਦੀ ਜ਼ਰੂਰਤ ਨਹੀਂ ਹੈ, ਬਾਣੀ ਦੀ ਡਿਸਕਸ਼ਨ ਹੋ ਰਹੀ ਹੋਵੇ ਤੇ ਇਤਨੀ ਬੇਦਬੀ ਹੋਵੇ, ਪਰ ਜਿਹੜੇ ਜਿਹੜੇ ਕਰਦੇ ਹਨ ਉਹ ਬਾਣੀ ਦਾ ਸਤਿਕਾਰ ਨਹੀਂ ਕਰਦੇ। ਆਈ ਫੀਲ ਵੈਰੀ ਬੈਡ ਦੋ ਕਿ ਗੁਰਬਾਣੀ ਦਾ ਸਤਿਕਾਰ ਨਹੀਂ ਹੈ, ਉਹਨਾਂ ਨੂੰ ਨਹੀਂ ਦੇਖਣਾ ਚਾਹੀਦਾ। ਦੇ ਸ਼ੁੱਡ ਨਾਟ ਸਾਈਨ ਔਨ ਇਫ ਯੂ ਡੋਂਟ ਹੈਵ ਐਨ ਆਵਰ ਟੂ ਲਿਸਨ, ਘਰ ਡਰ, ਡਰ ਘਰ ਤੇ ਘਰ ਡਰ, ਤੇ ਫਿਰ ਦੇਖੋਗੇ ਵਰਡ ਆਇਨ ਕਿ ਡਰ ਡਰ ਜਾਏ, ਤੇ ਡਰ ਘਰ, ਡਰ ਦੇ ਰਾਰੇ ਨੂੰ ਸਿਹਾਰੀ ਹੈ, ਡਰ ਵਿੱਚ, ਪ੍ਰਮਾਤਮਾ ਦੇ ਭੈ ਵਿੱਚ, ਪ੍ਰਮਾਤਮਾ ਦੀ ਹਜ਼ੂਰੀ ਵਿੱਚ। ਤੇ ਘਰ ਮਤਲਬ ਇੱਕ ਘਰ, ਜਿਹੜਾ ਘਰ ਇੱਥੇ ਮਤਲਬ ਆਇਆ ਹਿਰਦਾ, ਤੁਹਾਡਾ ਦਿਲ, ਤੁਹਾਡਾ ਦਿਲ, ਤੁਹਾਡਾ ਹਿਰਦਾ। ਤੇ ਇਸ ਘਰ ਵਿੱਚ, ਤੇ ਇੱਥੇ ਦੇਖੋ ਇੱਥੇ ਸਪੈਲਿੰਗ ਉਲਟੇ ਹੋ ਗਏ ਨੇ, ਇੱਥੇ ਡਰ ਦੇ ਰਾਰੇ ਨੂੰ ਸਿਹਾਰੀ ਤੇ ਡਰ ਦੇ ਰਾਰੇ ਨੂੰ ਔਕੜ ਹੋ ਗਿਆ, ਇੱਥੇ ਘਰ ਦੇ ਰਾਰੇ ਨੂੰ ਔਕੜ ਹੈ, ਇੱਥੇ ਘਰ ਦੇ ਰਾਰੇ ਨੂੰ ਸਿਹਾਰੀ ਹੋ ਗਈ ਹੈ। ਡੀਪਰ ਐਂਡ ਮੀਨਿੰਗ ਬੜੇ ਇਹਨਾਂ ਲਾਈਨਾਂ ਦੇ। ਡਰ ਘਰ, ਘਰ ਡਰ, ਮਨ ਕਿ ਜਿਸ ਘਰ ਵਿੱਚ ਪ੍ਰਮਾਤਮਾ ਦੇ ਡਰ ਦੁਆਰਾ, ਜਿਸ ਘਰ ਵਿੱਚ ਪ੍ਰਮਾਤਮਾ ਦੇ ਡਰ ਦੁਆਰਾ ਉਹਨਾਂ ਘਰਾਂ ਵਿੱਚ ਪ੍ਰਮਾਤਮਾ ਦਾ ਡਰ ਆ ਜਾਵੇ, ਜਾਂ ਪ੍ਰਮਾਤਮਾ ਦਾ ਡਿਸਪਲਿਨ ਆ ਜਾਵੇ, ਜਾਂ ਪ੍ਰਮਾਤਮਾ ਦਾ ਮਰਿਆਦਾ ਆ ਜਾਵੇ, ਹਜ਼ੂਰੀ ਆ ਜਾਵੇ, ਜਦੋਂ ਉਸ ਘਰ ਵਿੱਚ, ਇਸ ਘਰ ਵਿੱਚ, ਘਰ ਦੇ ਰਾਰੇ ਸਿਹਾਰੀ, ਉਸ ਘਰ ਵਿੱਚ ਜਦੋਂ ਪਰਮਾਤਮਾ ਦੀ ਹਜ਼ੂਰੀ ਆ ਜਾਵੇ, ਤੇ ਫਿਰ ਉਸ ਡਰ ਦੁਆਰਾ, ਉਸ ਪਰਮਾਤਮਾ ਦੇ ਮਰਿਆਦਾ ਦੁਆਰਾ ਸਾਰੇ ਦੇ ਸਾਰੇ ਉਹ ਡਰ ਜਾਏ, ਉਹ ਡਰ ਚਲੇ ਜਾਂਦੇ ਹਨ ਸਾਰੇ। ਇੱਕ ਉਹਨਾਂ ਘਰਾਂ ਵਿੱਚ, ਉਹਨਾਂ ਹਿਰਦਿਆਂ ਦੇ ਵਿੱਚ, ਜਿਨ੍ਹਾਂ ਵਿੱਚ ਪਰਮਾਤਮਾ ਦਾ ਡਿਸਪਲਿਨ, ਜਾਂ ਪਰਮਾਤਮਾ ਦੀ ਮਰਿਆਦਾ, ਜਾਂ ਗੁਰੂ ਘਰ ਦੀ ਮਰਿਆਦਾ, ਜਾਂ ਜਿਹੜਾ ਹਜ਼ੂਰੀ ਵਾਲਾ ਜੀਵਨ ਜਿਨ੍ਹਾਂ ਹਿਰਦਿਆਂ ਦੇ ਅੰਦਰ ਹੈ, ਜਿਨ੍ਹਾਂ ਦੇ ਅੰਦਰ ਉਹ ਘਰ ਡਰ, ਮਨੇ ਕਿ ਘਰ ਦੇ ਉਸ ਡਰ ਦੀ ਵਜ੍ਹਾ ਨਾਲ, ਉਹਨਾਂ ਘਰਾਂ ਦੇ ਵਿੱਚ ਉਸ ਡਰ ਨਾਲ ਸਾਰੇ ਦੇ ਸਾਰੇ ਡਰ ਉਸ ਡਰ ਦੇ ਨਾਲ ਚਲੇ ਜਾਂਦੇ ਹਨ। ਭਾਵ ਜੇ ਪ੍ਰਮਾਤਮਾ ਦੇ ਬਹੁਤ ਨੇੜੇ ਹੋ ਜਾਏ ਬੰਦਾ, ਜਦੋਂ ਪ੍ਰਮਾਤਮਾ ਦੇ ਨੇੜੇ ਹੋ ਜਾਏ ਬੰਦਾ, ਜਦੋਂ ਉਹ ਰੱਬੀ ਡਰ ਅੰਦਰ ਆ ਜਾਵੇ, ਰੱਬੀ ਡਿਸਪਲਿਨ ਅੰਦਰ ਆ ਜਾਵੇ, ਜਦੋਂ ਹਜ਼ੂਰੀ ਵਾਲਾ ਜੀਵਨ ਬਹੁਤ ਜ਼ਿਆਦਾ ਹੋ ਜਾਵੇ, ਤੇ ਫਿਰ ਕਿਸੇ ਚੀਜ਼ ਤੋਂ ਬੰਦਾ ਡਰਦਾ ਨਹੀਂ, ਉਹ ਫਿਰ ਡਰ ਨਹੀਂ ਰਹਿੰਦਾ। ਤੇ ਉਹਨਾਂ ਕੋਲ ਪੁੱਛ ਲਓ, ਜਿਹੜੇ ਵੱਡੇ ਤੋਂ ਵੱਡੀਆਂ ਚੀਜ਼ਾਂ ਉਹਨਾਂ ਦੇ ਸਾਹਮਣੇ ਵਾਪਰੀਆਂ ਤੇ ਡਰੇ ਨਹੀਂ। ਇਹ ਹੁਣੇ ਕਲਗੀਧਰ ਚਮਤਕਾਰ ਵਿੱਚ ਚੈਪਟਰ ਚੱਲਦਾ ਪਿਆ ਚਮਕੌਰ ਦੀ ਲੜਾਈ ਦਾ, ਤੇ 40 ਸਿੰਘ ਅੰਦਰ ਹਨ, ਮਹਾਰਾਜ ਨੂੰ ਮਿਲਾ ਕੇ 40 ਸਿੰਘ ਹਨ ਅੰਦਰ, ਤੇ 40 ਸਿੰਘ ਹਨ, ਤੇ ਬਾਹਰ 10 ਲੱਖ ਦਾ ਘੇਰਾ ਹੈ, ਤੇ ਅਗਲੋਂ ਕੋਈ ਡਰਿਆ ਹੋਵੇ ਅੰਦਰ, ਕੋਈ ਬੈਠ ਕੇ ਕਿਸੇ ਅੰਦਰ ਕੋਈ ਡਰ ਪੈਦਾ ਹੋਇਆ ਹੋਵੇ। ਮਹਾਰਾਜ ਨੇ ਇੰਨੀਆਂ ਉਦਾਸੀਆਂ ਲਿੱਤੀਆਂ, ਜੰਗਲਾਂ, 20 ਬਾਣ ਜੰਗਲਾਂ ਵਿੱਚੋਂ ਰਾਤੀ ਗੁਜ਼ਰੇ, ਨਾ ਕੋਈ ਪੈਸੇ ਕੋਈ ਨਾਲ, ਨਾ ਕੋਈ GPS ਨਹੀਂ, ਕੋਈ ਸੈਲਫੋਨ ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ। ਤੇ ਉਹਨਾਂ ਕੋਲ ਪੁੱਛੋ ਵੀ ਤੁਸੀਂ ਰਾਤੀ ਇਹਨਾਂ ਜੰਗਲਾਂ ਚੋਂ ਗੁਜ਼ਰੇ ਹੋ, ਇਤਨਾ ਕੁਝ ਕੀਤਾ ਹੈ, ਤੁਹਾਨੂੰ ਡਰ ਨਹੀਂ ਲੱਗਿਆ? ਮਹਾਰਾਜ, ਸਾਨੂੰ ਤੇ ਛੋਟੀ ਛੋਟੀ ਚੀਜ਼ ਤੇ ਡਰ ਲੱਗ ਜਾਂਦੀ, ਘਰੋਂ ਬਾਹਰ ਨਹੀਂ ਨਿਕਲਦੇ ਡਰ ਮਾਰੇ, ਤੁਸੀਂ ਨਿਕਲੇ ਹੋ। ਕਿਉਂਕਿ ਜਿਹੜੇ ਹਜ਼ੂਰੀ ਵਾਲੇ ਹੁੰਦੇ ਨੇ, ਉਹਨੂੰ ਡਰਦੇ ਨਹੀਂ ਕਿਸੇ ਤੋਂ। ਇਸੇ ਵਾਸਤੇ ਨੈਕਸਟ ਲਾਈਨ ਦੇਖੋਗੇ, ਸੋ ਡਰ ਕੇ ਹਾ ਜਿਤ ਡਰ ਡਰ ਪਾਏ, ਵੀ ਉਹ ਅਗਰ ਉਹ ਡਿਸਪਲਿਨ ਕਿਸੇ ਚ ਆ ਜਾਏ, ਜਿਤ ਡਰ ਡਰ ਪਾਏ, ਉਹ ਡਰ ਜਿਸ ਦੇ ਵਿੱਚ ਪ੍ਰਮਾਤਮਾ ਦਾ ਉਹ ਡਰ ਆ ਜਾਵੇ, ਜਾਂ ਨਿਰਮਲ ਭਾਵ ਆ ਜਾਵੇ, ਫਿਰ ਉਹ ਦੂਸਰੇ ਡਰ ਨੂੰ ਕਿਉਂ ਪਾਏ ਹੋ, ਕਿਉਂ ਡਰੇ ਹੋ ਦੂਸਰੇ ਡਰ ਤੋਂ? ਸੋ ਡਰ ਕੇ ਆ, ਉਹ ਕਿਹੜਾ ਡਰ ਹੈ ਜਿਹੜਾ ਉਹ ਕਿਹੜਾ ਡਰ ਹੋਇਆ ਜਦੋਂ ਹਜ਼ੂਰੀ ਵਿੱਚ ਰਹਿ ਕੇ ਵੀ ਤੇ ਦੂਸਰਾ ਡਰ ਤੁਹਾਨੂੰ ਸਤਾਏ? ਭਾਵ ਕਦੀ ਨਹੀਂ ਸਤਾਏਗਾ ਡਰ, ਉਹ ਤੁਹਾਨੂੰ ਕਿਸੇ ਚੀਜ਼ ਦੇ ਭ੍ਰਮ ਖੋਟੇ ਪਏ ਤੁਹਾਨੂੰ ਸਤਾਣਗੇ ਨਹੀਂ ਤੁਹਾਨੂੰ, ਜਿਹਦੇ ਵਿੱਚ ਡਰ ਘਰ ਡਰ ਜਾਏ, ਸੋ ਡਰ ਕਿਹਾ ਜਿਤ ਡਰ ਡਰ ਪਾਏ ਹੈ। ਡਰ ਪਾਏ ਮਨੇ ਜਿਤ ਡਰ ਪਾਏ, ਜਿਸ ਪ੍ਰਮਾਤਮਾ ਦੇ ਡਰ ਵਿੱਚ, ਜਿਸ ਨਿਰਮਲ ਭਾਵ ਨਾਲ, ਜਿਹੜੇ ਫਿਰ ਦੱਸੋ ਵੀ ਇਹ ਡਰ ਕਿੱਥੋਂ ਪਾਏਗਾ? ਨਹੀਂ ਪਾ ਸਕਦਾ, ਵਿਅੰਗ ਹੈ ਇੱਥੇ। ਕਿਉਂ? ਮਹਾਰਾਜ ਅਗਲੀ ਜਵਾਬ ਦੇ ਦੇਣ ਕਿ ਤੁਧ ਬਿਨ ਦੂਜੀ ਨਾ ਹੀ ਚਾਹੇ, ਤੇਰੇ ਤੋਂ ਬਿਨਾਂ ਤੇ ਕੋਈ ਹੈ ਹੀ ਨਹੀਂ ਕੋਈ ਹੋਰ, ਤੇ ਡਰੀਏ ਕਿਸ ਤੋਂ? ਕਿਉਂ ਡਰੇ ਕਿਸ ਤੋਂ? ਕਰਨ ਕਰਾਉਣ ਵਾਲਾ ਤੇ ਤੂੰ ਹੈ, ਦੇਣ ਵਾਲਾ ਤੂੰ ਹੈ, ਕਰਨ ਕਰਾਉਣ ਵਾਲਾ ਤੂੰ ਹੈ, ਫਿਰ ਡਰੇ ਕਿਉਂ ਬੰਦਾ ਕਿਸੇ ਤੋਂ? ਕਿਉਂ ਖੋਟੇ ਡਰ ਮਨ ਵਿੱਚ ਰੱਖੇ? ਕਿਉਂ? ਕਿਉਂਕਿ ਜੋ ਕੁਛ ਵਰਤਾ ਹੈ ਸਭ ਤੇਰੀ ਰਜਾਏ, ਤੇਰੀ ਰਜ਼ਾ ਨਾਲ ਹੋ ਰਿਹਾ ਸਾਰਾ, ਤੇਰੀ ਮਰਜ਼ੀ ਨਾਲ ਹੋ ਰਿਹਾ ਸਾਰਾ, ਫਿਰ ਕਿਉਂ ਡਰੇ ਬੰਦਾ? ਫਿਰ ਅਗਲੇ ਡਰੇ ਨਹੀਂ, ਫਿਰ ਅਗਲੇ ਨੇ ਸੀਸ ਕਟਾ ਲਿੱਤੇ ਲੇਕਿਨ ਆਪਣਾ ਈਮਾਨ ਨਹੀਂ ਵੇਚਿਆ, ਨਹੀਂ ਡਰੇ, ਸੋ ਚਖਣੀਆਂ ਤੇ ਚੜ ਕੇ ਨਹੀਂ ਡਰੇ, ਹੈ ਜੀ।
ਵੱਡੇ ਘੱਲੂਘਾਰੇ ਵਿੱਚ ਅੱਧੀ ਕੌਮ ਸ਼ਹੀਦ ਹੋ ਗਈ, ਨਹੀਂ ਡਰੇ, ਅਗਲੇ ਦਿਨ ਫਿਰ ਉਹੀ ਉਂਝੇ ਦੇ ਉਂਝੇ ਹੀ ਰਹੇ। ਕਿਉਂ? ਹਜ਼ੂਰੀ ਵਾਲੇ ਹਨ। ਤੇ ਅਗਲੀ ਲਾਈਨ ਚ ਅੱਗੇ ਹੁਣ ਵੀ ਨਾ ਕਲੈਰਿਟੀ ਹੋਵੇ ਤੇ ਅਗਲੀ ਲਾਈਨ ਤੇ ਬਿਲਕੁਲ ਹੀ ਕਲੈਰਿਟੀ ਹੈ। ਕਹਿੰਦੇ ਹਨ ਡਰੀਏ ਜੇ ਡਰ ਹੋਵੇ ਹੋਰ, ਤਾਂ ਡਰੇ ਬੰਦਾ ਜੇ ਕੋਈ ਦੂਸਰਾ ਬੰਦਾ ਡਰ ਦੇਣ ਵਾਲਾ ਹੋਵੇ। ਦੂਸਰਾ ਤੇ ਕੋਈ ਹੈ ਹੀ ਨਹੀਂ ਡਰ ਦੇਣ ਵਾਲਾ। ਡਰ ਤੇ ਪ੍ਰਮਾਤਮਾ, ਸਭ ਕੁਝ ਤੇ ਉਹਦੇ ਹੁਕਮ ਚ ਹੋ ਰਿਹਾ ਸਾਰਾ। ਫਿਰ ਕਿਉਂ ਡਰੇ ਬੰਦਾ ਕਿਸੇ ਕੋਲੋਂ? ਤੇ ਜੇ ਫਿਰ ਵੀ ਡਰੇ, ਨਾ ਆਵੇ ਕਾਬੂ ਚ ਮਨ, ਤੇ ਕਹਿੰਦੇ ਨੇ ਫਿਰ ਇਹ ਡਰਨਾ ਮਨ ਕਾ ਸੋਰ, ਇਹ ਮਨ ਦੀ ਅਵਸਥਾ ਹੈ ਤੁਹਾਡੀ। ਇਹ ਡਰ ਨਹੀਂ ਹੈ ਤੁਹਾਡੀ ਕੋਈ। ਡਰ is not a single thing. Fear is not something that is there. Fear, you have created fear yourself, in your mind. So you have created fear from yourself in your mind because you are away from spirituality. ਤੁਸੀਂ ਜਦੋਂ ਗੁਰੂ ਦੀ ਮਰਿਆਦਾ ਤੋਂ ਅਲੱਗ ਹੋ ਕੇ ਅਲੱਗ ਟੁੱਟ ਜਾਂਦੇ ਹੋ, ਜਦੋਂ ਫਿਰ ਉਹ ਡਰ ਤੁਹਾਡੇ ਅੰਦਰ ਜਿਹੜਾ ਸਟਰੋਂਗ ਹੋਣੇ ਸ਼ੁਰੂ ਹੋ ਜਾਂਦੇ। ਡਰਨਾ ਮਨ ਕਾ ਸੋਰ, ਇਹ ਮਨ ਦਾ ਸੋਰ ਹੈ। ਭਾਵ ਇਹ ਤੁਸੀਂ ਸੈਲਫ ਕ੍ਰੀਏਟ ਕੀਤਾ ਹੋਇਆ ਹੈ। ਕਿਉਂਕਿ ਮਹਾਰਾਜ ਅੱਗੇ ਸਮਝਾਉਂਦੇ ਹਨ, ਅੱਗੇ ਇਸ ਡੀਟੇਲ ਵਿੱਚ, ਅੱਗੇ ਇਸ ਸ਼ਬਦ ਵਿੱਚ, ਕਿ ਨਾ ਜਿਉ ਮਰੇ ਨਾ ਡੂਬੇ ਤਰੇ, ਜਿਨ ਕਿਛ ਕੀਆ ਸੋ ਕਿਛ ਕਰੇ। ਨਾ ਜਿਉ ਮਰੇ, ਨਾ ਕੋਈ ਆਪਣੀ ਮਰਜ਼ੀ ਨਾਲ ਮਰਦਾ ਹੈ। ਤੁਹਾਡੇ ਤੁਸੀਂ ਡਰਨ ਨਾਲ ਨਾ ਡਰਨ ਨਾਲ ਤੁਹਾਡਾ ਐਂਡ ਜਿਹੜਾ ਲਿਖਿਆ ਹੈ ਤੁਹਾਡਾ ਉਹਦੇ ਹੁਕਮ 'ਚ ਐਂਡ ਹੈ ਤੁਹਾਡਾ ਮਰੇ। ਨਾ ਕੋਈ ਡੁੱਬਦਾ ਹੈ, ਭਾਵ ਨਾ ਕੋਈ ਕਿਤੇ ਕੋਈ ਟਰਬਲ 'ਚ ਪੈਂਦਾ ਹੈ, ਨਾ ਕੋਈ ਤਰੇ ਨਾ ਕੋਈ ਤਰਦਾ ਹੈ। ਡੁੱਬਣਾ, ਤਰਨਾ ਤੇ ਮਰਨਾ ਉਹਦੇ ਹੱਥ ਵਿੱਚ ਹੈ, ਤੁਹਾਡੇ ਹੱਥ ਵਿੱਚ ਨਹੀਂ ਹੈ। ਜਿਨ ਕਿਛ ਕੀਆ ਸੋ ਕਿਛ ਕਰਿਆ, ਜਿਹਦੇ ਹੱਥ ਵਿੱਚ, ਜਿਨੇ ਸਭ ਕੁਝ ਬਣਾਇਆ ਹੈ ਉਹਦੇ ਹੱਥ ਵਿੱਚ ਹੈ ਸਾਰਾ। ਤੇ ਫਿਰ ਕਿਉਂ ਡਰੇ ਬੰਦਾ ਕਿਸੇ ਕੋਲੋਂ? ਅਗਲੀ ਲਾਈਨ 'ਚ ਹੋਰ ਕਲੈਰਿਟੀ ਹੈ, ਹੁਕਮੇ ਆਵੇ ਹੁਕਮੇ ਜਾਏ। ਹੁਕਮ ਨਾਲ ਆਉਂਦਾ ਹੈ, ਉਹਦੇ ਹੁਕਮ ਨਾਲ ਚਲਾ ਜਾਂਦਾ ਹੈ। ਆਣੇ ਜਾਣੇ 'ਚ ਤੁਹਾਡਾ ਕੋਈ ਕੰਟਰੋਲ ਨਹੀਂ ਹੈ। ਤੇ ਆਗੇ ਪਾਛੇ ਹੁਕਮ ਸਮਾਏ, ਨਾਮ ਹਰ ਜਗ੍ਹਾ ਹੈ, ਪਹਿਲੇ ਡਿਸਕਸ ਕਰ ਆਏ ਹਾਂ। ਉਹ ਹਰ ਜਗ੍ਹਾ ਉਹਦਾ ਨਾਮ ਹੈ, ਉਹਦਾ ਹਰ ਜਗ੍ਹਾ ਉਹਦੀ ਪਹੁੰਚ ਹੈ, ਨਾਮ ਦੀ ਪਹੁੰਚ ਹਰ ਜਗ੍ਹਾ ਹੈ, ਉਹਦਾ ਹੁਕਮ ਹਰ ਜਗ੍ਹਾ ਸਮਾ ਰਿਹਾ ਹੈ। ਪਰ ਜਿਨ੍ਹਾਂ ਵਿੱਚ ਰੱਬੀ ਡਰ ਨਹੀਂ ਹੈ, ਉਹਨਾਂ ਦੀ ਐਗਜ਼ਾਮਪਲ ਦਿੰਦੇ ਹਨ। ਜਿਨ੍ਹਾਂ ਵਿੱਚ ਰੱਬੀ ਭੈ ਨਹੀਂ ਹੈ, ਜਿਨ੍ਹਾਂ ਵਿੱਚ ਰੱਬੀ ਨੂਰ ਨਹੀਂ ਹੈ, ਜਿਨ੍ਹਾਂ ਵਿੱਚ ਰੱਬੀ ਮਰਿਆਦਾ ਅੰਦਰ ਨਹੀਂ ਚਲਦੀ ਜਿਨ੍ਹਾਂ ਦੇ, ਉਹਨਾਂ ਦਾ ਵਿਚਾਰਿਆਂ ਦਾ ਹਾਲ ਬਹੁਤ ਬੁਰਾ ਹੈ। ਉਹਨਾਂ ਦਾ ਹਾਲ ਇਹ ਹੈ ਕਿ ਹੰਸ ਹੇਤ ਆਸਾ ਅਸਮਾਨ, ਤਿਸ ਵਿੱਚ ਭੂਖ ਬਹੁਤ ਹੈ ਸਾਨ। ਹੰਸ ਕਹਿੰਦੇ ਹਨ ਹਿੰਸਾ ਨੂੰ, ਹਿੰਸਾ ਹੁੰਦੀ ਹੈ, ਮਾਰਨਾ ਕੁੱਟਣਾ ਕਿਸੇ ਨੂੰ। ਹੇਤ ਕਹਿੰਦੇ ਹਨ ਮੋਹ ਨੂੰ, ਅਟਰੈਕਸ਼ਨ ਨੂੰ, ਦੁਨਿਆਵੀ ਅਟਰੈਕਸ਼ਨ ਨੂੰ, ਚਾਹੇ ਉਹ ਵਾਈਫ ਹੋਏ, ਚਾਹੇ ਹਸਬੈਂਡ ਹੋਏ, ਚਾਹੇ ਪੈਸੇ ਦੇ ਪਿਆਰ 'ਚ ਹੋਏ। ਹਾਂਜੀ, ਆਸਾ ਤ੍ਰਿਸ਼ਨਾ, ਚੀਜ਼ਾਂ ਲੈਣੀਆਂ, ਹੋਰ ਭੁੱਖ, ਚੀਜ਼ਾਂ, ਦੁਨਿਆਵੀ ਚੀਜ਼ਾਂ ਦੀ ਭੁੱਖ। ਤੇ ਅਸਮਾਨ ਕਹਿੰਦੇ ਹਨ ਸਕਾਈ ਨੂੰ। ਤੇ ਆਸਾ ਅਸਮਾਨ, ਮਤਲਬ ਆਸਾ ਇਤਨੀ ਅਸਮਾਨ ਵਾਂਗੂ ਐਂਡਲੈਸ ਹੈ, ਮਤਲਬ ਕਿ ਉਹਦੀਆਂ ਡਿਮਾਂਡਸ ਤੇ ਐਂਡਲੈਸ ਹੈ ਉਹਦੀ ਭੁੱਖ। ਮਨੇ ਇੱਕ ਚੀਜ਼ ਰੱਖੇ ਤੇ 10 ਚੀਜ਼ਾਂ ਦੀ ਹੋਰ ਡਿਮਾਂਡ ਹੈਗੇ, ਤੇ 10 ਆ ਜਾਣ ਤੇ 1000 ਦੀ ਹੋਰ ਡਿਮਾਂਡ ਹੈ। ਮਨੇ ਕਦੀ ਰਜਿਆ ਨਹੀਂ ਜਿਹੜਾ ਬੰਦਾ ਹੋਵੇ। ਤਿਸ ਵਿੱਚ ਭੂਖ ਬਹੁਤ ਹੈ ਸਾਨ। ਸਾਨ ਕਹਿੰਦੇ ਹਨ ਨਦੀ ਨੂੰ। ਤੇ ਦਰਿਆ ਜਿਸ ਤਰ੍ਹਾਂ ਵਗਦੇ ਹਨ ਨਾ, ਮਨੋਂ ਹਮੇਸ਼ਾ ਚਲਦੀ ਰਹਿੰਦੀ ਹੈ ਨਦੀ, ਜਦ ਤੱਕ ਉਹ ਸਮੁੰਦਰ 'ਚ ਮਿਲੇ ਨਾ, ਤੇ ਉਹ ਕਦੀ ਵੀ ਰੁਕਦੀ ਨਹੀਂ ਇੱਕ ਜਗ੍ਹਾ ਵੀ, ਮਤਲਬ ਕਿ ਠਹਿਰਦੀ ਨਹੀਂ ਇੱਕ ਜਗ੍ਹਾ ਵੀ। ਤਿਸ ਵਿੱਚ ਭੁੱਖ ਬਹੁਤ ਹੈ ਸਾਨ, ਜਿਨ੍ਹਾਂ ਵਿੱਚ ਹੰਸੇਤ ਆਸਾ ਅਸਮਾਨ ਵਰਗੀ ਹੋਵੇ, ਤਾਂ ਉਹਨਾਂ ਵਿੱਚ ਭੁੱਖ ਇਹੋ ਜਿਹੀ ਹੁੰਦੀ ਹੈ, ਉਹ ਕਦੀ ਮਿਟਦੀ ਨਹੀਂ ਭੁੱਖ ਉਹਨਾਂ ਦੀ, ਉਹ ਹਮੇਸ਼ਾ ਨਦੀ ਵਾਂਗੂ ਚਲਦੀ ਰਹਿੰਦੀ ਹੈ। ਤੇ ਇਹਨਾਂ ਬੰਦਿਆਂ ਦਾ ਕੁਝ ਨਹੀਂ ਹੋ ਸਕਦਾ। ਇਹਨਾਂ ਬੰਦਿਆਂ ਦਾ ਬਹੁਤ ਮੁਸ਼ਕਿਲ ਹੈ, ਜਿਨ੍ਹਾਂ ਨੇ ਜਿਹੜੇ ਰੱਬੀ ਮਰਿਆਦਾ ਤੋਂ ਦੂਰ ਰਹਿੰਦੇ ਹਨ, ਜਿਹੜੇ ਹਜ਼ੂਰੀ ਵਾਲਾ ਜੀਵਨ ਜਿਨ੍ਹਾਂ ਦਾ ਨਹੀਂ ਹੈ। ਨਹੀਂ ਤੇ ਮਹਾਰਾਜ ਕਹਿੰਦੇ ਹਨ ਜਿਨ੍ਹਾਂ ਦਾ ਹੋ ਜਾਂਦਾ ਹੈ ਨਾ, ਜਿਨ੍ਹਾਂ ਦਾ ਭਉ ਖਾਣਾ ਪੀਣਾ ਆਧਾਰ, ਵਿਣ ਖਾਦੇ ਮਰ ਹੋਏ ਗਵਾਰ। ਜਿਨ੍ਹਾਂ ਦਾ ਭਉ, ਜਿਨ੍ਹਾਂ ਦਾ ਰੱਬੀ ਡਰ, ਜਿਨ੍ਹਾਂ ਦਾ ਰੱਬੀ ਡਿਸਪਲਿਨ, ਜਾਂ ਜਿਨ੍ਹਾਂ ਦਾ ਇਹ ਨਿਰਮਲ ਭਉ ਜਿਨ੍ਹਾਂ ਦਾ ਆਧਾਰ ਬਣ ਜਾਂਦਾ ਹੈ। ਜਿਸ ਤਰ੍ਹਾਂ ਖਾਣਾ ਪੀਣਾ ਕਿਸੇ ਬੰਦੇ ਦਾ ਆਧਾਰ ਹੁੰਦਾ ਹੈ। when you eat or drink, that gives you nourishment, right? ਉਸ ਨਰਿਸ਼ਮੈਂਟ ਦੇ ਹਿਸਾਬ ਨਾਲ ਬਾਡੀ ਜਿੰਦਾ ਰਹਿੰਦੀ ਹੈ। ਤੇ ਕਈਆਂ ਨੂੰ ਸਿਮਰਨ ਵਾਲੀ ਨਰਿਸ਼ਮੈਂਟ ਚਾਹੀਦੀ ਹੈ, ਕਈਆਂ ਨੂੰ ਫਿਰ ਉਹ, ਕਈ ਵਿਚਾਰੇ ਹਜ਼ੂਰੀ ਵਿੱਚ, ਹਜ਼ੂਰੀ ਵਾਲਾ ਜੀਵਨ ਉਹਨਾਂ ਦੀ ਨਰਿਸ਼ਮੈਂਟ ਹੈ, ਬਾਣੀ ਨਰਿਸ਼ਮੈਂਟ ਹੈ, ਕੀਰਤਨ ਜਿਨ੍ਹਾਂ ਦਾ ਨਰਿਸ਼ਮੈਂਟ ਹੈ, ਜਿਨ੍ਹਾਂ ਦਾ ਸੇਵਾ ਜਿਨ੍ਹਾਂ ਦੀ ਨਰਿਸ਼ਮੈਂਟ ਹੈ, ਅੰਦਰੋਂ ਖਾਣਾ ਪੀਣਾ ਦਾ ਆਧਾਰ ਹੈ। ਜਿਨ੍ਹਾਂ ਦਾ ਭਉ ਖਾਣਾ ਪੀਣਾ ਆਧਾਰ ਬਣ ਜਾਵੇ ਜਿਨ੍ਹਾਂ ਦਾ, ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਤੇ ਜਿਹੜੇ ਨਹੀਂ ਕਰਦੇ, ਵਿਣ ਖਾਦੇ ਮਰ ਹੋਏ ਗਵਾਰ, ਜਿਹੜੇ ਨਹੀਂ ਕਰਦੇ ਫਿਰ ਉਹ ਖੱਪ ਖੱਪ ਕੇ ਮਰ ਕੇ ਗਵਾਰ ਜਿਹੜੇ ਹਨ, ਨਾ ਸਮਝ ਹੋ ਕੇ ਦੁਨੀਆ ਤੋਂ ਚਲੇ ਜਾਂਦੇ ਹਨ। ਤੇ ਮਹਾਰਾਜ ਕਹਿੰਦੇ ਹਨ ਮੇਰਾ ਤੇ ਤੁਹਾਡੇ ਸਿਵਾ ਹੋਰ ਕੋਈ ਨਹੀਂ ਹੈ, ਮੇਰੇ ਦਾਤਾ ਮੇਰੇ ਤੇ ਕਿਰਪਾ ਕਰੋ। ਜਿਸ ਕਾ ਕੋਏ ਮੇਰਾ ਕੌਣ ਹੈ, ਮੇਰਾ ਕੋਈ ਵੀ ਨਹੀਂ ਹੋਰ ਤੁਹਾਡੇ ਸਿਵਾਏ।
ਮੈਂ ਕਿਸੇ ਤੇ ਡਿਪੈਂਡ ਨਹੀਂ ਕਰਦਾ ਤੁਹਾਡੇ ਸਿਵਾਏ, ਤੁਸੀਂ ਮੇਰੇ ਨਾਲ ਹੋ, ਤੁਹਾਡਾ ਨਿਰਮਲ ਭਉ ਮੇਰੇ ਨਾਲ ਹੈ, ਜਿਹਦਾ ਕੋਈ ਨਾ ਹੋਵੇ ਉਹਦਾ ਕੋਈ ਕੌਣ ਹੋ ਸਕਦਾ ਹੈ, ਤੁਹਾਡੇ ਤੋਂ ਸਿਵਾਏ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ। ਸਭ ਕੋ ਤੇਰਾ ਤੂੰ ਸਭਨਾ ਕਾ ਸੋਏ, ਤੂੰ ਸਾਰਿਆਂ ਦਾ ਹੈ, ਚਾਹੇ ਤੈਨੂੰ ਪਿਆਰ ਕਰਨ ਨਾ ਕਰਨ ਤਾਂ ਵੀ ਤੂੰ ਉਹਨਾਂ ਦੀ ਦੀਨਨ ਕੀ ਪ੍ਰਤਪਾਲ ਕਰੇ, ਤੁਸੀਂ ਤਾਂ ਵੀ ਉਹਨਾਂ ਦੀ ਪ੍ਰਤਪਾਲਨਾ ਕਰਦੇ ਹੋ। ਜਾਂ ਕਾ ਜੀ ਜੰਤ ਧਨ ਮਾਲ, ਨਾਨਕ ਆਖਣ ਬਿਖਮ ਵਿਚਾਰ। ਜਾਂ ਕਾ ਜੀ ਜੰਤ ਧਨ ਮਾਲ, ਜਿਨ੍ਹਾਂ ਦੇ ਸਾਰੇ ਜੀ ਜੰਤ, ਜਿਨ੍ਹਾਂ ਦੇ ਸਾਰੇ ਧਨ ਤੇ ਸਾਰੀਆਂ ਜਿਹੜੀਆਂ ਇਕੱਠੀਆਂ ਕੀਤੀਆਂ ਹੋਈਆਂ ਜਿਹੜੀਆਂ ਮਟੀਰੀਅਲ ਪੋਜੀਸ਼ਨ ਸੀ, ਜਿਨ੍ਹਾਂ ਦੇ ਜਿਹੜੇ ਕ੍ਰੀਏਟ ਕਰਨ, ਜਿਨ੍ਹਾਂ ਦੇ ਦਿੱਤਾ ਹੋਇਆ ਸਾਰਾ ਕੁਝ ਹੈ। हे ਨਾਨਕ, ਨਾਨਕ ਦੇ ਕੱਕਾ ਮੁਕਤਾ ਹੈ, ਦੇਖੋਗੇ ਇੱਥੇ ਸੰਬੋਧਨ ਵਿੱਚ ਹੈ ਨਾਨਕ, हे ਨਾਨਕ ਆਖਣ ਬਿਖਮ ਵਿਚਾਰ, ਇਹ ਵਿਚਾਰ ਜਿਹੜਾ ਉੱਪਰ ਹੋਇਆ ਹੈ, ਜਿਹੜਾ ਇਹ ਬਿਖਮ ਹੈ, ਔਖਾ ਹੈ ਸਮਝਣਾ। ਇਹ ਨਾਨਕ ਆਪੇ ਕਹਿੰਦੇ ਹਨ ਸ਼ਬਦ ਵਿੱਚ, ਗੁਰੂ ਨਾਨਕ ਦੇਵ ਜੀ, ਇਹ ਨਾਨਕ ਇਹ ਆਖਣਾ, ਇਹ ਬਿਖਮ ਵਿਚਾਰ, ਉਹਦਾ ਬਿਖਮ ਵਿਚਾਰ ਕਰਨਾ ਬੜਾ ਔਖਾ ਹੈ। ਇਹ ਬਿਖਮ ਹੈ ਵਿਚਾਰ ਉਹਦਾ, ਈਜ਼ੀ ਨਹੀਂ ਹੈ ਇਹ ਸ਼ਬਦ ਦੀ ਭਾਵਨਾ ਵੀ। ਤੇ I'm going to stop sharing the screen. ਇਹ ਸ਼ਬਦ ਗੁਰੂ ਨਾਨਕ ਚਮਤਕਾਰ ਚ ਆਇਆ, ਬੜੇ ਆਥਰ ਕੋਟ ਕਰਦੇ ਨੇ ਇਸ ਸ਼ਬਦ ਨੂੰ। So I got an idea from ਭਾਈ ਸਾਹਿਬ ਭਾਈ ਵੀਰ ਸਿੰਘ ਜੀ, of course, ਉਹਨਾਂ ਨੇ ਵੀ ਕੋਟ ਕੀਤਾ ਇਸ ਸ਼ਬਦ ਨੂੰ। So I thought I'll discuss this ਸ਼ਬਦ। ਕੰਪਲੈਕਸ ਹੈ ਸ਼ਬਦ ਥੋੜਾ ਜਿਹਾ, ਮਤਲਬ ਦੀ ਥਾਟ ਪ੍ਰੋਸੈਸ ਜਿਹੜੀ ਹੈ ਇੰਨੀ ਸਿੰਪਲਿਸਟਿਕ ਥਾਟ ਪ੍ਰੋਸੈਸ ਨਹੀਂ ਹੈ ਇਸ ਸ਼ਬਦ ਦੀ, ਪਰ ਜਿਹੜੀ ਜਿਸਟ ਆਫ ਦਾ ਮੈਟਰ ਇਹ ਹੈ ਕਿ ਜਿਤਨਾ ਜੀਵਨ ਹਜ਼ੂਰੀ ਵਾਲਾ ਹੋਏਗਾ, ਜਿਤਨਾ ਨਿਰਮਲ ਭਉ ਤੁਹਾਡੀ ਲਾਈਫ ਵਿੱਚ ਹੋਏਗਾ, ਉਹ ਇੰਨਾ ਈਜ਼ੀ ਨਹੀਂ ਹੈ ਕਰਨਾ, ਪ੍ਰੋਸੈਸ ਹੈ ਬੜਾ। ਇਹ ਨਹੀਂ ਹੈ ਵੀ ਇੱਕ ਦਿਨ ਸਵੇਰੇ ਉੱਠੇ ਤੇ ਸਵਿਚ ਆਨ ਕਰ ਲਿੱਤਾ ਤੇ ਅੱਜ ਜੀਵਨ ਹਜ਼ੂਰੀ ਵਾਲਾ ਹੋ ਗਿਆ। ਮੈਂ ਕਹਿੰਦਾ ਅਗਰ 24 ਘੰਟਿਆਂ ਦੇ ਵਿੱਚੋਂ 2 ਘੰਟੇ ਵੀ ਹਜ਼ੂਰੀ ਵਾਲੇ ਹੋਵਣ ਨਾ, ਅਗਰ, ਜਾਂ 1 ਘੰਟਾ ਵੀ ਹਜ਼ੂਰੀ ਵਾਲਾ ਹੋਵੇ ਕਦੇ, 1 ਘੰਟਾ ਤੁਸੀਂ ਪ੍ਰੋਮਿਸ ਕਰ ਲਓ ਕਿ ਐਕਸਰਸਾਈਜ਼ ਕਰਕੇ ਦੇਖੋ, ਇੰਨੀ ਈਜ਼ੀ ਨਹੀਂ ਹੈ ਵੀ ਐਕਸਰਸਾਈਜ਼, ਮੈਂ ਬੜੀ ਵਾਰੀ ਕਰਦਾ ਹੁੰਦਾ ਆਪਣੇ ਆਪ ਨਾਲ। ਤੁਸੀਂ ਸੋਚ ਲਓ ਕਿ ਅੱਜ 9 ਤੋਂ 10 ਵਿੱਚ ਮੈਂ ਹਜ਼ੂਰੀ ਚ ਰਹਿਣਾ ਹੈ, 8 ਤੋਂ 9 ਵਜੇ, ਜਾਂ ਪਾਠ ਕਰਦਿਆਂ ਟਾਈਮ ਹਜ਼ੂਰੀ ਚ ਰਹਿਣਾ ਹੈ, ਜਾਂ ਕੀਰਤਨ ਪ੍ਰੈਕਟਿਸ ਕਰਦਿਆਂ ਟਾਈਮ ਹਜ਼ੂਰੀ ਚ ਰਹਿਣਾ ਮੈਨੂੰ, ਤੇ ਤੁਹਾਡੀ ਲਾਈਫ 'ਚ ਬੜੀਆਂ ਵੱਡੀਆਂ ਚੇਂਜਸ ਆਉਣੀਆਂ ਸ਼ੁਰੂ ਹੋ ਜਾਣਗੀਆਂ, ਹੈ ਨਾ। ਘੱਟ ਵੀ ਦੇਖਣਾ ਸ਼ੁਰੂ ਹੋ ਜਾਏਗਾ, ਤੁਹਾਨੂੰ ਮਹਿਸੂਸ ਹੋਏਗਾ। ਦੇਖੋ ਪੁਰਾਣੇ, ਮੈਨੂੰ ਯਾਦ ਆ, ਮੈਂ ਗ੍ਰੈਂਡ ਮਦਰ ਇਨਕਲੂਡਡ, ਜਿਹੜੇ ਪੁਰਾਣੇ ਜਿਹੜੇ ਸਨ, ਜਿਹੜੇ ਬਜ਼ੁਰਗ, ਬੜੀ ਵਾਰੀ ਮੱਥਾ ਟੇਕੋ ਤੇ ਅਸੀਸ ਮਿਲਦੀ ਸੀ, ਗੁਰੂ ਅੰਗ ਸੰਗ ਰਹੇ ਤੁਹਾਡੇ, ਇਹ ਬੜੀ ਅਸੀਸ ਹੈ, ਬੜੀ ਕਾਮਨ ਅਸੀਸ ਵੱਡੇ ਦਿੰਦੇ ਸਨ ਬੜੇ, ਕਿ ਤੁਹਾਡੇ ਗੁਰੂ ਅੰਗ ਸੰਗ ਰਹੇ, ਗੁਰੂ ਅੰਗ ਸੰਗ ਰਹੇ ਤੁਹਾਡੇ। ਤੇ ਅੰਗ ਸੰਗ ਦੀ ਅਸੀਸ ਹਜ਼ੂਰੀ ਵਾਲੀ ਅਸੀਸ ਹੈ, ਬਹੁਤ ਵੱਡੀ ਅਸੀਸ ਹੈ। ਮਹਾਰਾਜ ਜਦੋਂ ਜਾਂਦੇ ਸਨ ਉਦਾਸੀਆਂ ਤੇ, ਗੁਰੂ ਨਾਨਕ ਦੇਵ ਜੀ ਜਦੋਂ ਮੱਥਾ ਟੇਕਦਾ ਸੀ ਨਾ ਉਹਨਾਂ ਨੂੰ ਕੋਈ, ਜਨਮ ਸਾਖੀਆਂ 'ਚ ਆਇਆ ਹੋਇਆ ਹੈ, ਬੜੀ ਵਾਰੀ ਆਇਆ ਜਨਮ ਸਾਖੀਆਂ, ਗੁਰੂ ਨਾਨਕ ਚਮਤਕਾਰ 'ਚ ਬੜੀ ਵਾਰੀ ਆਏ ਨੇ, ਤਾਂ ਇੱਕੋ ਹੀ ਅਸੀਸ ਦਿੰਦੇ ਹਨ ਕਿ ਜਾਓ ਤੁਹਾਨੂੰ ਪ੍ਰਮਾਤਮਾ ਹਮੇਸ਼ਾ ਚੇਤੇ ਆਵੇ, ਤੁਹਾਨੂੰ ਇਹ ਅਸੀਸ ਦਿੰਦੇ ਸਨ। ਜਾਓ ਸਵਾਸ ਤੁਹਾਨੂੰ ਪ੍ਰਮਾਤਮਾ ਚੇਤੇ ਆਏ, ਤੁਹਾਨੂੰ ਸਵਾਸ ਤੁਹਾਨੂੰ ਹਜ਼ੂਰੀ ਵਿੱਚ ਰਹੋ, ਤੁਸੀਂ ਐਵਰੀ ਬ੍ਰੈਥ ਤੁਹਾਨੂੰ ਮਹਿਸੂਸ ਹੋਏ ਕਿ ਤੁਹਾਡੇ ਨਾਲ ਹੈ ਪ੍ਰਮਾਤਮਾ ਤੁਹਾਡੇ। ਇਹ ਵੱਡੇ ਦਿੰਦੇ ਸਨ ਅਸੀਸ, ਤੇ ਇਹ ਨਿਰਮਲ ਭਉ ਵਾਲੀ ਅਸੀਸ ਹੈ। ਤੇ ਇੱਕ ਹੋਰ ਸ਼ਬਦ, ਮੈਂ ਕਲੈਰਿਟੀ ਹੋ ਜਾਏਗੀ ਉਸ ਸ਼ਬਦ ਨਾਲ ਹੋਰ, ਕਿ ਇਸ ਸ਼ਬਦ ਵਿੱਚ ਮਹਾਰਾਜ ਨੇ ਡਿਫਾਈਨ ਕੀਤਾ ਉਹ ਭਉ, ਤੇ ਡਿਫਾਈਨ ਕਰਕੇ ਸਮਝਾਇਆ ਨਹੀਂ ਕਿ ਇਸ ਡਰ ਤੋਂ ਬਿਨਾ, ਇਸ ਡਿਸਪਲਿਨ ਤੋਂ ਬਿਨਾ ਪ੍ਰਮਾਤਮਾ ਦੇ ਨੇੜੇ ਆਉਣਾ ਬੜਾ ਮੁਸ਼ਕਿਲ ਹੈ। ਤੇ ਅਗਲੇ ਸ਼ਬਦ ਵਿੱਚ ਜਿਹੜਾ ਮੈਂ ਹੁਣ ਡਿਸਕਸ ਕਰਾਂਗਾ ਆਫਟਰ ਅ ਫਿਊ ਮਿੰਟਸ, ਉਸ ਸ਼ਬਦ ਵਿੱਚ ਦੇਖੋਗੇ ਕਿ ਮਹਾਰਾਜ ਨੇ ਕਲੈਰਿਟੀ ਕਰ ਦਿੱਤੀ ਕਿ ਇਸ ਜੀਵਨ ਤੋਂ ਬਿਨਾ, ਇਹੋ ਜਿਹੀ ਜੀਵਨੀ ਤੋਂ ਬਿਨਾ ਪ੍ਰਮਾਤਮਾ ਦਾ ਪਿਆਰ ਮਿਲਣਾ ਬੜਾ ਮੁਸ਼ਕਿਲ ਹੈ। ਔਰ ਇਹ ਆਪਣੀ ਜ਼ਿੰਦਗੀ ਵਿੱਚ ਹੀ ਦੇਖ ਲਓ ਤੁਸੀਂ, ਜਿਹੜੇ ਤੁਹਾਡੇ ਨੇੜੇ ਰਹਿੰਦੇ ਹਨ, ਜਿਹੜੇ ਤੁਹਾਡੇ ਅੱਖਾਂ ਦੇ ਸਾਹਮਣੇ ਰਹਿੰਦੇ ਹਨ, ਉਹਨਾਂ ਨਾਲ ਜ਼ਿਆਦਾ ਪਿਆਰ ਹੁੰਦਾ ਹੈ। ਤੁਸੀਂ ਦੇਖ ਲਓ ਤੁਸੀਂ, ਹਾਂਜੀ, ਬੱਚਾ ਹੁਣ ਕੋਈ ਹੋਵੇ ਜਿਹੜਾ ਨੇੜੇ ਰਹਿੰਦਾ ਹੋਵੇ, ਤੁਹਾਡੇ ਉਹ ਰੋਜ਼ ਮਿਲਦਾ ਹੋਵੇ ਤਾਂ ਪਿਆਰ ਬਹੁਤ ਹੁੰਦਾ। Somebody can please mute them. Yeah. ਜਿਹੜੇ ਬੱਚੇ ਫਿਰ ਕਈ ਵਾਰੀ ਦੂਰ ਚਲੇ ਜਾਂਦੇ ਹਨ, ਕਈ ਵਾਰੀ 5-5 ਸਾਲ ਮੁਲਾਕਾਤ ਨਹੀਂ ਹੁੰਦੀ ਉਹਨਾਂ ਨਾਲ, ਫੋਨ ਤੇ ਗੱਲਾਂ ਹੁੰਦੀਆਂ ਨੇ, ਫਿਰ ਉਹ ਪਿਆਰ ਬਣ ਨਹੀਂ ਪਾਉਂਦਾ ਉਹਨਾਂ ਨਾਲ। ਤੇ ਮਿੱਤਰਾਂ ਨਾਲ ਵੀ ਸੇਮ ਹੁੰਦੇ, ਕਈ ਫਰੈਂਡਸ ਨਜ਼ਦੀਕ ਹੁੰਦੇ ਹਨ, ਫਿਰ ਮੂਵ ਹੋ ਜਾਂਦੇ ਨੇ ਕਿਤੇ, ਪਹਿਲੇ ਮਹੀਨੇ 2 ਮਹੀਨੇ 3 ਮਹੀਨੇ 4 ਮਹੀਨੇ 6 ਮਹੀਨੇ ਕੰਟੈਕਟ ਰਹਿੰਦਾ ਹੈ, ਫਿਰ ਘੱਟ ਮੁਲਾਕਾਤ ਹੋਣੀ ਸ਼ੁਰੂ ਹੋ ਜਾਂਦੀ ਹੈ, ਫਿਰ 10 ਸਾਲਾਂ 'ਚ ਇੱਕ ਵਾਰੀ ਕਿਤੇ ਮਿਲਦਾ ਹੈ ਬੰਦਾ, ਫਿਰ ਉਹ ਚੀਜ਼ ਪਿਆਰ ਨਹੀਂ ਬਣ ਪਾਉਂਦਾ ਉਹਨਾਂ ਨਾਲ, ਹੈ ਨਾ। ਤੇ ਇੱਥੇ ਵੀ ਪ੍ਰਮਾਤਮਾ ਨਾਲ ਪਿਆਰ ਉਜਾਗਰ ਕਰਨ ਵਾਸਤੇ ਇਹ ਚੀਜ਼ਾਂ ਜਿਹੜੀਆਂ ਹਨ ਬਾਣੀ ਵਿੱਚ ਨਿਰੂਪਿਤ ਕੀਤੀਆਂ ਗਈਆਂ ਹਨ। I'm going to stop here for a second. I've talked a lot and lot of information has been thrown.
ਇਹ ਸ਼ਬਦ ਵੀ ਕੰਪਲੈਕਸ ਹੈ ਜਿਹੜਾ ਡਿਸਕਸ ਕੀਤਾ ਹੈ ਤੇ ਐਂਡ ਥੈਂਕ ਗॉड ਐਟ ਦੀ ਐਂਡ ਆਪੇ ਕਿਹਾ ਅਗੇਨ ਕਿ ਬਿਕਮ ਵਿਚਾਰ ਹੈ ਵਾਲਾ you know ਇਹ ਵਿਚਾਰ ਈਜ਼ੀ ਨਹੀਂ ਹੈ ਵਾਲਾ ਹਾਂਜੀ I will see if anybody has any questions or something or somebody has any comments or something on the concept of nirmal bhav ਹਾਂਜੀ issue nirmal bhav Did you say it's on Ang 151? What Ang? ਮੈਨੂੰ ਗਲਤੀ ਵੀ ਲੱਗ ਸਕਦੀ ਹੈ ਨਹੀਂ ਵੀਰ ਜੀ ਸੋ ਅੰਗ 151 ਹੋਣੀ 151 ਤੇ ਹੀ ਹੈ ਨਾ ਹਾਂਜੀ I Anji, thought Anji, so. 151. Thank you. ठीक है जी पेज 151 ਹਾਂਜੀ page 151 ਹਾਂਜੀ ਅੰਗ 151 ਤੇ ਦਰਜ ਹੈ ਸ਼ਬਦ ਯਾ हाँ जी ਔਰ ਇਹ ਸ਼ਬਦ ਹਿਸਟੋਰੀਕਲੀ ਵੀ authors we believe that ਇਹ ਸ਼ਬਦ ਉੱਥੇ ਜਗਨਨਾਥਪੁਰੀ ਉਚਾਰਿਆ ਗਿਆ ਸ਼ਬਦ ਉੱਥੇ ਬਾਣੀ ਉਚਾਰੀ ਗਈ ਉੱਥੇ ਗਾਇਆ ਗਿਆ ਪਹਿਲੀ ਵਾਰੀ ਸ਼ਬਦ ਜਦੋਂ ਸੋਟੀਆਂ ਡਾਂਗਾ ਲੈ ਕੇ ਡਰਾਣ ਆਏ ਜਦੋਂ ਤੇ ਮਹਾਰਾਜ ਨੇ ਮਰਦਾਨੇ ਨੂੰ ਹਿਦਾਇਤ ਕੀਤੀ ਤੇ ਉੱਥੇ ਇਹ ਸ਼ਬਦ ਗਾਇਆ ਉਹਨਾਂ ਨੇ ਇਹ ਸ਼ਬਦ ਤੇ ਜਨਮ ਸਾਖੀਆਂ 'ਚ ਇਹ ਵੀ ਲਿਖਿਆ ਹੋਇਆ ਹੈ ਉਹ ਵੀ ਸ਼ੇਅਰ ਕਰ ਲਾਂ ਤੁਹਾਡੇ ਨਾਲ ਹਾਕੀ ਇਹ ਅਨਰਿਲੇਟਡ ਟੌਪਿਕ ਹੈ ਅੱਜ ਕੇ ਜਨਮ ਸਾਖੀ ਗੁਰੂ ਨਾਨਕ ਚਮਤਕਾਰ 'ਚ ਇਹ ਲਿਖਿਆ ਹੋਇਆ ਹੈ ਕਿ ਉਹਨਾਂ ਆਚਾਰਿਆਂ ਦਾ ਜਦੋਂ ਸ਼ਬਦ ਗਾਇਨ ਕਰਨਾ ਸ਼ੁਰੂ ਕੀਤਾ ਇਹ ਜਦੋਂ ਤੇ ਥੋੜੀ ਦੇਰੀ ਹੋਈ ਸੀ ਤੇ ਉਹਨਾਂ ਦੀਆਂ ਲਾਠੀਆਂ ਆਪਣੇ ਆਪ ਹੀ ਥੱਲੇ ਗਿਰ ਗਈਆਂ ਉਹਨਾਂ ਦੀਆਂ ਉਹ ਉਹਨਾਂ ਦੇ ਮਨ ਹੀ ਬਦਲ ਗਏ ਬਿਲਕੁਲ ਉਹ ਥੱਲੇ ਹੀ ਬੈਠ ਕੇ ਉਹਨਾਂ ਨੇ ਆਪੇ ਹੀ ਰੋਣਾ ਸ਼ੁਰੂ ਕਰ ਦਿੱਤਾ ਸੋ ਇਹ ਫਿਰ ਜਿਹੜੇ ਜਿਨ੍ਹਾਂ ਦੇ ਅੰਦਰ ਹੈ ਜਿਨ੍ਹਾਂ ਦੇ ਅੰਦਰ ਤਾਕਤ ਹੈ ਇਹ ਵਾਲੀ ਫਿਰ ਉਹ ਕਰਦੇ ਨੇ ਆਮ ਬੰਦਾ ਗਾਏ ਤੇ ਕੁਝ ਨਾ ਹੋਏ ਪਰ ਜਿਹੜਾ ਜੁੜਿਆ ਹੋਇਆ ਜਦੋਂ ਗਾਏਗਾ ਤੇ ਉਹਦੀ ਪੁਕਾਰ ਸੁਣੀ ਜਾਣੀ ਹੈ ਜ਼ਰੂਰ ਫਿਰ ਤੇ ਨਾਨਕ ਆਪ ਤੇ ਨਿਰੰਕਾਰ ਰੂਪ ਹਨ ਉਥੇ ਵੈਸੇ ਵੀ ਉਹਨਾਂ 'ਚ ਤੇ ਪ੍ਰਮਾਤਮਾ 'ਚ ਕੋਈ ਫਰਕ ਹੀ ਨਹੀਂ ਹੈ ਮੈਂ ਤੇ ਕਦੀ ਨਹੀਂ ਫਰਕ ਸਮਝਿਆ ਉਹਨਾਂ 'ਚ ਕਦੀ ਡਿਫਰੈਂਸ਼ੀਏਟ ਨਹੀਂ ਕੀਤਾ ਉਹਨਾਂ ਨਾਲ ਪ੍ਰਮਾਤਮਾ ਸੋ ਉਹ ਤੇ ਨਿਰੰਕਾਰ ਰੂਪ ਹਨ ਜਦੋਂ ਨਿਰੰਕਾਰ ਰੂਪ ਆਪ ਗਾਣਗੇ ਤੇ ਫਿਰ ਤੇ ਫਰਕ ਪਏਗਾ ਉਹਨਾਂ ਦਾ ਜਨਮ ਸਾਖੀਆਂ 'ਚ ਲਿਖਿਆ ਹੈ ਕਿ ਉਹਨਾਂ ਦੀਆਂ ਲਾਠੀਆਂ ਉੱਥੇ ਹੀ ਰਹਿ ਗਈਆਂ ਉੱਥੇ ਗਿਰ ਗਈਆਂ ਥੱਲੇ ਉਹਨਾਂ ਦੀ ਸੋ ਇਹ ਸ਼ਬਦ ਕਲਾਸ ਤੋਂ ਬਾਅਦ ਵੀ ਪੜ੍ਹਿਓ ਆਪੇ ਇੱਕ ਵਾਰੀ ਹੋਰ ਟਰਾਈ ਟੂ ਗ੍ਰਾਸਪ ਦਾ ਮੋਰ ਇੰਟਰਨਲ ਮੀਨਿੰਗ ਦੋ ਇੰਨਾ ਈਜ਼ੀ ਨਹੀਂ ਹੈ ਇਸ ਸ਼ਬਦ ਦੇ ਮੀਨਿੰਗ ਹਾਲਾਂਕਿ ਮੈਂ ਸਮਰੀ ਤੁਹਾਨੂੰ ਦਿੱਤੀ ਹੈ ਆਈਲ ਸਟਿਲ ਸੀ ਇਫ ਐਨੀਬਾਡੀ ਹੈਜ਼ ਐਨੀ ਅਦਰ ਕੁਐਸਚਨਸ ਔਨ ਦਿਸ ਸੁਰਿੰਦਰ ਜੀ ਗੁਰੂ ਨਾਨਕ ਚਮਤਕਾਰ ਚ ਵੀ ਹੈ ਸਾਖੀ ਹੈਗੀ ਹੈ ਹਾਂਜੀ ਗੁਰੂ ਨਾਨਕ ਚਮਤਕਾਰ ਸਾਖੀ ਹੈ ਬਿਊਟੀਫੁਲੀ ਰਿਟਨ ਬਿਊਟੀਫੁਲੀ ਰਿਟਨ ਯਾ ਸੋ ਬਹੁਤ ਸੋਹਣੀ ਤਰ੍ਹਾਂ ਉਹਨਾਂ ਨੇ ਇਸ ਸਾਖੀ ਨੂੰ ਮੈਨੂੰ ਚੈਪਟਰ ਦਾ ਨਾਂ ਨਹੀਂ ਯਾਦ ਕਿਸੇ ਨੂੰ ਪਤਾ ਹੋਵੇ ਤੇ ਸ਼ੇਅਰ ਕਰ ਲੈ ਬੇਸ਼ੱਕ ਜਗਨਨਾਥ ਫੇਰੀ ਵੀ ਚੈਪਟਰ ਦਾ ਨਾਂ ਹੋ ਸਕੇ ਕਿ ਇਹ ਹੋਈ ਗੱਲ ਪੂਰੀ ਹੈ ਗੱਲ ਜਗਨਨਾਥਪੁਰੀ ਵਿੱਚ ਹੀ ਇਹ ਸ਼ਬਦ ਉੱਥੇ ਉਚਾਰਿਆ ਗਿਆ ਤੇ ਇਹ ਸ਼ਬਦ ਜੋ ਇਤਿਹਾਸਕਾਰਾਂ ਨੇ ਜੋ ਲਿਖਿਆ ਹੈ ਸ਼ਬਦ ਹਿਸਟਰੀ ਬਾਰੇ ਇਸ ਸ਼ਬਦ ਬਾਰੇ ਹਾਂਜੀ anybody else has any questions anybody else want to say something about the shabad more than welcome to ਹਾਂਜੀ ਵਿਕਵੀ ਜੀ ਸਤਿ ਸ਼੍ਰੀ ਅਕਾਲ ਵੀਰ ਜੀ thank you so much ਬੜਾ very nice shabad you have shared ਕਾਫੀ I'll go back and study it more ਤੇ ਵੀਰ ਜੀ ਜਿਹੜੀ ਤੁਸੀਂ ਗੱਲ ਦੱਸ ਰਹੇ ਸੀਗੇ it makes perfect sense ਬਹੁਤ ਹੀ ਮਤਲਬ intellectually it is and of course when the situation is calm this can be also practiced yes ਮੁਸ਼ਕਿਲ ਇਹ ਇੱਥੇ ਹੁੰਦੀ ਹੈ ਕਿ ਜਿਸ ਸਮੇਂ unexpected situations ਹੋ ਜਾਂਦੀਆਂ ਹੋਰ ਵਾਕਈ ਹੀ ਬਹੁਤ ਜਿਹੜੇ difficult circumstances ਹੋ ਜਾਂਦੇ ਹਨ ਤੇ ਉੱਥੇ to maintain that sense of calmness and to maintain that sense of hazuri challenge ਉੱਥੇ ਹੈਗਾ ਬਿਲਕੁਲ ਬੇਬੀ ਵਿਜੀ ਤੁਸੀਂ ਬੇਬੀ ਸਟੈਪਸ ਲੈਣੇ ਹਨ ਤੁਸੀਂ ਮੇਬੀ ਲੈਵਲ 7 ਵਾਲੇ ਤੋਂ ਉੱਪਰ ਜਿਹੜੇ ਫੀਅਰ ਹਨ ਉਹ ਕੰਕਰ ਕਰਨੇ ਇੰਨੇ ਈਜ਼ੀ ਨਹੀਂ ਹਨ ਪਰ ਲੈਵਲ 1 ਤੋਂ ਲੈ ਕੇ 4 ਵਾਲੇ ਫੀਅਰ ਤੱਕ ਤੇ ਬੰਦਾ ਥੋੜਾ ਜਿਹਾ ਕੰਟਰੋਲ ਕਰ ਲੈ ਨਾ ਉਹਨਾਂ ਤੇ ਜੇ ਚਾਬੀਆਂ ਘਰ ਗੁੰਮ ਜਾਣ ਤੇ ਬੰਦਾ ਫਰਸਟ੍ਰੇਟ ਨਾ ਹੋਏ ਨਾ ਜੇ ਫਰੀਵੇ ਤੇ ਕੋਈ ਕੱਟ ਜਾਏ ਤੁਹਾਨੂੰ ਤੇ ਉੱਥੇ ਗਾਲਾਂ ਨਾ ਕੱਢੇ ਕਿਸੇ ਨੂੰ ਗੋਲੀ ਨਾ ਮਾਰ ਦੇ ਕਿਸੇ ਨੂੰ ਜੇ ਛੋਟੇ ਬੱਚੇ ਕੁਝ ਕਹਿ ਦੇਵੇ ਜਾਂ ਕੋਈ ਛੋਟੀ ਗੱਲ ਹੋ ਜਾਏ ਛੋਟੀ ਮੋਟੀ ਘੱਟੋ ਘੱਟ ਉੱਥੇ ਤੇ ਆਪਣੇ ਆਪ ਨੂੰ ਕਾਮ ਬਣਾ ਲੈਣਾ ਲੈਵਲ 7 ਵਾਲੇ ਫੀਅਰ ਘੱਟ ਆਉਂਦੇ ਨੇ ਲਾਈਫ ਵਿੱਚ ਇਹ 1 ਤੋਂ ਲੈ ਕੇ 4 ਵਾਲੇ ਫੀਅਰ ਐਵਰੀ ਆਵਰ ਆਉਂਦੇ ਉਹਨਾਂ ਨਾਲ ਰੋਜ਼ ਉਹ ਜ਼ਿਆਦਾ ਡੀਲ ਕਰਨਾ ਪੈਂਦਾ ਉਹਨਾਂ ਫੀਅਰਸ ਨਾਲ ਉਹਨਾਂ ਸਰਕਮਸਟੈਂਸਸ ਦੇ ਉੱਤੇ ਤੁਹਾਡਾ ਅਗਰ ਥੋੜਾ ਜਿਹਾ ਜ਼ਿਆਦਾ ਬੈਟਰ ਕੰਟਰੋਲ ਹੋ ਜਾਵੇ ਤੇ ਲਾਈਫ ਵਿਲ ਬਿਕਮ ਮਚ ਈਜ਼ੀਅਰ ਐਟਲੀਸਟ ਪ੍ਰਮਾਤਮਾ ਦੇ ਰਸਤੇ ਚੱਲਣ 'ਚ ਆਸਾਨੀ ਹੋ ਜਾਂਦੀ ਹੈ ਲੈਵਲ 7 ਵਾਲੇ ਫੀਅਰ ਦੇ ਉੱਤੇ ਉਹ ਫਿਰ ਸਿਮਰਨ ਜਿਹੜੇ ਬਹੁਤਾ ਕਰਦੇ ਹਨ ਬਹੁਤਾ ਸੇਵਾ ਜਿਹੜੀ ਕਰਦੇ ਹਨ ਬਹੁਤਾ ਇਸ ਪਾਸੇ ਲੱਗਦੇ ਹਨ
ਪ੍ਰਮਾਤਮਾ ਫਿਰ ਉਹਨਾਂ ਨੂੰ ਉਹ ਵੀ ਦੇ ਦਿੰਦਾ ਹੈ। ਹਿਸਟਰੀ 'ਚ ਬੜੇ ਐਗਜ਼ਾਮਪਲ ਹਨ ਵੀਰ ਜੀ ਇਹਨਾਂ ਚੀਜ਼ਾਂ ਦੇ, ਹੈ ਨਾ, ਆਏ ਨੇ, ਲੇਕਿਨ ਉਹਨਾਂ ਚੀਜ਼ਾਂ 'ਤੇ ਜ਼ਿਆਦਾ ਟਾਈਮ ਲੱਗਦਾ ਜ਼ਿਆਦਾ। ਪਰ ਇੱਥੇ ਤੇ ਪਹਿਲੇ ਜਿਹੜੇ ਛੋਟੀਆਂ ਲੈਵਲ ਦੇ ਪਹਿਲੇ ਲੈਵਲ 1 ਔਰ 2 ਵਾਲੇ ਫਿਰ ਤੇ ਕਾਬੂ ਕਰ ਲੈਣਾ, ਹਾਂਜੀ ਹੈ ਨਾ, ਉਹ ਉੱਥੇ ਵੀ ਬੜਾ ਫਰਕ ਪਏਗਾ। Huge, it will make a big difference there, you know. Yeah. So yeah, and I recommend ਕਿ ਤੁਸੀਂ ਜਦੋਂ ਕਲਾਸ ਤੋਂ ਬਾਹਰ ਜੇ ਤੁਹਾਨੂੰ ਕੋਈ ਟਾਈਮ ਮਿਲੇ ਅਗਰ ਤੇ ਪੜ੍ਹਨਾ ਸ਼ਬਦ ਦੁਬਾਰਾ and try to see what ਗੁਰੂ ਨਾਨਕ ਦੇਵ ਜੀ ਮੈਂ ਤੇ ਹੈਰਾਨ ਆ ਕਿ ਉਹ ਪਹਿਲੀ ਲਾਈਨ ਵਿੱਚ ਡਰ ਘਰ ਘਰ ਡਰ 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 ਜਾਏ ਵਿੱਚ ਉਹਨਾਂ ਨੇ ਸਿਰਫ 2 ਹੀ ਵਰਡ ਯੂਜ਼ ਕੀਤੇ ਹਨ। And ਕਈਆਂ authors ਨੇ have written like pages on the first line, you know. ਉਹਨਾਂ ਨੇ ਸਿਰਫ 4 ਵਰਡ ਯੂਜ਼ ਕੀਤੇ ਹਨ, ਡਰ ਘਰ ਤੇ ਡਰ ਘਰ ਡਰ ਡਰ ਜਾਏ। ਬਸ ਉਹਨਾਂ ਨੇ ਇਹ 4 ਵਰਡ ਵਿੱਚ ਵੀ ਇਤਨੀ ਵੱਡੀ ਚੀਜ਼ ਉਹਨਾਂ ਨੇ ਉਸ ਫਿਲਾਸਫੀ ਦੀ ਆਪਣੀ ਦੱਸ ਦਿੱਤੀ ਆਪਣੀ ਕਿ ਇਹ ਗੁਰਮਤ ਹੈ, you know. ਇਹ ਗੁਰੂ ਨਾਨਕ ਚਮਤਕਾਰ ਵਿੱਚ, ਹਾਂਜੀ ਗੁਰੂ ਨਾਨਕ ਚਮਤਕਾਰ ਵਿੱਚ ਪੇਜ 292 ਤੇ ਹੈ। ਹਾਂਜੀ ਹਾਂਜੀ ਜਗਨਨਾਥ ਫੇਰੀ ਵਾਲਾ ਚੈਪਟਰ ਹੈ ਨਾ ਵੀਰ ਜੀ? ਹਾਂਜੀ ਹਾਂਜੀ या जगन्नाथ फेरी वाला चैप्टर है। हाँ जी ਵੀਰ ਜੀ, even in your previous sessions also ਤੁਸੀਂ ਸਾਨੂੰ ਬਹੁਤ elaborate way ਨਾਲ ਇਹ ਪੂਰਾ ਸੁਣਾਇਆ ਹੋਇਆ, ਦੀ explanation ਦਿੱਤੀ ਹੈ। I'll just find out the recording number and post for everybody to go through that again. Okay, I forgot. I thought I would never ਬਹੁਤ ਅੱਛੇ ਤਰੀਕੇ ਨਾਲ elaborate way ਨਾਲ ਪੂਰਾ ਸਾਨੂੰ ਸਮਝਾਇਆ ਸੀ। almost half a session you spent on this. Yeah, ਅੱਜ ਥੋੜਾ ਸਮਰਾਈਜ਼ ਮੈਨੂੰ ਆਪੇ ਭੁੱਲ ਗਿਆ ਕਿ ਮੈਂ ਕੀਤਾ ਹੋਇਆ ਸ਼ਬਦ। okay That's what happens when you get old, Virji. So your memory gets haywire. So but it's good to discuss it again. ਕਈ ਵਾਰੀ ਜਦੋਂ second time ਕਰੋ ਤੇ ਇਹ ਪਰ ਇੱਥੇ ਹੁਣ ਮੈਂ ਇੱਕ ਹੋਰ ਸ਼ਬਦ ਸ਼ੇਅਰ ਕਰਾਂ ਤੁਹਾਡੇ ਨਾਲ। ਨੋਟਿਸ ਕਰੋਗੇ ਕਿ ਗੁਰਬਾਣੀ ਦੇ ਹਿਸਾਬ ਦੇ ਨਾਲ ਇਹ ਡਰ ਜਿਹੜਾ ਹੈ ਨਿਰਮਲ ਭਾਵ ਦੇ ਬਿਨਾਂ ਗੱਲ ਬਣਨੀ ਬੜੀ ਮੁਸ਼ਕਿਲ ਹੈ ਇੱਥੇ। ਤੇ ਮੈਂ ਇੱਥੇ ਇੱਕ ਸ਼ਬਦ ਮੈਂ ਹੁਣ ਇਹਦਾ ਪੇਜ ਨੰਬਰ ਮੈਨੂੰ ਨਹੀਂ ਯਾਦ ਰਿਹਾ, ਤੁਸੀਂ ਆਪ ਢੂੰਢ ਲਓ। ਪੌੜੀ ਹੈ ਮਲਹਾਰ ਕੀ ਵਾਰ ਵਿੱਚੋਂ ਹੈ। 1100 ਜਾਂ 1200 ਅੱਗੇ ਟੂਵਰਡਸ ਦੀ ਐਂਡ ਆਫ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਣੀ ਹੈ। ਇਸ ਸ਼ਬਦ ਵਿੱਚ ਤੇ ਗੁਰੂ ਨਾਨਕ ਦੇਵ ਦੇ ਸ਼ਬਦ ਚ ਜਿਹੜਾ ਥਾਟ ਪ੍ਰੋਸੈਸ ਫਰਕ ਇਹ ਹੈ, ਉਹਦੇ ਵਿੱਚ ਡਰ ਦਾ ਕਨਸੈਪਟ ਸਮਝਾਇਆ ਸੀ ਨੇ, ਤੇ ਇਹਦੇ ਵਿੱਚ ਦੱਸਣਗੇ ਕਿ ਉਸ ਰੱਬੀ ਜਿਹੜੀ ਡਿਸਪਲਿਨ ਹੈ, ਜਿਹੜਾ ਨਿਰਮਲ ਭਾਵ ਤੋਂ ਬਿਨਾਂ ਪ੍ਰਮਾਤਮਾ ਦਾ ਪਿਆਰ ਅੰਦਰ ਉਪਜ ਨਹੀਂ ਸਕਦਾ। ਬਹੁਤ ਮੁਸ਼ਕਿਲ ਹੈ ਉਪਜਣਾ ਜੇ ਉਹ ਡਿਸਪਲਿਨ ਨਹੀਂ ਹੈ ਤੁਹਾਡੇ ਅੰਦਰ। ਤੇ ਪੌੜੀ ਆਪ ਉਪਾਏ ਮੇਦਨੀ ਆਪੇ ਕਰਦਾ ਸਾਰ। ਮੇਦਨੀ ਕਹਿੰਦੇ ਹਨ ਧਰਤੀ ਨੂੰ, ਪਲੈਨਟ ਕਹਿ ਲਓ, ਜੋ ਵੀ ਕਹਿ ਲਓ। ਤੇ ਸਾਰ ਮਤਲਬ ਹੈ ਕਿ ਸੰਭਾਲਣਾ ਸਾਰੀਆਂ ਚੀਜ਼ਾਂ ਦੀ। ਆਪ ਪਰਮਾਤਮਾ ਕ੍ਰੀਏਟਰ ਹੈ ਹਰ ਚੀਜ਼, ਹਰ ਪਲੈਨਟ ਦਾ, ਤੇ ਉਹਦੀ ਸੰਭਾਲ ਵੀ ਹੈ, ਸੰਭਾਲਣ ਕਰਤਾ ਵੀ ਹੈ। ਕਰਤਾ ਦੀ ਡੈਫੀਨੇਸ਼ਨ ਦਿੱਤਾ ਸੀ ਅਸੀਂ। ਹੁਣ ਪ੍ਰੋਬਲਮ ਇਹ ਹੈ ਕਿ ਵੀਰ ਜੀ 1288 ਤੇ ਹੈਗਾ 121288 ਤੇ ਹੈ। ਹਾਂਜੀ ਤਾਂ ਸਾਰੇ ਨੋਟ ਕਰ ਲਓ। ਪੇਜ ਨੰਬਰ 1 ਅੰਗ 1288 ਤੇ ਹੈ ਸ਼ਬਦ ਹੈ। ਆਪ ਉਪਾਏ ਬੇਦਨੀ ਆਪੇ ਕਰਦਾ ਸਾਰ। ਤੇ ਹੁਣ ਅਗਲੀ ਲਾਈਨ ਦੇਖੋਗੇ ਕਿ ਭੈ ਬਿਨ ਭਰਮ ਨਾ ਕੱਟੀ ਹੈ। ਭਰਮ ਕੱਟਣ ਵਾਸਤੇ ਨਿਰਮਲ ਭਾਵ ਚਾਹੀਦਾ ਹੈ, ਤਾਂ ਭਰਮ ਕੱਟੇ ਜਾਣਗੇ, ਤਾਂ ਵਹਿਮ ਤੁਹਾਡੇ ਜਾਣਗੇ। ਤੇ ਖਾਲੀ ਭਰਮ ਹੀ ਨਹੀਂ ਕੱਟਣੇ, ਭੈ ਬਿਨ ਭਰਮ ਨਾ ਕੱਟੀਏ, ਨਾਮ ਨਾ ਲੱਗੇ ਪਿਆਰ। ਨਾਮ ਦੇ ਮੰਮੇ ਨੂੰ ਸਿਹਾਰੀ ਹੈ, ਨਾਮ ਵਿੱਚ ਨਾਮ ਨਾਲ, ਪ੍ਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ ਉਪਜ ਸਕਦਾ ਤੁਹਾਡਾ, ਪਿਆਰ ਨਹੀਂ ਬਣ ਸਕਦਾ ਜਦ ਤੱਕ ਇਹ ਭੈ, ਇਹ ਡਿਸਪਲਿਨ ਤੁਹਾਡੇ ਮਨ 'ਚ ਨਾ ਆਏ। ਤਾਂ ਇਹ ਡਿਸਪਲਿਨ ਲਿਆਉਣ ਵਾਸਤੇ ਤੇ ਇਸ਼ੂ ਇਹ ਹੈ ਕਿ ਇਹ ਡਿਸਪਲਿਨ ਲਿਆਉਣ ਵਾਸਤੇ ਤੇ ਪਹਿਲੇ ਤੇ ਲਿਵਿੰਗ ਬੜੀ ਟਰੂਥਫੁਲ ਹੋਣੀ ਚਾਹੀਦੀ ਹੈ। ਉਹ ਪਹਿਲੀ ਕੰਡੀਸ਼ਨ ਹੈ ਨਾ। ਇਹ ਸਭ ਤੋਂ ਮੁਸ਼ਕਿਲ ਕਹਾਣੀ ਹੈ ਸਾਰੀ। ਹੁਣ ਕਈਆਂ ਬੰਦਿਆਂ ਨੇ ਆਪਣੀ ਲਾਈਫ ਨੂੰ ਕਹਿੰਦੇ ਨੇ ਕਿ ਇਹ ਕੰਪਾਰਟਮੈਂਟਲਾਈਜ਼ ਕੀਤਾ ਹੋਇਆ। ਗੁਰਦੁਆਰੇ ਆਉਣ ਵੇ ਸਚਿਆਰ ਬਣ ਜਾਓ, ਆਫਿਸ ਜਾਓ ਸਵੇਰੇ ਫਿਰ ਝੂਠ ਬੋਲਣਾ ਸ਼ੁਰੂ ਕਰ ਦਿਓ। ਚਾਹੇ ਉਹ ਕਲਾਇੰਟ ਹੋਵੇ, ਚਾਹੇ ਉਹ ਕਸਟਮਰ ਹੋਵੇ, ਉਹਦੇ ਨਾਲ ਝੂਠ ਬੋਲਣਾ ਇਜ਼ ਓਕੇ, ਉਹਨੂੰ ਠੱਗਣਾ ਇਜ਼ ਫਾਈਨ, ਉਹ ਬਿਜ਼ਨਸ ਹੈ। ਹਾਂਜੀ, ਟੈਕਸ ਰਿਟਰਨ ਬਣਾ ਰਹੇ ਹੋ ਤੇ ਚੀਟਿੰਗ ਕਰ ਲਓ, ਕੋਈ ਗੱਲ ਨਹੀਂ, ਦੈਟਸ ਫਾਈਨ ਬਿਕੋਜ਼ ਤੇ ਗਵਰਨਮੈਂਟ ਡੀਲ ਕਰਦੇ। ਤੇ ਗੁਰਦੁਆਰੇ ਆਉਣਾ ਹੋਵੇ ਤੇ ਫਿਰ ਉਹ ਬੰਦਾ ਉੱਥੇ ਠੀਕ ਹੋ ਜਾਏ ਸਾਰਾ ਕੁਝ ਆ ਕੇ। ਦੈਟਸ ਨਾਟ ਹਾਊ ਇਟ ਵਰਕਸ ਅਨਫੋਰਚੂਨੇਟਲੀ। ਜੇ ਤੁਹਾਡੀ ਜੀਵਨ ਸੁਚੰਤਾ ਵਾਲੀ ਨਹੀਂ ਹੈ ਤੇ ਇਹ ਰੱਬੀ ਭੈ ਅੰਦਰ ਨਹੀਂ, ਇਹ ਨਿਰਮਲ ਭਾਵ ਨਹੀਂ ਆ ਸਕਦਾ। ਸਭ ਤੋਂ ਪਹਿਲੀ ਕੰਡੀਸ਼ਨ ਹੈ ਟਰੂਥਫੁਲ ਲਿਵਿੰਗ ਦੀ। ਭੈ ਬਿਨ ਭਰਮ ਨਾ ਕੱਟੀਏ, ਨਾਮ ਨਾ ਲੱਗੇ ਪਿਆਰ। ਨਾ ਨਾਮ ਨਾਲ ਪਿਆਰ ਆ ਸਕਦਾ ਤੇ ਨਾ ਭਰਮ ਕੱਟੇ ਜਾ ਸਕਦੇ ਹਨ।
ਤੇ ਮਹਾਰਾਜ ਇਹ ਕਿੱਥੋਂ ਆਉਂਦੇ ਹਨ? ਮਹਾਰਾਜ ਇਹ ਨਿਰਮਲ ਭਉ ਕਿੱਥੋਂ ਉਪਜਦਾ ਹੈ? ਨਿਰਮਲ ਭਉ ਕਿੱਥੋਂ ਮਿਲਦਾ ਹੈ? ਕੌਣ ਦਿੰਦਾ ਹੈ ਨਿਰਮਲ ਭਉ? ਤੇ ਗੁਰੂ ਅਮਰਦਾਸ ਪਾਤਸ਼ਾਹ ਜਵਾਬ ਦਿੰਦੇ ਹਨ, ਸਤਿਗੁਰ ਤੇ ਭਉ ਉਪਜੇ ਪਾਈਏ ਮੁਖ ਦੁਆਰ। ਇਹ ਗੁਰੂ ਤੋਂ ਭਉ ਆਉਂਦਾ ਹੈ, ਹੋਰ ਕਿਧਰੋਂ ਨਹੀਂ ਆ ਸਕਦਾ। ਗੁਰਬਾਣੀ ਤੋਂ ਸਿਵਾਏ ਔਰ ਭਉ ਕੋਈ ਦੇ ਨਹੀਂ ਸਕਦਾ ਕੋਈ ਹੋਰ। ਇਹ ਕੋਈ ਤੁਹਾਨੂੰ ਕੋਈ ਝੋਲੀ ਚ ਪਾ ਨਹੀਂ ਸਕਦਾ। ਸਤਸੰਗਤ ਦੇ ਥਰੂ ਮਿਲਦਾ ਹੈ, ਜੁੜਿਆਂ ਦੀ ਸੰਗਤ ਵਿੱਚੋਂ ਇਹ ਭਉ ਉਪਜਦਾ ਹੈ। ਕਿਸੇ ਦਾ ਹਾਲੇ ਵੀ ਫੋਨ ਜਾਂ ਕੁਝ ਔਨ ਹੈ, ਉਹਦੇ ਵਿੱਚੋਂ ਆਵਾਜ਼ ਆਉਂਦੀ ਪਈ ਹੈ। if somebody can help me and point it out who that is so that they can ਮੈਨੂੰ ਡਿਸਟਰਬ ਹੁੰਦਾ ਜਦੋਂ ਸੁਣਦਾ ਆਵਾਜ਼ਾਂ। ਭੈ ਬਿਨ ਭਰਮ ਨਾ ਕੱਟੀਏ, ਨਾਮ ਨਾ ਲੱਗੇ ਪਿਆਰ, ਸਤਿਗੁਰ ਤੇ ਭਉ ਉਪਜੇ ਪਾਈਏ ਮੋਖ ਦੁਆਰ। ਤੇ ਅੱਗੇ ਦੇਖੋ, ਤੇ ਜੇ ਇੱਕ ਵਾਰੀ ਉਹ ਪ੍ਰਮਾਤਮੀ ਇਹ ਸਹਿਜ ਦਾ ਭਉ ਆ ਜਾਏ ਅੰਦਰ, ਭੈ ਤੇ ਸਹਿਜ ਪਾਈਏ ਮਿਲ ਜੋਤੀ ਜੋਤ ਆਧਾਰ। ਤੇ ਜੇ ਉਹ ਰੱਬੀ ਡਰ ਜਿਹੜਾ ਹੈ, ਰੱਬੀ ਡਿਸਪਲਿਨ ਤੁਹਾਡੇ ਅੰਦਰ ਆ ਜਾਵੇ, ਉਹ ਡਿਸਪਲਿਨ ਦੇ ਅੰਦਰ ਰਹਿਣਾ ਸ਼ੁਰੂ ਕਰ ਦੇ ਬੰਦਾ, ਤੇ ਇਸ ਡਿਸਪਲਿਨ ਤੋਂ ਤੇ ਸਹਿਜ ਵਾਲੀ ਅਵਸਥਾ ਪ੍ਰਾਪਤ ਹੋ ਸਕਦੀ ਹੈ। ਤੇ ਇਹ ਕਿਹੜੀ ਅਵਸਥਾ ਹੈ? ਸਭ ਤੋਂ ਉੱਪਰਲੀ ਅਵਸਥਾ ਹੈ ਪ੍ਰਮਾਤਮਾ ਪਹੁੰਚਣ ਵਾਲੀ। ਭੈ ਤੇ ਸਹਿਜ ਪਾਈਏ ਮਿਲ ਜੋਤੀ, ਤੇ ਉਹ ਮਿਲ ਕੇ ਫਿਰ ਉਸ ਜੋਤੀ ਜੋਤ ਦੇ ਵਿੱਚ, ਪ੍ਰਮਾਤਮਾ ਦੇ ਵਿੱਚ, ਉਸ ਅਪਾਰ ਜੋਤ ਦੇ ਵਿੱਚ ਮਿਲ ਜਾਂਦਾ ਹੈ। ਭਾਵ ਉਹਦੇ ਤੇ ਪ੍ਰਮਾਤਮਾ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਭੈ ਤੇ ਭੈਜਲ ਲੰਘੀਏ ਗੁਰਮਤੀ ਵਿਚਾਰ। ਤੇ ਇਸ ਨਿਰਮਲ ਭਉ ਤੋਂ, ਇਸ ਸੰਸਾਰ ਵਰਗੇ ਭੋਜਲ ਤੋਂ ਬੰਦਾ ਨਿਕਲ ਜਾਂਦਾ ਹੈ, ਲੰਘ ਜਾਂਦਾ ਹੈ। ਇਹ ਕਿੱਥੋਂ ਲੰਘਦਾ ਹੈ? ਕਿੱਥੋਂ ਮਿਲਦਾ ਹੈ ਭੈ? ਇਹ ਮਿਲਦਾ ਹੈ ਗੁਰਮਤੀ ਵਿਚਾਰ ਤੋਂ, ਬਾਣੀ ਦੀ ਵਿਚਾਰ ਤੋਂ, ਗੁਰਬਾਣੀ ਦਾ ਅਧਿਐਨ ਤੋਂ, ਗੁਰਬਾਣੀ ਦੇ ਕੀਰਤਨ ਤੋਂ, ਗੁਰਬਾਣੀ ਦੇ ਗਾਇਨ ਤੋਂ, ਗੁਰਬਾਣੀ ਦੇ ਵਿਚਾਰ ਤੋਂ, ਗੁਰੂ ਜਨਾਂ ਦੇ ਸੰਗਤ ਵਿੱਚੋਂ, ਜੁੜਿਆਂ ਦੀ ਸੰਗਤ ਵਿੱਚੋਂ, ਉਸ ਵਿਚਾਰ ਵਿੱਚੋਂ, ਇਹ ਗੁਰਮਤੀ ਵਿਚਾਰ ਵਿੱਚੋਂ ਇਹ ਭੈ ਉਪਜਦਾ ਹੈ। ਤੇ ਜਿਨ੍ਹਾਂ ਮਿਲਿਆ ਨੂੰ ਇਹ ਭੈ ਮਿਲਿਆ ਹੈ, ਜਿਨ੍ਹਾਂ ਨੂੰ ਭੈ ਤੇ ਨਿਰਭਉ ਪਾਈਏ, ਇਸ ਭੈ ਤੋਂ, ਇਸ ਨਿਰਮਲ ਭਉ ਤੋਂ ਨਿਰਭਉ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਨਿਰਭਉ ਕੌਣ ਹੈ? ਪ੍ਰਮਾਤਮਾ, ਹੋਰ ਕੋਈ ਨਹੀਂ ਹੈ। ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਆਸਾ ਦੀ ਵਾਰ ਚਲਾਈ ਨਾ ਆਈ ਹਨ। ਉਸ ਤੋਂ ਸਿਵਾਏ ਕੋਈ ਹੋਰ ਨਿਰਭਉ ਨਹੀਂ ਹੈ। ਭੈ ਤੇ ਨਿਰਭਉ ਪਾਈਏ ਜਿਸਕਾ ਅੰਤ ਨਾ ਪਾਰਾਵਾਰ, ਜਿਹਦਾ ਅੰਤ ਕੋਈ ਪਾਰਾਵਾਰ ਨਹੀਂ ਹੈ। ਲੇਕਿਨ ਮਨਮੁਖ ਇਸ ਭੈ ਨੂੰ ਨਹੀਂ ਸਮਝ ਸਕਦਾ। ਜਿਹੜੇ ਗੁਰੂ ਦੇ ਰਸਤੇ ਵਿੱਚ ਨਹੀਂ ਚੱਲਦੇ, ਜਿਹੜੇ ਹਜ਼ੂਰੀ ਵਿੱਚ ਨਹੀਂ ਰਹਿੰਦੇ, ਮਨਮੁਖ ਭੈ ਕੀ ਸਾਰ ਨਾ ਜਾਣਨੀ, ਤ੍ਰਿਸ਼ਨਾ ਜਲਤੇ ਕਰੇ ਪੁਕਾਰ। ਜਿਹੜੀ ਹਮੇਸ਼ਾ ਤ੍ਰਿਸ਼ਨਾ ਵਿੱਚ ਰਹਿੰਦੇ ਹਨ, ਜਿਹੜੇ ਮਨਮੁਖ ਹਨ, ਜਿਹੜੀ ਹਜ਼ੂਰੀ ਵਿੱਚ ਜਿਨ੍ਹਾਂ ਦਾ ਜੀਵਨ ਨਹੀਂ ਹੈ, ਉਹ ਮਨਮੁਖ ਵਿਚਾਰੇ ਦੂਰ ਹੋ ਜਾਂਦੇ ਹਨ ਇਸ ਨਿਰਮਲ ਭੈ ਤੋਂ। ਨਿਰਮਲ ਭੈ ਤੋਂ ਦੂਰ ਹੋਣ ਦੀ ਵਜ੍ਹਾ ਦੇ ਨਾਲ ਪ੍ਰਮਾਤਮਾ ਦਾ ਪਿਆਰ ਨਹੀਂ ਪ੍ਰਾਪਤ ਕਰ ਸਕਦੇ ਵਿਚਾਰੇ। ਨਾਨਕ ਨਾਵੇਂ ਹੀ ਤੇ ਸੁਖ ਪਾਈਏ ਗੁਰਮਤੀ ਉਰਤਾਰ। ਨਾਵੇਂ ਇੱਥੇ ਪਿਆਰ ਆਇਆ। ਪਿਆਰ, ਪ੍ਰੇਮਾ ਭਗਤੀ ਤੋਂ ਸਿਵਾਏ ਉਸ ਪ੍ਰਮਾਤਮਾ ਦਾ ਸੁਖ ਨਹੀਂ ਮਿਲ ਸਕਦਾ ਤੁਹਾਨੂੰ। ਪ੍ਰੇਮਾ ਭਗਤੀ ਹੀ ਪ੍ਰਮਾਤਮਾ ਦਾ ਸੁਖ ਵਿੱਚ ਦੇ ਸਕਦੀ ਹੈ। ਉਸ ਪ੍ਰਮਾਤਮਾ ਦਾ ਨਾਮ, ਉਸ ਪ੍ਰਮਾਤਮਾ ਦਾ ਪਿਆਰ ਤੁਹਾਨੂੰ, ਪ੍ਰੇਮਾ ਭਗਤੀ ਵਾਲਾ ਪਿਆਰ ਜਿਹੜਾ ਹੈ, ਉਹ ਤਾਂ ਹੁੰਦਾ ਹੈ ਜਦੋਂ ਗੁਰਮਤੀ ਉਰਤਾਰ, ਗੁਰੂ ਦੀ ਮਤ ਦੁਆਰਾ ਉਰ ਮੰਨੇ ਤੁਹਾਡੇ ਅੰਦਰ, ਤੁਹਾਡੇ ਜੀਵਨ ਦੇ ਅੰਦਰ ਜਦੋਂ ਧਾਰ ਲਵੇ, ਗੁਰਬਾਣੀ ਤੁਹਾਡੇ ਜੀਵਨ ਦਾ ਆਧਾਰ ਬਣ ਜਾਏ, ਜਦੋਂ ਸੇਵਾ ਤੁਹਾਡੇ ਜੀਵਨ ਦਾ ਆਧਾਰ ਬਣ ਜਾਵੇ, ਤਾਂ ਉਸ ਬੰਦੇ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਪ੍ਰਗਟ ਹੁੰਦਾ ਹੈ। ਤੇ ਇਹ ਨਿਰਮਲ ਭਉ ਤੋਂ ਬਗੈਰ ਹੋਣਾ ਬੜਾ ਮੁਸ਼ਕਿਲ ਹੈ। ਹਾਂਜੀ, this is the shabad, second shabad I wanted to share today. And one thing I want to share, one more thing, ਕਿ ਇਹ ਜਿਹੜੀ ਚੀਜ਼ ਜਿਹੜੀ ਹੈ ਬੜੀ ਸਪੈਸ਼ਲ ਹੈ। ਹਰ ਇੱਕ ਦੇ ਜੀਵਨ 'ਚ ਇਹ ਚੀਜ਼ ਆਉਂਦੀ ਨਹੀਂ ਹੈ। ਬਿਕੋਜ਼ ਬਹੁਤ ਲੋਕ ਇਸ ਗੱਲ ਨੂੰ ਸਮਝਦੇ ਹਨ ਕਿ ਇਹ ਪ੍ਰਮਾਤਮਾ ਦਾ ਰਸਤਾ ਜਿਹੜਾ ਵਾ, ਇਹ ਮਨੇ ਕੀਰਤਨ ਕਰ ਲੈ ਬੰਦਾ, ਲੇਕਿਨ ਜੀਵਨ ਜਿਹੜਾ ਮਰਜੀ ਜੀਏ ਬਣਾ, ਉਹ ਹੋ ਨਹੀਂ ਸਕਦਾ ਜਦ ਤੱਕ ਬੰਦਾ ਪਾਵਰਫੁਲ ਨਾ ਹੋਵੇ ਅੰਦਰੋਂ, ਤੇ ਆਪਣੇ ਅੰਦਰ ਲਾਈਫ ਸਟਾਈਲ ਚੇਂਜਸ ਨਾ ਕਰ ਸਕੇ। ਤੇ ਜਿਹਨੇ ਝੂਠ ਬੋਲਣਾ ਹੈ ਹਮੇਸ਼ਾ, ਜਿਹਨੇ ਦੂਸਰਿਆਂ ਦਾ ਦਿਲ ਉਖਾਣਾ ਹੈ। ਅੱਛਾ, ਇੱਕ ਗੱਲ ਮੈਂ ਯਾਦ ਰੱਖਣਾ, let me correct myself here, ਝੂਠ ਬੋਲਣਾ ਨਹੀਂ, ਝੂਠ ਤੁਹਾਡੇ ਅੰਦਰ ਆਇਆ ਤੇ ਉਹ ਵੀ ਰਿਕਾਰਡਡ ਹੈ। ਹਾਂਜੀ, ਬੜਾ ਫਰਕ ਹੈ ਦੋਨਾਂ 'ਚ। ਮੈਨੂੰ ਕਿਸੇ ਦੇ ਬਾਰੇ ਬੁਰਾ ਖਿਆਲ ਆਇਆ ਤੇ ਮੈਂ ਉਹ ਕਰ ਲਿੱਤਾ, ਉਹ ਤੇ ਕ੍ਰਾਈਮ ਹੋ ਗਿਆ ਹੈ ਨਾ। I hit somebody, then you will be arrested and put in jail, and a lawsuit will be filed against you. But a thought came to me ਕਿ ਮੈਂ ਇਹਨੂੰ ਮਾਰਾਂ ਜਾ ਕੇ, ਜਾਂ ਇਹਦੇ ਬਾਰੇ ਕੋਈ ਬੁਰਾ ਖਿਆਲ ਆਇਆ। ਗੁਰਮਤਿ ਦੇ ਹਿਸਾਬ ਦੇ ਨਾਲ ਉਹ ਵੀ ਉਹ ਕ੍ਰਾਈਮ ਹੈ, ਬਾਏ ਦਾ ਵੇ। ਉਹ ਵੀ ਤੁਹਾਡੇ ਨਾਲ ਲਿਖਿਆ ਗਿਆ ਕ੍ਰਾਈਮ। ਤੁਸੀਂ ਕੀਤਾ ਨਾ ਹੋਵੇ ਬੇਸ਼ੱਕ ਉਹ, ਲੇਕਿਨ ਤੁਹਾਡੇ ਮਨ 'ਚ ਆਈ ਗੱਲ ਕਰਨ ਨੂੰ, ਉਹ ਕ੍ਰਾਈਮ ਹੈ। ਉਹ ਨਹੀਂ ਹੋਣਾ ਚਾਹੀਦਾ ਸੀ, ਤੁਹਾਡੇ ਮਨ 'ਚ ਨਹੀਂ ਆਣੀ ਚਾਹੀਦੀ ਸੀ ਗੱਲ ਉਹ ਵਾਲੀ।
ਹਜ਼ੂਰੀ ਵਾਲੇ ਜੀਵਨ ਚ ਮਨ ਚ ਗੱਲ ਆਣੇ। ਹੁਣ ਦੇਖੋ ਜਿਹੜਾ ਬੰਦਾ ਹਜ਼ੂਰੀ ਵਾਲੇ ਹੋਏਗਾ ਉਹ ਕਿਨ ਸੋਚ ਸਕਦਾ ਨਾ। ਹੁਣ ਮੈਂ ਕਿਸੇ ਨਾਲ ਸਲਾਹ ਕਰ ਰਿਹਾ, ਮੇਰੇ ਅੰਦਰ ਕੋਈ ਨਾਲ ਬੈਠਾ ਹੋਵੇ, ਪਹਿਲਾਂ ਕਿ ਹਰ ਚੀਜ਼ ਮੇਰੀ ਅੰਦਰੋਂ ਦੇਖ ਰਿਹਾ ਹੋਵੇ, ਜਾਣਦਾ ਹੋਵੇ, ਘਟ ਕੀ ਪਟ ਕੀ ਜਾਣੇ ਹੋਵੇ, ਤੇ ਫਿਰ ਕਿਸਾ ਬੰਦਾ ਫਿਰ ਉਹ ਕਹੇਗਾ ਯਾਰ ਇਹ ਦੇਖ ਰਿਹਾ ਹੈ, ਇਹ ਤੋਂ ਛੁਪ ਕੇ ਹੀ ਕਰਾਂ ਕੰਮ, ਇਹਦੇ ਵਿੱਚ ਸਾਹਮਣੇ ਕਰਾਂਗਾ ਤੇ ਸ਼ਰਮ ਆਏਗੀ ਕਰਦਿਆਂ ਮੈਨੂੰ। ਸੋ ਇਹ ਨਿਰਮਲ ਭਾਵ ਦਾ ਕਨਸੈਪਟ ਹੈ, ਤੇ ਇਹ ਨਿਰਮਲ ਭਾਵ ਜਿਹੜਾ ਵੈ ਉਹ ਆਪ ਨਿਰਭਉ ਹੈ, ਉਹ ਭੈ ਤੋਂ ਰਹਿਤ ਹੈ, ਲੇਕਿਨ ਨਿਰਮਲ ਭੈ ਜਿਹੜਾ ਹੈ ਉਹ ਬਾਣੀ ਵਿੱਚ ਐਕਸੈਪਟੈਂਸ ਹੈ ਉਹਦੀ। ਤੇ ਮੈਂ ਇੱਕ ਹੋਰ ਛੋਟੀ ਜਿਹੀ ਗੱਲ ਕਹਿ ਕੇ I'm going to 9:26 so again within 5 minutes I'll try to end the session today। ਇੱਕ ਤੇ ਹੈ ਇਹ ਜਿਹੜਾ ਸੈਲਫ ਡਿਸਪਲਿਨ ਜਿਹਦੇ ਬਾਰੇ ਗੱਲ ਕੀਤੀ ਹੈ, ਉਹ ਇੱਕ ਪ੍ਰਮਾਤਮਾ ਦਾ ਬਣਾਇਆ ਹੋਇਆ ਆਪਣਾ ਡਿਸਪਲਿਨ ਹੈ। ਉਹ ਡਿਸਪਲਿਨ ਇਹੋ ਜਿਹਾ ਹੈ ਕਿ ਉਹ ਤੁਹਾਨੂੰ ਜ਼ਬਰਦਸਤੀ ਰਹਿਣਾ ਪੈਂਦਾ ਉਸ ਡਿਸਪਲਿਨ ਵਿੱਚ। ਉਹਨੂੰ ਵੀ ਭੈ ਕਿਹਾ ਗਿਆ ਹੈ ਗੁਰਬਾਣੀ ਵਿੱਚ। ਫॉर एग्जांपल the sun cannot decide one day ਕਿ ਮੈਂ ਵੈਸਟ ਤੋਂ ਆਣਾ, ਈਸਟ ਤੋਂ ਨਹੀਂ ਆਣਾ, ਉਹਦੀ ਮਰਜ਼ੀ ਨਹੀਂ ਹੈ ਕੋਈ। ਉਹ ਕੱਲ ਸਵੇਰੇ ਮੈਂ ਕਿ ਸਰਦੀਆਂ ਵਿੱਚ ਉਧਰੋਂ ਆਇਆ ਕਰਾਂਗਾ ਤੇ ਗਰਮੀਆਂ ਚ ਉਧਰੋਂ ਆਇਆ ਕਰਾਂਗਾ, ਉਹ ਨਹੀਂ ਹੋ ਸਕਦਾ। ਹਾਂਜੀ, ਤੇ ਜੇ ਕਵੇ ਇੱਕ ਬੰਦਾ ਕਿ ਮੈਂ ਸਵੇਰੇ ਉਠਾਂਗਾ ਤੇ ਮੇਰੀਆਂ ਅੱਖਾਂ ਸਾਹਮਣੇ ਨਹੀਂ ਦੇਖਣਗੀਆਂ, ਪਿੱਛੇ ਦੇਖਣਗੀਆਂ ਮੇਰੀਆਂ, ਤੇ ਮੈਂ ਚਾਹੁੰਦਾ ਕਿ ਉਹ ਮੇਰੀਆਂ ਅੱਖਾਂ ਪਿੱਛੇ ਦੇਖ ਲੈਣ, ਉਹ ਨਹੀਂ ਹੋ ਸਕਦਾ। ਉਹ ਕਈ ਚੀਜ਼ਾਂ ਜਿਹੜੀਆਂ ਹੈ, ਜਿਹੜੀਆਂ ਮੈਨੂੰ ਇੱਕ ਅੱਖ ਐਕਸਟਰਾ ਲਗਾ ਦਿਓ, ਤੀਸਰੀ ਉਹ ਨਹੀਂ ਹੋ ਸਕਦੀ। ਉਹ ਡਿਸਪਲਿਨ ਇੱਕ ਓਵਰਆਲ ਡਿਸਪਲਿਨ ਹੈ ਉਹਦਾ, ਜਿਹਦੇ ਵਿੱਚ ਰਹਿੰਦੇ ਹਨ ਸਾਰੇ ਅਸੀਂ। ਹਾਂਜੀ, ਉਹ ਉਹਦੇ ਚੋਂ ਬਾਹਰ ਨਹੀਂ ਜਾ ਸਕਦੇ ਤੁਸੀਂ। ਉਹਨੂੰ ਵੀ ਗੁਰਬਾਣੀ ਚ ਭੈ ਕਿਹਾ ਗਿਆ ਹੈ। ਆਸਾ ਦੀ ਵਾਰ ਵਿੱਚ ਭੈ ਦੇ ਉੱਤੇ ਪੂਰਾ ਸ਼ਲੋਕ ਹੈ। I want to discuss it, but I don't want to bring it. I can read a few lines. For example, ਭੈ ਵਿੱਚ ਪਵਨ ਵਹੇ ਸਦਵਾਓ, ਭੈ ਵਿੱਚ ਚੱਲੇ ਲਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਸ ਫਿਰੇ ਫਿਰ। ਇਹਦੇ ਵਿੱਚ ਦੱਸਿਆ ਨੇ ਕਿ ਇਹ ਸਾਰੇ ਇਨਸਾਨ ਜਿਹੜੇ ਕ੍ਰੀਏਟ ਕੀਤੇ ਗਏ ਹਨ ਉਸ ਓਵਰਆਲ ਇੱਕ ਸਿਸਟਮ ਦੇ ਅੰਦਰ ਚੱਲਦੇ ਨੇ, ਉਸ ਓਵਰਆਲ ਸਿਸਟਮ ਦੇ ਅੰਦਰ ਚੱਲਣ ਵਾਲੇ ਹਨ ਸਾਰੇ। ਲੇਕਿਨ ਸਿਸਟਮ ਦੇ ਅੰਦਰ ਚੱਲ ਕੇ ਵੀ ਛੂਟ ਦਿੱਤੀ ਹੋਈ ਹੈ, ਸਿਸਟਮ ਦੇ ਅੰਦਰ ਚੱਲ ਕੇ ਵੀ ਤੁਹਾਨੂੰ ਥੋੜੀ ਫਰੀडम ਦਿੱਤੀ ਹੋਈ। ਹਾਂ ਕਰਨਾ ਤੇ ਤੋ ਕਰ ਲੋ, ਤੁਸੀਂ ਝੂਠ ਬੋਲ ਸਕਦੇ ਹੋ ਜੇ ਬੋਲਣਾ ਚਾਹੋ ਤੇ। ਹਾਂਜੀ, ਦੇਖੀ ਦਾ ਦਿਲ ਦੁਖਾਣਾ ਚਾਹੇ ਬੰਦਾ, ਉਹਦੇ ਹੁਕਮ ਚ ਹੀ ਹੈ ਸਾਰਾ ਕੁਝ। ਜੇ ਉਹ ਨਾ ਹੋਵੇ ਤੇ ਕੁਝ ਨਹੀਂ ਹੋ ਸਕਦਾ, ਪਰ ਤਾਂ ਵੀ ਛੂਟ ਹੈ ਨਾ ਤੁਹਾਨੂੰ ਥੋੜੀ ਜਿਹੀ, ਹੈ ਨਾ। ਤੇ ਇੱਥੇ ਅੱਗੇ ਜਾ ਕੇ ਇਹ ਵੀ ਲਿਖਿਆ ਨੇ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ ਆਏ ਨਾ ਵਰਡ। ਇਹ ਆਸਾ ਦੀ ਵਾਰ ਚ ਵਰਡ ਆਏ ਨਾ ਵੱਲੇ ਕਿ ਹਾਂ ਉਹ ਚੱਲਦੇ ਹਨ, ਸੂਰਜ ਤੇ ਚੰਦਰਮਾ ਕਰੋੜਾਂ ਕੋ ਚੱਲਦੇ ਹੈ ਨਾ। ਉਹਦੇ ਭੈ ਵਿੱਚ ਚੱਲਦੇ ਪਏ, ਉਹਦੇ ਡਰ ਵਿੱਚ, ਉਹਦੇ ਮਰਿਆਦਾ ਵਿੱਚ ਚੱਲਦੇ ਪਏ। ਇੱਕ ਉਹ ਭੈ ਵੀ ਹੈ ਜਿਸ ਭੈ ਵਿੱਚ ਸਾਰੇ ਰਹਿੰਦੇ ਹਾਂ ਅਸੀਂ। ਲੇਕਿਨ ਮੈਂ ਜਿਹੜੀ ਗੱਲ ਕੀਤੀ ਹੈ ਭੈ ਦੀ ਅੱਜ, ਨਿਰਮਲ ਭਾਵ ਦੀ, ਉਹ ਹਜ਼ੂਰੀ ਵਾਲਾ ਜੀਵਨ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਇੱਕ ਨਵੇਕਲਾ ਕਨਸੈਪਟ ਸ਼ੁਰੂ ਕੀਤਾ, ਉਹਨਾਂ ਨੇ ਪਹਿਲੇ ਨਹੀਂ ਸੀ ਇਹ ਵਾਲਾ ਕਨਸੈਪਟ ਕਿਸੇ ਨੇ ਰੱਖਿਆ। ਗੁਰੂ ਨਾਨਕ ਜਨਮ ਸਾਖੀਆਂ ਚ ਇੱਕ ਸਾਖੀ ਆਉਂਦੀ ਹੈ, ਮੈਨੂੰ ਯਾਦ ਨਹੀਂ ਹੈ, ਆਈ ਥਿੰਕ ਜਦੋਂ ਮਹਾਰਾਜ ਨਿਕਲੇ ਨਾ ਤਲਵੰਡੀ, ਇੱਥੋਂ ਜਦੋਂ ਤਲਵੰਡੀ ਤੋਂ ਨਹੀਂ, ਜਿੱਥੋਂ ਨਿਕਲੇ, ਜਦੋਂ ਸੁਲਤਾਨਪੁਰ ਲੋਧੀ ਤੋਂ ਨਿਕਲੇ ਜਦੋਂ, ਤੇ ਪਹਿਲੀ ਉਦਾਸੀ ਤੇ ਜਦੋਂ ਗਏ, ਜਦੋਂ ਇਹ ਪਹਿਲੀ ਉਦਾਸੀ ਪੰਜਾਬ ਵਾਲੀ ਉਦਾਸੀ ਸੀ, ਜਿਹਦੇ ਚ ਅਹਿਮਦਾਬਾਦ ਵੀ ਗਏ, ਜਿਹਦੇ ਚ ਮੁਲਤਾਨ ਵੀ ਗਏ, ਜਿਹਦੇ ਪੰਜਾਬ ਦੇ ਅੰਦਰ ਜਿਹੜੀ ਉਦਾਸੀ ਜਿਹੜੀ ਉਹਨਾਂ ਨੇ ਲਿੱਤੀ ਪਹਿਲੀ, ਇਹ ਛੋਟੀ ਉਦਾਸੀ ਸੀ, 2 ਜਾਂ 3 ਸਾਲ ਦੀ ਉਦਾਸੀ ਸੀ। ਵਾਪਸ ਆ ਗਏ ਘਰ। ਤੇ ਜਨਸਾਖੀਆਂ ਚ ਲਿਖਿਆ ਕਿ ਪਹਿਲੀ ਉਦਾਸੀ ਜਦੋਂ ਗਏ ਤੇ ਬਾਹਰ ਜਦੋਂ ਗਏ, ਜਦੋਂ ਸ਼ਹਿਰ ਤੋਂ ਬਾਹਰ ਗਏ ਤੇ ਉੱਥੇ ਇੱਕ ਵੈਸ਼ਨਵ ਸਾਧੂ ਸੀ, ਉਹ ਮਿਲਿਆ ਉਹਨਾਂ ਨੂੰ ਉੱਥੇ। ਇਹ ਜਿੱਥੇ ਪਹਿਲਾ ਪੜਾਵ, ਜਿੱਥੇ ਫਸਟ ਨਾਈਟ ਜਿੱਥੇ ਰੁਕੇ ਸੁਲਤਾਨਪੁਰ ਲੋਧੀ ਤੋਂ ਬਾਹਰ, ਉਸ ਸਾਧੂ ਵਿਚਾਰੇ ਨੇ ਪੈਰਾਂ ਤੇ ਗਿਰਿਆ ਉਹਨਾਂ ਦੇ ਤੇ ਕਹਿਣ ਲੱਗਾ, ਹੇ ਮੇਰੇ ਦਾਤਾ, ਬੜਾ ਕੁਝ ਕੀਤਾ ਹੈ ਮੈਂ, ਬੜੇ ਹਵਨ ਕੀਤੇ ਹਨ, ਬੜੇ ਪਾਠ ਕੀਤੇ ਹਨ, ਬੜੀ ਜਗ੍ਹਾ ਇਸ਼ਨਾਨ ਕਰਕੇ ਆਇਆ ਹਾਂ, ਬੜਾ ਮੈਂ ਕਰਦਾ ਕੰਮ, ਪ੍ਰਮਾਤਮਾ ਦਾ ਸਿਮਰਨ ਵੀ ਕਰਨ ਦੀ ਕੋਸ਼ਿਸ਼ ਕਰਦਾ, ਸਵੇਰੇ ਵੀ ਉੱਠਦਾ, ਲੇਕਿਨ ਹਾਲੇ ਵੀ ਮੇਰਾ ਉਸ ਪ੍ਰੇਮਾ ਭਗਤੀ ਵਾਲਾ ਭਾਵ ਬਣ ਨਹੀਂ ਪਾਇਆ ਅੰਦਰ, ਮੇਰੇ ਤੇ ਕਿਰਪਾ ਕਰੋ। ਤੇ ਉੱਥੇ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਵਾਰੀ ਹਜ਼ੂਰੀ ਦਾ ਉੱਥੇ ਉਪਦੇਸ਼, ਉੱਥੇ ਜਮਸਾਖੀਆਂ ਵਿੱਚ ਗੁਰੂ ਨਾਨਕ ਚਮਤਕਾਰ ਚ ਗੱਲ ਆਈ। ਗੁਰੂ ਨਾਨਕ ਚਮਤਕਾਰ ਵਿੱਚ ਇਹ ਗੱਲ, let me turn off my phone, my alarm's going on, hold on 1 second। ਉੱਥੇ ਪਹਿਲੀ ਵਾਰੀ ਗੁਰੂ ਨਾਨਕ ਚਮਤਕਾਰ ਵਿੱਚ ਉੱਥੇ ਛੋਟਾ ਜਿਹਾ ਚੈਪਟਰ ਹੈ, ਆਈ ਥਿੰਕ 4 ਜਾਂ 5 ਪੈਰਾਗ੍ਰਾਫ ਦਾ ਚੈਪਟਰ ਵਿੱਚ ਮਹਾਰਾਜ ਨੇ ਉੱਥੇ ਉਪਦੇਸ਼ ਜਿਹੜਾ ਹੈ, ਪਾਵਨ ਉਪਦੇਸ਼ ਉਸ ਸਾਧੂ ਨੂੰ ਦਿੱਤਾ। ਤੇ ਉਸ ਸਾਧੂ ਨੂੰ ਤਾਰਿਆ, ਉਸ ਸਾਧੂ ਨੂੰ, ਵੈਸ਼ਨਵ ਸਾਧੂ ਸੀ ਉਹ, ਤੇ ਉਹਨੂੰ ਸਮਝਾਇਆ ਉਸਨੂੰ ਕਿ ਤੇਰਾ ਜੀਵਨ ਹਜ਼ੂਰੀ ਵਾਲਾ ਨਹੀਂ ਹੈ। ਤੂੰ ਜਦੋਂ ਸਿਮਰਨ ਕਰਨ ਬੈਠਦਾ ਹੈ ਤਾਂ ਤੂੰ ਆਪਣੇ ਇਸ਼ਟ ਨੂੰ ਨਾਲ ਨਹੀਂ ਬਿਠਾਉਂਦਾ। ਤੂੰ ਜਦੋਂ ਸਵੇਰੇ ਉੱਠਦਾ, ਤੇਰੇ ਇਸ਼ਟ ਤੇਰੇ ਨਾਲ ਨਹੀਂ ਹੁੰਦੇ ਤੇਰੇ।
ਤੂੰ ਬਗੈਰ ਹਜ਼ੂਰੀ ਵਾਲੇ ਜੀਵਨ ਦੇ ਉੱਤੇ ਜਿਹੜਾ ਹੈ ਤੇਰੇ ਵਿੱਚ ਨਿਰਮਲ ਭਾਵ ਨਹੀਂ ਹੈ, ਉਹਦਾ ਘਾਟ ਹੈ ਤੇਰੇ ਅੰਦਰ। ਤੇ ਉਸ ਪਾਵਨ ਉਪਦੇਸ਼ ਦੇ ਨਾਲ ਉਸ ਸਾਧੂ ਨੂੰ ਉਤਾਰਦੇ ਹਨ ਤੇ ਰਾਤ ਰਹਿ ਕੇ ਉਹਦੇ ਕੋਲ ਅਗਲੇ ਦਿਨ ਸਵੇਰੇ ਫਿਰ ਆਪਣੀ ਯਾਤਰਾ ਤੇ ਚਲੇ ਜਾਂਦੇ ਹਨ। ਮਹਾਰਾਜ ਇਹੋ ਜਿਹੀਆਂ ਬੜੀਆਂ ਜ਼ਿੰਦਗੀਆਂ ਉਹਨਾਂ ਦੇ ਜੀਵਨ ਚ ਆਈਆਂ। ਅਗਰ ਉਦਾਸੀਆਂ ਪੜ੍ਹੋਗੇ ਤੁਸੀਂ ਉਹਨਾਂ ਦੀਆਂ ਤੇ ਇਹੋ ਜਿਹੇ ਬੜੇ ਉਪਦੇਸ਼ ਉਹਨਾਂ ਦੇ ਆਏ ਹਨ। ਮੈਨੂੰ ਇਹ ਯਾਦ ਆਇਆ ਅਚਾਨਕ, ਮੈਂ ਹਮੇਸ਼ਾ ਉਸ ਵੈਸ਼ਨਵ ਸਾਧੂ ਨੂੰ ਜਿੱਥੇ ਜਿੱਥੇ ਪਹਿਲੀ ਰਾਤ ਮਹਾਰਾਜ ਜਿੱਥੇ ਜਿੱਥੇ ਜਿਹਨੂੰ ਤਾਰਨਾ ਸੀ ਉਹ ਗਏ ਨੂੰ ਉੱਥੇ ਤਾਰਨ ਵਾਸਤੇ ਉਹਨੂੰ। ਉਹਨਾਂ ਨੇ ਕਿਸੇ ਨੂੰ ਬੁਲਾਇਆ ਨਹੀਂ ਕਿ ਤੁਸੀਂ ਆਓ ਤੇ ਮੇਰਾ ਉਧਾਰ ਕਰੋ, ਆਪ ਕੇ ਉਧਾਰ ਕਰਨ ਵਾਸਤੇ। ਕਈ ਉਹਨਾਂ ਕੋਲ ਵੀ ਆਏ, ਕਈ ਉਹਨਾਂ ਕੋਲ ਆਪ ਗਏ ਨੂੰ ਉੱਤੇ ਹਜ਼ੂਰੀ ਵਾਲਾ। ਤੇ ਇਹ ਨਿਰਭਉ ਦਾ ਕਨਸੈਪਟ ਹੈ। ਤੇ ਪ੍ਰਮਾਤਮਾ ਡਰ ਤੋਂ ਰਹਿਤ ਹੈ, ਉਹਦਾ ਡਿਸਪਲਿਨ ਹਰ ਜਗ੍ਹਾ ਹੈ। ਔਰ ਉਹਦੇ ਡਿਸਪਲਿਨ ਅਗਰ ਤੁਸੀਂ ਰੱਖ ਲਓ, ਤੁਸੀਂ ਹਜ਼ੂਰੀ ਵਿੱਚ ਆ ਜਾਓ ਤੇ ਤੁਸੀਂ ਆਪ ਨਿਰਭਉ ਬਣ ਜਾਓਗੇ। ਇਹ ਹੈ ਉਹਦਾ ਸਾਧਨ ਪੱਖ ਨਿਰਭਉ ਦਾ। ਤੇ ਅਖੀਰਲੀ ਅਵਸਥਾ ਫਿਰ ਉਹ ਬਣੇਗੀ ਜਦੋਂ ਬਣ ਜਾਂਦੀ ਹੈ ਇਹੋ ਜਿਹੀ ਅਵਸਥਾ, ਤੇ ਫਿਰ ਬੰਦਾ ਕਿਸੇ ਕੋਲ ਡਰਦਾ ਨਹੀਂ ਕਿਸੇ ਕੋਲੋਂ। ਪਰ ਫਰਕ ਇਹ ਹੈ, ਡਰਿਆ ਤੇ ਔਰੰਗਜ਼ੇਬ ਵੀ ਕਿਸੇ ਕੋਲ ਨਹੀਂ, ਉਹ ਵੀ ਬੜਾ ਪਾਵਰ। ਡਰਿਆ ਤੇ ਹਿਟਲਰ ਵੀ ਪਹਿਲੇ ਕਿਸੇ ਕੋਲ ਨਹੀਂ, ਡਰਿਆ ਤੇ ਚੰਗੇਜ਼ ਖਾਨ ਵੀ ਪਹਿਲੇ ਕਿਸੇ ਕੋਲ ਨਹੀਂ। ਪਤਾ ਕੀ ਫਰਕ ਹੈ ਸੰਤ ਵਿੱਚ? ਸੰਤ ਦਾ ਨਿਰਭਉ ਬਣਨਾ ਤੇ ਔਰੰਗਜ਼ੇਬ ਦਾ ਨਿਰਭਉ ਬਣਨਾ, ਸੰਤ ਦਾ ਨਿਰਭਉ ਬਣਨਾ ਤੇ ਹਿਟਲਰ ਦਾ ਨਿਰਭਉ ਬਣਨਾ। ਪਤਾ ਕੀ ਫਰਕ ਹੈ ਸਭ ਤੋਂ ਵੱਡਾ? ਸੰਤ ਨਾ ਕਿਸੇ ਨੂੰ ਡਰਾਉਂਦੇ ਹਨ, ਨਾ ਡਰਦੇ ਹਨ। ਬਸ ਇਹ ਫਰਕ ਹੈ। ਉਹ ਪਾਵਰਫੁਲ ਵੱਡੇ ਤੋਂ ਵੱਡੇ ਹੋਏ ਕਿਸੇ ਨੂੰ ਡਰਾਉਂਦੇ ਨਹੀਂ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਵਿੱਚੋਂ ਸ਼ਲੋਕ ਮਹਲੇ 9ਵੇਂ ਵਿੱਚੋਂ ਉਹ ਲਾਈਨ ਕਿੰਨੀ ਪਾਵਰਫੁਲ ਹੈ ਨਾ, ਬਹਿ ਕਾਹੂ ਕਉ ਦੇਤ ਨਹੀਂ, ਨਾ ਬਹਿ ਮਾਨਤ ਆਨ ਆਏ ਨ ਵਰਲਡ। ਨਾ ਕਿਸੇ ਨੂੰ ਡਰ ਦਿੰਦਾ ਹੈ, ਨਾ ਕਿਸੇ ਨੂੰ ਡਰਾਉਂਦਾ ਹੈ ਤੇ ਨਾ ਆਪ ਡਰਦਾ ਹੈ। ਇਹ ਫਰਕ ਹੈ ਸੰਤ ਦਾ ਨਿਰਭਉ ਹੋਣਾ ਤੇ ਆਪ ਕਿਸੇ ਜ਼ਾਲਮ ਦਾ ਨਿਰਭਉ ਹੋ ਜਾਣਾ। ਠੀਕ ਹੈ, ਔਰੰਗਜ਼ੇਬ ਵੀ ਨਾ ਸ਼ਾਇਦ ਡਰਿਆ ਹੋਵੇ ਕਿਉਂਕਿ ਪਾਵਰਫੁਲ ਅੰਦਰੋਂ ਸ਼ਾਇਦ ਡਰਦਾ ਹੀ ਹੋਵੇ ਕਿਸੇ ਚੀਜ਼ ਤੋਂ। ਆਰਮੀਜ਼ ਪਾਵਰਫੁਲ ਸਨ, ਵੱਡੀ ਇੰਪਾਇਰ ਸੀ, ਬੜੀ ਉਹਦੀ ਹੈ ਜੀ। ਲੇਕਿਨ ਗੁਰਬਾਣੀ ਦੇ ਹਿਸਾਬ ਨਾਲ ਨਿਰਭਉ ਨਹੀਂ ਹੈ ਕਿਉਂਕਿ ਦੂਸਰਿਆਂ ਨੂੰ ਡਰਾਉਂਦਾ ਸੀ ਨਾ। ਨਿਹੱਥਿਆਂ ਤੇ ਵਾਰ ਕੀਤੇ ਨੇ, ਬੜੇ ਨਿਹੱਥਿਆਂ ਨੂੰ ਮਾਰਿਆ, ਸੰਤਾਂ ਨੂੰ ਕਤਲ ਕੀਤਾ ਉਸਨੇ। ਇਸ ਵਾਸਤੇ ਉਹ ਨਿਰਭਉ ਨਹੀਂ ਉਹ ਨਿਰਭਉ ਦੀ ਕੈਟੇਗਰੀ ਚ ਨਹੀਂ ਆਉਂਦੇ ਵਰਡ। ਨਿਰਭਉ ਦੀ ਕੈਟੇਗਰੀ ਚ ਉਹ ਆਉਂਦੇ ਨੇ ਵਰਡ ਜੇ ਡਰਦੇ ਨਹੀਂ ਕਿਸੇ ਕੋਲੋਂ ਤੇ ਦੂਸਰਿਆਂ ਦਾ ਡਰ ਦੂਰ ਕਰਦੇ ਹਨ, ਆਪ ਨਾ ਡਰਦੇ ਹਨ ਤੇ ਨਾ ਡਰਾਉਂਦੇ ਹਨ, ਤੇ ਦੂਸਰਿਆਂ ਦਾ ਹੱਥ ਪਕੜ ਕੇ ਉਹਨਾਂ ਦੇ ਜੀਵਨ ਦੇ ਹਰ ਡਰ ਦੂਰ ਕਰਦੇ ਹਨ। ਇਹ ਨਿਰਭਉ ਹੈ, ਉਹ ਅਸਲੀ ਨਿਰਭਉ ਹੈ। ਇਹ ਸਾਧਨ ਪੱਖ ਹੈ ਨਿਰਭਉ ਦਾ, ਜਿਹੜੀ ਸੰਥਿਆ ਵਿੱਚ ਬਹੁਤ ਸੋਹਣੀ ਤਰੀਕੇ ਦੇ ਨਾਲ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬਹੁਤ ਸੋਹਣੀ ਤਰੀਕੇ ਨਾਲ ਹੀ ਸਮਝਾਇਆ ਇਸ ਨੂੰ। ਤੇ ਮੈਂ ਉਹਨਾਂ ਦੇ ਵਿਚਾਰ ਹੀ ਮੈਂ ਸਿੱਖਿਆ ਸਾਰਾ ਕੋਲ ਉਹਨਾਂ ਕੋਲ ਹੀ ਹੈ ਸਾਰਾ ਕੁਝ। ਮੇਰੀ ਆਪਣੀ ਨੌਲੇਜ ਤੇ ਸਾਰੀ ਸੈਕੰਡ ਹੈਂਡ ਹੈ ਸਾਰੀ। ਮੈਂ ਹਮੇਸ਼ਾ ਕਿਹਾ ਕਰਦਾ ਕਿ ਮੇਰੀ ਆਪਣੀ ਨੌਲੇਜ ਸਾਰੀ ਸੈਕੰਡ ਹੈਂਡ ਹੈ। ਜੋ ਸਿੱਖਿਆ ਹੈ ਦੂਸਰਿਆਂ ਕੋਲੋਂ ਸਿੱਖਿਆ ਹੈ ਤੇ ਉਹ ਪੜ੍ਹ ਕੇ ਤੁਹਾਨੂੰ ਸੁਣਾ ਦੇਣਾ, ਬਸ ਆਪਣਾ ਕੁਝ ਵੀ ਨਹੀਂ ਮੇਰਾ। I'm going to stop here for a second and see if anybody has any questions though, and truly understanding the word nirbhau, what nirbhau really means, Viji, this was chapter number 12 in Sri Guru Nanak Chamatkar, what you discussed. ਉਹ ਜਿਹੜਾ ਉਹ ਡਰ ਵਾਲਾ ਸ਼ਬਦ ਜਿਹਦਾ ਡਿਸਕਸ ਕੀਤਾ ਹੈ ਕਿ ਜਿਹੜਾ ਜੋ ਤੁਸੀਂ ਸਾਖੀ ਸੁਣਾਈ ਹੈ ਨਾ ਵੀਰ ਜੀ, ਤਾਰਨਹਾਰ ਦੀ ਹਰਿਦੁਆਰ ਫੇਰੀ। ਹਾਂਜੀ ਹਾਂਜੀ। ਸੋ ਗੁਰੂ ਨਾਨਕ ਚਮਤਕਾਰ ਤੋਂ ਹੁਣ ਸਾਰਾ ਕੁਝ ਡਿਸਕਸ ਹੋਇਆ ਹੀ ਹੋਇਆ ਉੱਥੇ। ਸੋ ਐਨੀਵੇ, ਸੋ ਇਹ ਵੈਸ਼ਨਵ ਸਾਖੀ ਦੀ ਵੀ ਹੈ ਇੱਥੋਂ। ਤੇ ਸੋ ਨਿਰਭਉ ਦੀ ਡੈਫੀਨੇਸ਼ਨ ਹੈ ਕਿ ਜਿਹੜਾ ਨਾ ਡਰੇ ਤੇ ਨਾ ਡਰਾਏ, ਇੱਕ ਇਹ ਤੇ ਦੂਸਰਾ ਦੂਸਰਿਆਂ ਦਾ ਹੱਥ ਫੜ ਕੇ ਉਹਨਾਂ ਦੇ ਡਰ ਦੂਰ ਕਰੇ, ਉਹਨਾਂ ਨੂੰ ਸਿਕਿਉਰ ਬਣਾਏ। ਉਹਨਾਂ ਦੇ ਡਰ ਉਹ ਬਾਣੀ ਦੁਆਰਾ ਹੁੰਦਾ ਹੈ, ਉਹ ਉਸ ਸਿਮਰਨ ਦੁਆਰਾ ਹੁੰਦਾ ਹੈ, ਉਹ ਬਾਣੀ ਦੇ ਵਿਚਾਰ ਦੁਆਰਾ ਇਹ ਡਰ ਦੂਰ ਹੁੰਦੇ ਹਨ ਸਾਰਿਆਂ ਦੇ। ਹਾਂਜੀ, anybody else has any questions before I end the class? 9:35 right now. I'm going to end in the next minute or so if nobody has any questions. I just have a comment ki dar, I agree we should recover, try to humne dar nu se overcome kariye, but it's okay to be fearful. Yeah, it's okay to be fearful only for, it's not okay to be ਗੁਰਮਤਿ ਦੇ ਹਿਸਾਬ ਦੇ ਨਾਲ ਇਹ ਮਾਡਰਨ ਜਿਹੜੀ ਹੈ ਥਾਟ ਜਿਹੜੀ ਕਹਿੰਦੀ ਹੈ ਕਿ ਇਟਸ ਓਕੇ ਟੂ ਬੀ ਫੀਅਰਫੁਲ ਇੱਕ ਨੈਚੁਰਲ ਰਿਐਕਸ਼ਨ ਹੈ ਬਾਡੀ ਦੀ ਜਦੋਂ ਫੀਅਰ ਹੋ ਜਾਂਦਾ ਬਾਡੀ ਵਿੱਚ। ਗੁਰਮਤਿ ਦੇ ਹਿਸਾਬ ਦੇ ਨਾਲ ਪਰਮਾਤਮਾ ਦਾ ਜੁੜਿਆ ਹੋਇਆ ਬੰਦਾ ਕਿਸੇ ਤੋਂ ਫੀਅਰ ਨਹੀਂ ਕਰਦਾ ਦੀਦੀ।
ਸੋ ਨਰਵੀਨ ਦੀਦੀ ਇੱਥੇ ਗੁਰਮਤ ਦੇ ਵਿਚਾਰ ਤੇ ਮਾਡਰਨ ਜਿਹੜੀ ਦੇ ਵਿਚਾਰ ਵਿੱਚ ਫਰਕ ਹੈ। ਇੱਥੇ ਕਈ ਕਹਿ ਜਾਂਦੇ ਹਨ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਹੋਣੇ ਕਿ ਇਟਸ ਨਥਿੰਗ ਬੈਡ ਟੂ ਬੀ fearful। So Aviji, I meant fearful from Vaheguru, you know. ਉਹ ਨਿਰਮਲ That's ਭਾਵ ਹੈ। ਉਹ ਖੋਟਾ ਡਰ ਨਹੀਂ ਹੈ, ਉਹ ਸੱਚੇ ਡਰ ਹਨ। ਉਹ ਡਰ ਵੀ ਨਹੀਂ ਹੈ, ਅਸੀਂ ਡਰ ਕਹਿੰਦੇ ਹਾਂ, ਫੀਅਰ ਵੀ ਨਹੀਂ ਹੈ। ਉਹ ਪਿਆਰ ਹੈ, ਉਹ ਭਾਵ ਹੈ, ਉਹ ਇੱਕ ਡਿਸਪਲਿਨ ਹੈ, ਉਹ ਇੱਕ ਇੱਜ਼ਤ ਹੈ। ਉਹ ਇੱਜ਼ਤ ਇਹੋ ਜਿਹੀ ਹੈ ਕਿ ਕਹਿੰਦਾ ਕਿ ਮੇਰੇ ਗੁਰੂ ਨੂੰ ਨਹੀਂ ਪਸੰਦ ਹੈ ਝੂਠ ਬੋਲਣਾ। ਹੈ ਮੇਰੇ ਦਾਤਾ, ਮੇਰੇ ਮੂੰਹੋਂ ਝੂਠ ਨਹੀਂ ਨਿਕਲੇਗਾ। ਤੁਸੀਂ ਸਾਹਮਣੇ ਹੋਵੋ ਜਾਂ ਨਾ ਹੋਵੋ, ਤੁਸੀਂ ਮੇਰੇ ਨਾਲ ਬੈਠੇ ਹੋਵੋ ਚਾਹੇ ਨਾ ਬੈਠੇ ਹੋਵੋ, ਮੈਂ ਅੰਦਰ ਹੋਵਾਂ ਜਾਂ ਬਾਹਰ ਹੋਵਾਂ, ਮੈਂ ਨਹੀਂ ਕਿਸੇ ਦਾ ਦਿਲ ਦੁਖਾਣਾ। ਤੁਸੀਂ ਹਮੇਸ਼ਾ ਮੇਰੇ ਨਾਲ ਹੋ। ਤੁਸੀਂ ਸਿਖਾਇਆ ਹੈ ਮੈਨੂੰ ਕਿ ਨਹੀਂ ਕਿਸੇ ਦਾ ਦਿਲ ਦੁਖਾਣਾ, ਤੇ ਮੈਂ ਨਹੀਂ ਦਿਲ ਦੁਖਾਣਾ ਕਿਸੇ ਦਾ। ਪਰ ਇਹ ਇੱਕ ਪ੍ਰੋਸੈਸ ਹੈ ਨਾ, ਇਹ ਈਜ਼ੀ ਨਹੀਂ ਹੈ ਇਹਨਾਂ ਕਰਨਾ। ਸਲੋਲੀ ਬੇਬੀ ਸਟੈਪਸ ਬੰਦਾ ਲੈਂਦਾ ਤੇ ਬੇਬੀ ਸਟੈਪਸ ਨਾਲ ਬੰਦਾ ਫਿਰ ਅੱਗੇ ਵਧਦਾ ਉਹਦੇ। ਹਾਂਜੀ, anybody else has any comments or questions, please? I just have a small comment that being fearless does not mean that the decision making would be bad. It's just that you make the decisions with eyes open. It doesn't mean, you know, dar nahi rehte shir de ke chale javange. Those are not the that's not my message here. I just want to make sure you clarify. मैं ਤੁਹਾਡੀ ਗੱਲ ਸਮਝ ਨਹੀਂ ਆਈ, ਇੱਕ ਵਾਰੀ ਦੁਬਾਰਾ। Not being fearful doesn't mean that you just jump into dangerous things, right? No. Not being fearful ਇੱਥੇ ਕਿ ਤੁਸੀਂ ਆਪਣੀ ਲਾਈਫ ਵਿੱਚ ਇੱਕ ਪ੍ਰਮਾਤਮਾ ਦੇ ਭਾਵ ਤੋਂ ਸਿਵਾਏ ਕਿਸੇ ਦਾ ਭਾਵ ਨਾ ਮੰਨੋ ਕਿਸੇ ਦਾ ਹੋਰ। ਬਿਕੋਜ਼ ਬਾਕੀ ਸਾਰੇ ਭੈ ਜਿਹੜੇ ਹਨ ਉਹ ਖੋਟੇ ਹਨ ਤੇ ਮਨ ਦਾ ਸੋਰ ਹੈ। ਜਿਹੜੇ ਘਟ ਜਾਣਗੇ ਤੁਹਾਡੇ ਅੰਦਰੋਂ, ਤੁਹਾਡੀ ਲਾਈਫ ਵਿੱਚ ਖਿੜ ਜਾਏਗੀ ਤੁਹਾਡੀ ਲਾਈਫ ਜ਼ਿਆਦਾ, ਤੁਹਾਡੀ ਲਾਈਫ ਬੈਟਰ ਹੋ ਜਾਏਗੀ, ਹੈਪੀਨੈਸ ਵਧੇਗੀ ਤੁਹਾਡੀ ਲਾਈਫ ਵਿੱਚ। ਫਿਰ ਵੱਡੀਆਂ ਤੋਂ ਵੱਡੀਆਂ ਪ੍ਰੋਬਲਮਸ ਆਉਣਗੀਆਂ ਨਾ ਵੀਰ ਜੀ, ਤੇ ਤੁਸੀਂ ਉਹਨੂੰ ਝੇਲ ਸਕੋਗੇ ਆਸਾਨੀ ਨਾਲ, ਤੇ ਨਹੀਂ ਚਲੋ ਬੈਟਰ ਝੇਲ ਸਕੋਗੇ ਉਹਨਾਂ ਪ੍ਰੋਬਲਮ ਨੂੰ। ਤੇ ਜੇ ਛੋਟੀ ਛੋਟੀ ਗੱਲ ਤੇ ਡਰ ਹੋਏਗਾ, ਛੋਟੀ ਛੋਟੀ ਗੱਲ ਤੇ ਖੋਟੇ ਪਏ ਤੁਹਾਨੂੰ ਬਾਦਰ ਕਰਨਗੇ, ਤੇ ਫਿਰ ਤੁਹਾਡੀ ਲਾਈਫ ਜਿਹੜੀ ਹੈ ਨਰਕ ਬਣ ਜਾਏਗੀ ਕਿਸਮ ਦੀ। ਸਵੇਰੇ ਉੱਠਦਿਆਂ ਰਾਤੀ ਸੁੱਟਦਿਆਂ ਤੁਹਾਨੂੰ ਐਂਸ਼ੀਅਸਨੈਸ ਰਹੇਗੀ, ਤੁਹਾਡੇ ਅੰਦਰ ਉਹ ਇੱਕ ਐਂਸ਼ੀਅਸਨੈਸ ਦੀ ਹਮੇਸ਼ਾ ਭਾਵਨਾ ਬਣੀ ਰਹੇਗੀ। ਇਸ ਗੱਲ ਤੋਂ ਗੁਰੂ ਵਰਤਦੇ ਹਨ, ਇਸ ਗੱਲ ਤੋਂ ਗੁਰੂ ਸਮਝਾਉਂਦੇ ਹਨ ਤੁਹਾਨੂੰ, ਤੇ ਇਹ ਸਮਝਾਉਂਦੇ ਹਨ ਕਿ ਇਹ ਨਿਰਭਉ ਸਿਰਫ ਕਹਿਣ ਦੀ ਗੱਲ ਨਹੀਂ ਹੈ। ਨਿਰਭਉ ਜਪਦਿਆਂ ਤੁਹਾਡੇ ਆਪਣੇ ਡਰ ਜਿਹੜੇ ਹਨ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ ਸਲੋਲੀ। ਸੁਖਮਨੀ ਚ ਵਰਡ ਆਏ ਨਾ, ਨਿਰਭਉ ਜਪੇ ਸਗਲ ਭਉ ਮਿਟੈ, ਵਰਡ ਆਏ ਹਨ ਸੁਖਮਨੀ ਵਿੱਚ, ਆਏ ਨਾ ਵਰਡ। ਸਾਰੇ ਡਰ ਜਿਹੜੇ ਹਨ ਉਹਦੇ ਇਹਦਾ। ਹਾਂ, ਸੋ ਇਹ ਡਰ ਇੱਕ ਕਾਮਨ ਜਿਹੜਾ ਫੀਅਰ ਜਿਹੜਾ ਵਰਡ ਨਹੀਂ ਹੈ, ਇਹ ਡਰ ਹੈ ਅੰਦਰੋਂ। ਲਾਈਫ ਜਿਹੜੀ ਹੈ ਸਿਕਿਉਰ ਹੋ ਜਾਂਦੀ ਹੈ ਉਸ ਬੰਦੇ ਦੀ, ਤੇ ਨਾ ਫਿਰ ਡਰਦਾ ਤੇ ਨਾ ਡਰਾਉਂਦਾ ਕਿਸੇ ਕੋਲ ਦੂਸਰੇ ਕੋਲ। ਧਨ ਹਨ ਜਿਹੜੇ ਇਸ ਅਵਸਥਾ ਚ ਪਹੁੰਚੇ ਹਨ, ਧਨਤਾ ਯੋਗ ਹਨ ਜਿਹੜੇ ਇਸ ਅਵਸਥਾ ਚ ਆ ਗਏ। ਧਨਤਾ ਯੋਗ ਉਹ ਹਨ ਜਿਹੜੇ ਡਰਦੇ ਨਹੀਂ ਲੋਕਾਂ ਕੋਲੋਂ, ਜਿਹੜੇ ਛੋਟੀ ਛੋਟੀ ਗੱਲ ਤੇ ਐਂਸ਼ੀਅਸ ਨਹੀਂ ਹੋ ਜਾਂਦੇ। ਕਿਸਮਤ ਵਾਲੇ ਨੂੰ ਪ੍ਰਮਾਤਮਾ ਦੀ ਮਿਹਰ ਹੈ ਉਹਨਾਂ ਦੇ ਉੱਤੇ। ਹਾਂਜੀ ਵੀਰ ਜੀ, it was very nice discussion towards the end here, so I also wanted to make a quick comment. ਜਿਹੜੀ ਪਹਿਲਾ comment ਸੀਗਾ ਕਿ it's okay to be fearful, and I agree with that and the same thing I think Narendra Virji was also saying, ki one has to be fearful of the practical consequences of whatever decisions we are making. And the concept of fear is a nuanced understanding of fear, where we can discern that what might be the likely consequences, and once we have that understanding, fear apne aap hi fir pichhe hat janda hai, then we are able to make a calm decision. There's a very nice book on this topic. It just came to mind, so I thought I would share it. Sure. It's written by a person actually who I think is based in LA. Feel the fear and do it anyway. So it's about, when you get into uncomfortable situations, that you are able to assess that situation appropriately, and you set your fears aside, and you make a appropriate decision based on the circumstances. So ਉਹਦੇ ਵਿੱਚ I feel ਜਿਹੜੀ ਗੱਲ ਵੀਰ ਜੀ ਤੁਹਾਡੇ ਲੈਕਚਰ ਤੋਂ ਸਮਝ ਆਈ ਹੈਗੀ ਕਿ in that moment, if one can
remember Vaheguru and take guidance from Vaheguru, take guidance from Mool Mantar, take guidance from ਜੋ ਵੀ ਸਾਨੂੰ ਗੁਰਬਾਣੀ ਦੀ ਗੱਲਾਂ ਤੋਂ ਜੋ ਵੀ ਸਾਨੂੰ ਸਮਝ ਆਂਦਾ ਹੈਗਾ, ਤੇ ਉਹ ਫਿਰ decision making process better ਹੋ ਜਾਂਦਾ ਹੈ. The trick, the challenge is to, in the moment, in real life, to remember and apply it. Right. And it happens, as I said before, it's a process when you start doing that. Hazuri wala jada hai na. ਹਾਂਜੀ As you said na ki the fear of the ki what I'm going to do, uda fear hunda hai. If I kill somebody or if I do something or if I cheat somebody, then I'll be caught, you know. ਪਰ ਹਜ਼ੂਰੀ ਵਾਲੇ ਜੀਵਨ ਵਾਲੇ ਵਿੱਚ ਨਾ ਉਹ ਚੀਟਿੰਗ ਦਾ ਉਹਦੇ ਅੰਦਰ ਉਹ ਥਾਟ ਵੀ ਨਹੀਂ ਆਉਂਦੀ ਨਾ ਉਹਦੇ ਅੰਦਰ ਵੀ ਜੀ. ਬਿਲਕੁਲ ਬਿਲਕੁਲ. ਸੋ ਉਹ ਉੱਥੇ ਇਹ ਫਰਕ ਹੈ ਉੱਥੇ. ਸੋ ਉਹਦਾ ਫੀਅਰ ਨਹੀਂ ਰਹਿੰਦਾ ਨਾ ਉਸ ਚੀਜ਼ ਨੂੰ, ਕਿਉਂਕਿ ਉਹਦੇ ਦਿਮਾਗ ਵਿੱਚ ਗੁਰੂ ਦੇ ਬਾਣੀ ਦਾ ਫਿਲਟਰ ਲੱਗ ਜਾਂਦਾ ਬੜਾ ਸਟਰੋਂਗ. ਹਾਂਜੀ, ਜਿਸ ਤਰ੍ਹਾਂ ਪਾਣੀ ਨੂੰ ਸਾਫ਼ ਕਰਨ ਵਾਸਤੇ ਫਿਲਟਰ ਲਗਾਈਦਾ ਹੁੰਦਾ ਹੈ, ਉਹ ਥਾਟ ਐਂਟਰ ਹੀ ਨਹੀਂ ਕਰਦੀ ਉਹਦੇ ਦਿਮਾਗ 'ਚ, ਜਾਂ ਘੱਟ ਕਰਦੀ ਵੀ ਹੈ ਤੇ ਬਾਹਰ ਚਲੀ ਜਾਂਦੀ ਹੈ. ਇਸ ਵਾਸਤੇ ਉਹਨੂੰ ਉਹ ਫੀਅਰ ਉਹ ਬਾਦਰ ਨਹੀਂ ਕਰਦੇ, ਫੀਅਰ ਕਿ ਮੈਂ ਕੁਝ ਕਰਾਂਗਾ ਤੇ ਇਹਦੇ ਕੌਨਸੀਕੁਐਂਸਿਸ ਕੀ ਹੋਣਗੇ. ਇਹ ਉਹਨਾਂ ਨੂੰ ਬਾਦਰ ਕਰਦੇ ਜਿਹੜੇ ਹਜ਼ੂਰੀ ਵਾਲਾ ਜੀਵਨ ਨਹੀਂ ਹੈ, ਜਿਨ੍ਹਾਂ ਦਾ ਜੀਵਨ ਹਜ਼ੂਰੀ ਵਾਲਾ ਹੈ, ਉਹਦੇ ਅੰਦਰ ਉਹ ਥਾਟ ਆਉਂਦਾ ਹੀ ਨਹੀਂ ਨਾ ਉਹਨਾਂ ਦੇ ਅੰਦਰ, ਜਾਂ ਬਹੁਤ ਘੱਟ ਆਉਂਦੇ ਨੇ ਥਾਟ ਇਹੋ ਜਿਹੇ, ਜਾਂ ਬੜੇ ਮਾਈਲਡ ਫਾਰਮ ਵਿੱਚ ਥਾਟ ਆਉਂਦੇ ਨੇ ਉਹਨਾਂ ਦੇ, ਕਿਉਂਕਿ ਉਹਨਾਂ ਦੇ ਅੰਦਰ ਬਾਣੀ ਦੇ ਫਿਲਟਰ ਜਿਹੜੇ ਹਨ, ਜਿਹੜੇ ਉਹ ਸਟਰੋਂਗ ਹੋ ਜਾਂਦੇ ਨੇ ਬੜੇ. ਉਹ ਨਹੀਂ ਆਉਂਦੇ ਥਾਟ ਉਹਨਾਂ ਦੇ, ਉਹ ਕਾਬੂ ਹੋ ਜਾਂਦਾ ਉਹਨਾਂ ਦੇ ਅੰਦਰ. ਅੱਖਾਂ ਨਹੀਂ ਬੁਰੀਆਂ ਦੇਖਦੀਆਂ, ਮੂੰਹ ਬੁਰਾ, ਦਿਮਾਗ ਬੁਰਾ ਸੋਚਦਾ ਨਹੀਂ ਹੈ, ਹੈ ਨਾ. ਸੁਖਮਨੀ ਸਾਹਿਬ ਦੀ ਬਾਣੀ ਵਿੱਚ ਵੀ ਐਗਜ਼ਾਮਪਲਸ ਆਏ ਨੇ, ਅਸ਼ਟਪਦੀ ਨੰਬਰ 9 ਜਾਂ 10 ਵਿੱਚ ਆਏ ਨਾ, ਕਿ ਮਿਥਿਆ ਨਾਈ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰਤਰੀ ਰੂਪ ਨਾ ਪੇਖੇ ਨੇਤਰ, ਆਏ ਨਾ ਵਰਡ, ਹੈ ਨਾ. ਕਰਨ ਨਾ ਸੁਨੇ ਕਾਹੂ ਕੀ ਨਿੰਦਾ, ਆਏ ਨਾ ਵਰਡ, ਇਹ ਵੀ ਤੇ ਵਰਡ ਆਏ ਨਾ ਉੱਥੇ. ਸਭ ਤੇ ਜਾਣੇ ਆਪਸ ਕੋ ਮੰਦਾ, ਤੇ ਉੱਥੇ ਬੰਦਾ ਉਹ ਫੀਅਰਫੁਲ ਕਿਉਂ ਹੋਏਗਾ? ਉਹਨੂੰ ਕੌਨਸੀਕੁਐਂਸਿਸ ਦਾ ਡਰ ਨਹੀਂ ਹੈ ਨਾ. ਕੌਨਸੀਕੁਐਂਸਿਸ ਦਾ ਡਰ ਉਸਨੂੰ ਹੈ ਫੀਅਰ ਦਾ, ਜਿਹੜਾ ਨਿਰਮਲ ਜਿਹੜਾ ਹਜ਼ੂਰੀ ਵਾਲਾ ਨਹੀਂ. ਹਜ਼ੂਰੀ ਵਾਲੇ ਵਿੱਚ ਇਹ ਕੌਨਸੀਕੁਐਂਸਿਸ ਦਾ ਡਰ ਨਹੀਂ ਹੁੰਦਾ ਉਹਨੂੰ, ਕਿਉਂਕਿ ਉਹਦੇ ਵਿੱਚ ਉਹ ਆਉਂਦੇ ਹੀ ਨਹੀਂ ਖਿਆਲ, ਉਹਦੇ ਤੇ ਸੇਵਾ ਦਾ ਖਿਆਲ ਆਉਂਦਾ ਉਹਦੇ ਮਨ 'ਚ. ਉਹਦੇ ਮਨ 'ਚ ਆਉਂਦਾ ਕਿ ਮੈਂ ਦੂਸਰਿਆਂ ਦਾ ਭਲਾ ਕਿੰਜ ਕਰਾਂ. ਉਹਦੇ ਮਨ 'ਚ ਆਉਂਦਾ ਕਿ ਭੁੱਖੇ ਨੂੰ ਮੈਂ ਕਿਸੇ ਹੈਲਪ ਕੀ ਕਰਾਂ ਜਾ ਕੇ. ਉਹ ਤੇ ਸੋਚਦਾ ਹੀ ਦੂਸਰਿਆਂ ਬਾਰੇ ਹੈ. ਤੇ ਇਸ ਵਾਸਤੇ ਉਹ ਵਾਲੇ ਫੀਅਰ ਉਹਨੂੰ ਬਾਦਰ ਨਹੀਂ ਕਰਦੇ ਉਸਨੂੰ. Anyway, I think enough said on this, but I think we all got the gist of what I wanted to take. It's a little tricky concept है. आप पढ़े हो ना थोड़ा, आप ही हिम्मत करे हो ना, थोड़ा खुद भी पढ़े हो. ਥੈਂਕ ਯੂ ਵੀਰ ਜੀ. ਹਾਂਜੀ, ਗੁਰਮਤ ਨਿਰਣੇ ਵਿੱਚ ਡਿਸਕਸ਼ਨ ਆਈ ਹੈ, ਸੰਥਿਆ ਵਿੱਚ ਆਈ ਹੈ ਡਿਸਕਸ਼ਨ, ਔਰ ਇਹ ਜਿਹੜਾ ਚੈਪਟਰ ਜਿਹੜਾ ਫੂਲਾ ਵੀ ਜੀ ਨੇ ਹੁਣੇ ਦੱਸਿਆ ਤੁਹਾਨੂੰ, ਗੁਰੂ ਨਾਨਕ ਚਮਤਕਾਰ ਦੇ, ਉਹਨੂੰ ਪੜ੍ਹਿਓ ਜ਼ਰਾ. ਉਹਦੇ ਵਿੱਚ ਡਰ ਨੂੰ ਬੜੇ ਖੂਬਸੂਰਤੀ ਨਾਲ ਸਮਝਾਇਆ ਨੇ. ਗੁਰੂ ਨਾਨਕ ਚਮਤਕਾਰ ਦੀ ਪਹਿਲੀ ਵੋਲਿਊਮ ਵਿੱਚ ਪੜ੍ਹਿਓ ਜ਼ਰਾ ਉਹ ਕਨਵਰਸੇਸ਼ਨ ਉਹ ਵਾਲੀ. And read it yourself, and you will find it fascinating the way Bhai Sahib explains it, the concept of fear there, you know. ਕੀ ਹੁੰਦਾ ਹੈ, ਮਰਦਾਨਾ ਨੂੰ ਸਮਝਾਉਂਦੇ ਨੇ ਕਿ ਨਾ ਡਰਨ ਦੀ ਕਿਸੇ ਚੀਜ਼ ਤੋਂ ਲੋੜ ਨਹੀਂ, you know. So yeah. Virji, that is in chapter number 36 on page 292 in first volume of Guru Nanak Chamatkar. I've posted it. I think chapter ਦਾ ਨਾਮ ਜਗਨਨਾਥ ਫੇਰੀ ਹੈ. ਉਹਦਾ ਨਾਮ ਨਹੀਂ, ਇਹ ਜੋ ਡਰ ਵਾਲਾ ਸ਼ਲੋਕ ਆਇਆ ਨਹੀਂ ਉਸ ਚੈਪਟਰ ਦਾ ਨਾਮ ਕੀ ਹੈ? ਉਹਦਾ ਨਾਮ ਹੈ ਸਤਿਗੁਰੂ ਨਾਨਕ ਦੇਵ ਜੀ ਦੀ ਜਗਨਨਾਥ ਫੇਰੀ. ਜਗਨਨਾਥ ਫੇਰੀ, that's what I remember ਆਟੂ. ਗੁਰੂ ਨਾਨਕ ਦੇਵ ਦੀ ਜਗਨਨਾਥ ਫੇਰੀ ਚ ਹੋਇਆ, ਉੱਥੇ ਸਾਰੀ ਗੱਲ ਹੋਈ. ਹਾਂਜੀ, okay ji, I'm going to say goodbye now. This is a never ending topic, so I'll still stick around for a minute or two, and then if somebody has any question, otherwise I'm going to leave now ji. Vaheguru Ji Ka Khalsa, Vaheguru Ji Ki Fateh, everybody. I'm going to stay here for another minute or two. If somebody still has any questions, I'll stay here for another 2 minutes. Otherwise, then I will then wait for the Kirtan class to start. ਜਤਿੰਦਰ ਜੀ, ਤੁਸੀਂ ਕੁਝ ਕਹਿ ਰਹੇ ਹੋ? ਤੁਸੀਂ ਅਨਮਿਊਟ ਕਰ ਲਓ ਆਪਣੇ ਆਪ ਨੂੰ, ਤੁਹਾਡੀ ਆਵਾਜ਼ ਨਹੀਂ ਆ ਰਹੀ ਮੈਨੂੰ. ਹੁਣ ਆ ਰਹੀ. ਸਤਿ ਸ੍ਰੀ ਅਕਾਲ ਕਹਿ ਰਿਹਾ ਸਾਂ. Thank you, Veer ji. Thank you, ji. Thank you. Thank you, Surinder ji. Thank you, ji. No problem. Anytime. Nice to see you, Jatinder ji. मैं कोशिश करना जी हर सैटरडे आने दी. Thank you. I see you because I just realized कदी voice आनी होती ते कदी video आ नहीं रहा होता. Yeah. It's nice to see everybody's faces though. कहीं बहुत बंदे कैमरा नहीं ऑन करते,
सो नहीं ऑन कर दे मैं क्या क्या थक गया हूं मैं बंद कर देता मैं ऑन करो तो इट्स लिटिल मोर ह्यूमन हो जाता है टच यू नो बिल्कुल ठीक है जी, yeah बिल्कुल ठीक है जी। so I would सत श्री appreciate अकाल अगर जी। सारे ऑन कर दें जनों ते thank you जी thank you okay another 30 seconds and I'll be gone for like 10-15 minutes and then we'll see if everybody shows up for the kirtan class and we'll have the kirtan class otherwise we won't but let's see what happens okay ji I'm going to go Wajah Khalsa Wajah Ki Fateh everybody and I will see everybody next Saturday and ji I'm going to go for and take a short break here